Thank you, Gursevik. Thank you, students. ਜਿਹੜੀ ਗੱਲ ਕਰ ਰਹੇ ਸੀ ਗੁਰਸੇਵਕ ਜੀ, ਮੈਨੂੰ ਇੱਕ ਗੱਲ ਖਿਆਲ ਆਈ ਕਿ ਭਾਸ਼ਣ ਕਰਨਾ ਜਿਹੜਾ ਸਾਰੀ ਦੁਨੀਆ ਨੂੰ, ਤੁਸੀਂ ਤਾਂ ਹੁਣ ਸਕੂਲਾਂ ਚੰਗਿਆਂ 'ਚ ਪੜ੍ਹ ਗਏ, ਪਹਿਲਾਂ ਸਾਡੇ ਟਾਈਮਾਂ 'ਚ ਨਾ ਭਾਸ਼ਣ ਕਰਨਾ ਬੜਾ ਔਖਾ ਕੰਮ ਹੁੰਦਾ ਸੀ। ਲੱਤਾਂ ਕੰਬਣ ਲੱਗ ਜਾਂਦੀਆਂ ਸੀ, ਖੜ੍ਹੇ ਹੋ ਕੇ ਪਬਲਿਕ ਨੂੰ ਐਡਰੈਸ ਕਰਨਾ ਬੜਾ ਮੁਸ਼ਕਿਲ ਸੀ। ਮੈਂ ਇੱਕ ਕਿਸਮ ਦੇ ਨਾਲ ਖੁਸ਼ਕਿਸਮਤ ਜਾਂ ਬਦਕਿਸਮਤ ਸੀ ਕਿ ਕਾਲਜ ਟਾਈਮ 'ਚ ਹੀ ਲੈਕਚਰ ਕਰਨ ਦਾ ਮੌਕਾ ਮਿਲਿਆ। ਸਾਡੇ ਕਾਲਜ ਦੇ 'ਚ ਯੂਨੀਅਨ ਦੇ ਜਿਹੜੇ ਲੀਡਰ ਸੀ, ਮੈਂ ਵੀ ਉਹਨਾਂ 'ਚ ਸੀ। ਸਾਨੂੰ ਭਾਸ਼ਣ ਨਹੀਂ ਸੀ ਕਰਨਾ ਆਉਂਦਾ। ਇੱਕ ਭਾਸ਼ਣ ਕਰਨ ਲਈ ਸੀ ਹੋਰ ਬੰਦਾ ਇੱਕ ਲਿਆਂਦਾ, ਬਾਹਰੋਂ ਦਾਖਲ ਕਰਿਆ, ਅਤੇ ਉਹ ਉਸ ਦਿਨ ਛੁੱਟੀ 'ਤੇ ਸੀ। ਕਾਲਜ 'ਚ ਕੋਈ ਰੌਲਾ ਪੈ ਗਿਆ, ਪੁਲਿਸ ਕੁਝ ਸਟੂਡੈਂਟਾਂ ਨੂੰ ਚੱਕ ਕੇ ਲੈ ਗਈ, ਅਤੇ ਅਸੀਂ ਜਲੂਸ ਨਾਅਰੇ ਮਾਰਦੇ ਕਚਹਿਰੀਆਂ 'ਚ ਪਹੁੰਚ ਗਏ। ਅਤੇ ਕਚਹਿਰੀਆਂ ਦੇ ਵਿੱਚ ਉਹ ਸਾਰੇ ਲੋਕ ਪੁੱਛਣ ਵੀ ਮਸਲਾ ਕੀ ਹੈ। ਸਾਡੇ 'ਚ ਦੱਸਣ ਵਾਲਾ ਕੋਈ ਵੀ ਨਾ ਕਿਸੇ ਦੀ ਹਿੰਮਤ। ਅਸੀਂ ਥੱਲੇ ਜਵਾਨੀ ਖੜ੍ਹੇ ਦੱਸੀ ਜਾਈਏ ਵੀ ਐਂ ਹੋ ਗਿਆ, ਉਹ ਹੋ ਗਿਆ। ਉਹ ਇੱਕ ਬੰਦੇ ਨੇ ਨਾ ਚੱਕ ਕੇ, ਮੈਂ ਛੋਟਾ ਜਿਹਾ ਹੀ ਸੀ, ਪਤਲਾ ਜਿਹਾ, ਉੱਥੇ ਛੋਟੀ ਜਿਹੀ ਕੰਧ ਸੀ, ਉਹਦੇ 'ਤੇ ਮੈਨੂੰ ਖੜ੍ਹਾ ਕਰਦਾ, ਕਹਿੰਦਾ ਦੱਸ ਇੱਥੇ ਮਤਲਬ। ਅੱਛਾ, ਮੈਂ ਜੀ ਉੱਥੇ ਜਿਵੇਂ ਪਹਿਲਾਂ ਸੁਣੇ ਹੋਏ ਸੀ ਭਾਸ਼ਣ, ਬਈ ਉਹ ਮਤਲਬ ਕਚਹਿਰੀਆਂ 'ਚ ਇਨਸਾਫ ਮੰਗਣ ਆਏ ਲੋਕੋ, ਜੋ ਮੇਰੇ ਮੂੰਹ 'ਚ ਆਇਆ ਮੈਨੂੰ ਮੈਂ ਚੱਕਦਾ ਕੰਮ। ਬੜੀਆਂ ਤਾੜੀਆਂ ਜਿਹੀਆਂ ਵੱਜਣ ਲੱਗ ਗਈਆਂ ਥੱਲੇ। ਮੈਨੂੰ ਲੱਗਿਆ ਵੀ ਇਹ ਤਾਂ ਬੜਾ ਵਧੀਆ ਕੰਮ ਹੈ। ਉਹ ਬਾਅਦ 'ਚੋਂ ਯੂਨੀਅਨ ਨੇ ਜਿਹੜਾ ਲੀਡਰ ਸੀ ਉਹ ਵਿਡਰਾਅ ਕਰ ਲਿਆ ਸਾਡੇ। ਉਹਨਾਂ ਨੇ ਮੈਨੂੰ ਹੀ ਕਿਹਾ, ਕਹਿੰਦੇ ਬਸ ਬੋਲਣ ਲੱਗ ਗਿਆ, ਠੀਕ ਹੈ ਹੁਣ। ਸੋ ਉੱਦਣ ਦੇ ਬੋਲਣ ਲੱਗੇ ਹੋਏ ਹੁਣ ਤੱਕ ਰੋਕਣਾ ਔਖਾ ਹੈ ਆਪਣੇ ਆਪ ਨੂੰ। ਕਹਿੰਦੇ ਨੇ ਵੀ ਬੱਚਾ ਜਵਾਨ ਤਾਂ ਬੜੀ ਜਲਦੀ ਚਲਾਉਣੀ ਸਿੱਖ ਜਾਂਦਾ, ਸੰਭਾਲਣ ਨੂੰ ਉਮਰ ਲੱਗ ਜਾਂਦੀ ਹੈ। ਸੋ ਬੜਾ 30-40 ਸਾਲ ਦਾ ਸਫ਼ਰ। ਪਰ ਇੱਕ ਗੱਲ ਮੈਨੂੰ ਸਮਝ ਆਈ, ਲੇਟ ਸਮਝ ਆਈ ਉਹ ਵੈਸੇ, ਕਿਉਂਕਿ ਸਾਡੇ ਭਾਸ਼ਣ ਭੜਕਾਊ ਹੁੰਦੇ ਸੀ, ਵਾਇਲੈਂਸ ਕਰਾਉਣੀ ਹੁੰਦੀ ਸੀ। ਜਦੋਂ ਕਲਾਸਾਂ ਦੇ ਵਿੱਚ ਪੜ੍ਹਾਉਣ ਲੱਗੇ ਤਾਂ ਇਹ ਹੋਰ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ, ਡਾਇਲਾਗ ਦੀ ਜ਼ਰੂਰਤ ਹੁੰਦੀ ਹੈ। ਇੰਪਰੈਸ ਕਰਨ ਦਾ ਮਸਲਾ ਨਹੀਂ ਹੁੰਦਾ, ਕਮਿਊਨੀਕੇਟ ਕਰਨ ਦਾ ਮਸਲਾ ਹੁੰਦਾ ਹੈ। ਇਹ 'ਚ ਮੈਨੂੰ ਹਮੇਸ਼ਾ ਇੱਕ ਗੱਲ ਯਾਦ ਰਹਿੰਦੀ ਹੈ। ਓਸ਼ੋ ਨੂੰ ਇੱਕ ਵਾਰ ਕਿਸੇ ਨੇ ਬੁੱਕ ਲਿਖੀ ਸੀ, ਬਹੁਤ ਵੱਡਾ ਜਰਨਲਿਸਟ ਸੀ ਕੋਈ ਇੰਟਰਨੈਸ਼ਨਲ। ਉਹਨੇ ਬਹੁਤ ਸਾਰੇ ਸਪੀਕਰ ਸੁਣੇ ਸੀ, ਨਹਿਰੂ, ਚਰਚਿਲ, ਰੂਜ਼ਵੈਲਟ, ਸਭ ਦੇ ਸਭ, ਸਾਰਿਆਂ ਨੂੰ ਇੰਟਰਵਿਊ ਵੀ ਕਰਿਆ ਸੀ। ਉਹਨੇ ਕਿਤਾਬ ਦੇ ਵਿੱਚ ਕਿਤੇ ਲਿਖਿਆ ਵੀ ਜਿਹੜਾ ਇਹ ਰਜਨੀਸ਼ ਓਸ਼ੋ ਹੈ, ਸਭ ਤੋਂ ਇੰਪਰੈਸਿਵ ਸਪੀਕਰ ਹੈ ਇਹ। ਉਹ ਓਸ਼ੋ ਨੇ ਖੁਦ ਹੀ ਕਿਹਾ, ਕਹਿੰਦਾ ਮੈਨੂੰ ਤਾਂ ਕਦੇ ਲੱਗੀ ਨਹੀਂ ਇਹ ਗੱਲ ਵੀ ਮੈਂ ਕੋਈ ਖਾਸ ਇੰਪਰੈਸਿਵ ਹੋਵਾਂ, ਕਿਉਂਕਿ ਮੇਰਾ ਲੈਕਚਰ ਕੋਈ ਲਿਖਦਾ ਨਹੀਂ। ਉਹਨਾਂ ਦੇ ਲੈਕਚਰ ਸਾਰੇ ਸੈਕਟਰੀ ਲਿਖਦੇ ਨੇ, ਅਤੇ ਮੈਂ ਕੋਈ ਓਰੇਟਰੀਕਲ ਸਕਿੱਲਸ ਨੇ ਜਿਹੜੀਆਂ ਹੱਥਾਂ ਬਾਹਾਂ ਵਾਲੇ ਨਹੀਂ ਵਰਤਦਾ। ਪਰ ਉਹ ਕਹਿੰਦਾ ਮੈਨੂੰ ਇਹ ਸਮਝ ਨਹੀਂ ਆਈ ਵੀ ਉਹ ਇੰਪਰੈਸ ਕਿਉਂ ਹੋਇਆ, ਕੀ ਉਹਨੂੰ ਇਸ ਗੱਲ ਦੇ ਵਿੱਚ ਕੀ ਨਜ਼ਰ ਆਇਆ ਵੀ ਮੈਂ ਅੱਛਾ ਸਪੀਕਰ ਹਾਂ। ਉਹਨੇ ਫਿਰ ਹੌਲੀ ਹੌਲੀ ਇਹਦੀ ਐਕਸਪਲੇਨੇਸ਼ਨ ਕਰੀ। ਕਹਿੰਦਾ ਵੀ ਇਹ ਜਿਹੜਾ ਸਪੀਕਰ ਆਪਣੇ ਸੁਣਨ ਵਾਲੇ ਨੂੰ ਪ੍ਰੇਮ ਕਰਦਾ, ਜਿਹਦੇ ਦਿਲ ਦੇ ਵਿੱਚ ਉਹਦੇ ਪ੍ਰਤੀ ਪ੍ਰੇਮ ਹੈ, ਮੁਹੱਬਤ ਹੈ, ਸ਼ਰਧਾ ਹੈ, ਉਹ ਹੀ ਇੰਪਰੈਸ ਕਰਦਾ ਹੈ। ਦੂਜਾ ਦੁਕਾਨਦਾਰ ਹੀ ਹੁੰਦਾ ਹੈ, ਉਹ ਇੰਪਰੈਸ ਤਾਂ ਕਰ ਲਊਗਾ, ਰੌਲਾ ਰੱਪਾ ਤਾਂ ਪਾ ਦਊਗਾ ਉਹ, ਪਰ ਉਹਦਾ ਅਸਰ ਨਹੀਂ ਹੁੰਦਾ। ਸੋ ਜਿਹੜੀ ਪਿਆਰ ਨਾਲ ਹੌਲੀ ਹੌਲੀ ਗੱਲ ਕੀਤੀ ਜਾਂਦੀ ਹੈ ਨਾ, ਤੁਸੀਂ ਬਚਪਨ 'ਚ ਆਪਣੀ ਨਿਗਾਹ ਮਾਰ ਕੇ ਦੇਖੋ ਕਿ 5ਵੀਂ ਜਮਾਤ ਤੋਂ ਲੈ ਕੇ ਸਾਡੇ ਉਹਨਾਂ ਗੱਲਾਂ ਦਾ ਹੀ ਅਸਰ ਹੋਇਆ ਹੁੰਦਾ ਹੈ ਜਿਹੜੀ ਦੱਸਣ ਵਾਲੇ ਨੇ ਸਾਨੂੰ ਪ੍ਰੇਮ ਨਾਲ, ਖਾਸ ਕਰਕੇ ਜੇ ਉਹਨੂੰ ਖੁਦ ਵਿਸ਼ਵਾਸ ਹੋਵੇ ਉਹ ਗੱਲ ਦੇ ਉੱਪਰ, ਉਹਦੇ ਨਾਲ ਦੱਸੀ ਹੋਵੇ ਅਕੀਦੇ ਨਾਲ, ਉਹੀ ਗੱਲ ਯਾਦ ਰਹਿੰਦੀ ਹੈ। ਬਾਕੀ ਤਾਂ ਹੁਣ ਤੁਸੀਂ ਰੋਜ਼ ਹੀ ਭਾਸ਼ਣ ਸੁਣਦੇ ਹੀ ਹੋ, ਕਿੰਨੇ ਸਾਰੇ, ਕਿੰਨੀ ਦੁਨੀਆ ਦੇ। ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਪ੍ਰੇਮ ਨਾਲ ਗੱਲ ਕਰੀਏ। ਸੋ ਜਿਹੜੀ ਗੱਲਬਾਤ ਆਪਾਂ ਕਰਨੀ ਹੈ, 2 ਲੈਕਚਰ ਇਹਦੇ 'ਚ ਮੈਂ ਡਿਜ਼ਾਈਨ ਕਰੇ ਸੀ। ਸਿੰਸ ਆਪਾਂ ਗੱਲ ਕੀਤੀ ਸੀ ਕਿ ਸੋਸ਼ਲ ਰਿਲੇਸ਼ਨਸ਼ਿਪਸ ਦੇ ਉੱਪਰ ਗੱਲ ਕਰਾਂਗੇ ਕਿ ਮਸਲਾ ਕੀ ਹੈ, ਕ੍ਰਾਈਸਿਸ ਕੀ ਹੈ, ਉਹਦੇ ਸਲਿਊਸ਼ਨ ਕੀ ਨੇ। ਪਹਿਲਾ ਹਿੱਸਾ ਜਿਹੜਾ ਉਹ ਮੈਨੂੰ ਲੱਗਿਆ ਕਿ ਥੋੜ੍ਹੇ ਜਿਹੇ ਕਨਸੈਪਚੁਅਲ ਕਲੈਰਿਟੀ ਥੋੜ੍ਹੀ ਜਿਹੀ ਹੋ ਜਾਵੇ, ਕਿਉਂਕਿ ਮੈਂ ਹੋਰ ਸਬਜੈਕਟ ਦਾ ਬੰਦਾ, ਤੁਸੀਂ ਲਿਟਰੇਚਰ ਦੇ ਹੋ। ਸਾਡੇ ਉੱਥੇ ਸਾਇੰਸ, ਫੈਕਟ, ਉਹ ਤੋਂ ਬਿਨਾਂ ਅੱਗੇ ਨਹੀਂ ਤੁਰਦੇ। ਤੁਹਾਡੇ ਇਮੈਜੀਨੇਸ਼ਨ ਦੀ ਅਡਾਰੀ ਬਹੁਤ ਹੈ, ਕਵਿਤਾ ਹੈ, ਕਹਾਣੀ ਹੈ, ਨਾਵਲ ਹੈ। ਸੋ ਥੋੜ੍ਹਾ ਜਿਹਾ ਆਪਾਂ ਇੱਕ ਮੀਟਿੰਗ ਗਰਾਊਂਡ ਦੇ ਲਈ ਇਹ ਜ਼ਰੂਰੀ ਹੈ ਕਿ ਆਪਾਂ ਕੰਸੈਪਟ ਸਮਝ ਲਈਏ ਪਹਿਲਾਂ ਵੀ ਹੈ ਕੀ, ਮਸਲਾ ਕੀ ਹੈ। ਸੋਸ਼ੋਲੋਜੀ ਕੋਈ ਔਖਾ ਸਬਜੈਕਟ ਨਹੀਂ, ਆਪਾਂ ਸਾਰੇ ਸੋਸ਼ੋਲੋਜਿਸਟ ਹਾਂ। ਜਿਹੜਾ ਸਮਾਜ 'ਚ ਰਹਿੰਦਾ ਹੈ, ਜਿਹੜਾ ਪੈਦਾ ਹੋਇਆ, ਉਹ ਸੋਸ਼ੋਲੋਜੀ ਨੂੰ ਯੂਜ਼ ਤਾਂ ਕਰ ਹੀ ਰਿਹਾ ਹੁੰਦਾ ਹਮੇਸ਼ਾ। ਅਸੀਂ ਸਿਰਫ ਉਹਨੂੰ ਥਰੈਟੀਕਲ ਜਾਂ ਕਨਸੈਪਚੁਅਲ ਜਾਂ ਉਹਦੇ ਉੱਪਰ ਇੱਕ ਪਰਦਾ ਪਾ ਦਿੰਦੇ ਹਾਂ। ਨੌਲੇਜ ਤੁਹਾਨੂੰ ਜਿਹੜੀ ਮੈਨੂੰ ਆ ਉਹ ਤੁਹਾਨੂੰ ਹੈਗੀ ਹੋਈ ਹੈ ਪਹਿਲਾਂ ਹੀ, ਕੋਈ ਐਸੀ ਗੱਲ ਨਹੀਂ। ਪਰ ਫਿਰ ਵੀ ਆਪਾਂ ਥੋੜ੍ਹਾ ਦੇਖਾਂਗੇ ਕਿ ਕੀ ਹੈ ਰਿਲੇਸ਼ਨਸ਼ਿਪਸ ਦੀ। ਜਦੋਂ ਆਪਾਂ ਗੱਲ ਕਰਦੇ ਹਾਂ, ਸਾਡੇ ਸਟਾਈਲ ਹੈ
ਕਿ ਪਹਿਲਾਂ ਡਿਫਾਈਨ ਕਰੋ ਫਿਰ ਉਹਦਾ ਚੀਰ-ਫਾੜ ਕਰੋ। ਇਹ ਥੋੜ੍ਹਾ ਜਿਹਾ ਪਹਿਲਾ ਲੈਕਚਰ ਥੋੜ੍ਹਾ ਬੋਰਿੰਗ ਵੀ ਹੋ ਸਕਦਾ, ਇਸ ਕਰਕੇ ਤੁਹਾਡੀ ਪਾਰਟੀਸਪੇਸ਼ਨ ਦੀ ਜ਼ਰੂਰਤ ਹੋ। ਆਪਾਂ ਸਾਰੇ ਰਿਲੇਸ਼ਨਸ਼ਿਪਸ ਬਾਰੇ ਜੇ ਕਿਸੇ ਨੂੰ ਵੀ ਪੁੱਛੋ, ਹਰ ਇੱਕ ਨੂੰ ਪਤਾ ਹੀ ਹੈ, ਸਾਰੇ ਰਿਲੇਸ਼ਨਸ ਨੂੰ ਜਾਣਦੇ ਨੇ। ਪਰ ਜੇ ਕਿਸੇ ਨੂੰ ਕਹੋ ਵੀ ਤੁਸੀਂ ਡਿਫਾਈਨ ਕਰੋ ਕਿ ਰਿਲੇਸ਼ਨ ਕੀ ਹੁੰਦਾ, ਇਹ ਸਭ ਤੋਂ ਔਖਾ ਕੰਮ ਹੈ। ਮੁਸ਼ਕਿਲ ਖੜੀ ਹੋ ਜਾਂਦੀ ਹੈ ਕਿ ਡਿਫਾਈਨ ਕੀ ਕਰੀਏ। ਉੱਦਾਂ ਦੀ ਗੱਲ ਹੈ ਜਿਸ ਤਰ੍ਹਾਂ ਸਾਰੀ ਦੁਨੀਆ ਭਾਸ਼ਾ ਬੋਲਦੀ ਹੈ। ਪੰਜਾਬੀ ਆਪਾਂ ਬੋਲਦੇ ਹਾਂ, ਅੰਗਰੇਜ਼ੀ ਬੋਲਦੇ ਹਾਂ, ਹਿੰਦੀ ਬੋਲਦੇ ਹਾਂ। ਜਦੋਂ ਕੋਈ ਗਲਤ ਬੋਲਦਾ ਸਾਨੂੰ ਸਮਝ ਆ ਜਾਂਦੀ ਹੈ ਕਿ ਇਹਨੇ ਗਲਤ ਬੋਲ। ਪਰ ਜੇ ਸਾਨੂੰ ਕੋਈ ਪੁੱਛੇ ਕਿ ਇਹਦੇ ਪਿੱਛੇ ਰੂਲ ਕਿਹੜਾ ਕੰਮ ਕਰਦਾ, ਤੁਸੀਂ ਕਿਸ ਰੂਲ ਦੇ ਕਿਸ ਨਿਯਮ ਦੇ ਤਹਿਤ ਇਹ ਗੱਲ ਬੁੱਝੀ ਹੈ ਕਿ ਇਹ ਗਲਤ ਹੈ। ਬੰਗਾਲੀ ਜਾਂ ਭਈਏ ਆਪਣੇ ਇੱਥੇ ਆਉਂਦੇ ਨੇ, ਉਹ ਆਮ ਤੌਰ 'ਤੇ ਜੈਂਡਰ ਚੇਂਜ ਕਰ ਦਿੰਦੇ ਨੇ। ਅਕਸਰ ਉਹ ਤੁਸੀਂ ਦੇਖਿਓ ਉਹ ਗੱਲ ਕਰਨਗੇ ਕਿ ਇਹ ਸਾਡੇ ਇੱਕ ਨੌਕਰ ਹੁੰਦੀ ਸੀ, ਉਹਨੇ ਕਹਿਣਾ ਇਹ ਪਾਪਾ ਕੀ ਕਰੀ ਜਾਂਦੀ ਹੈ। ਮਤਲਬ ਸਾਨੂੰ ਬੜੀ ਔਡ ਲੱਗਣੀ ਗੱਲ। ਉਹਨਾਂ ਦੇ ਉਹਨੂੰ ਜੈਂਡਰ ਦੀ ਸੈਂਸ ਨਹੀਂ ਸੀਗੀ। ਸੋ ਕੋਈ ਵੀ ਸੈਂਟੈਂਸ ਜਿਹੜਾ ਬੰਦਾ ਬੋਲਦਾ ਹੈ, ਚਾਹੇ ਆਪਾਂ ਅਨਪੜ੍ਹ ਹਾਂ ਚਾਹੇ ਪੜ੍ਹੇ ਲਿਖੇ ਹਾਂ, ਜਦੋਂ ਗਲਤ ਸੈਂਟੈਂਸ ਬੋਲੂਗਾ ਅਸੀਂ ਉਹਨੂੰ ਫੜ ਲਾਂਗੇ ਕਿ ਇੱਥੇ ਗਲਤੀ ਹੈ। ਜੇ ਪੁੱਛੋ ਵੀ ਗਲਤੀ ਕਿਸ ਤਰ੍ਹਾਂ, ਤੁਸੀਂ ਫੜੀ ਕਿਸ ਤਰ੍ਹਾਂ, ਸਾਨੂੰ ਪਤਾ ਨਹੀਂ ਹੁੰਦਾ। ਕਿਉਂਕਿ ਗ੍ਰਾਮਰ ਦੇ ਰੂਲ ਸਾਡੇ ਮਾਈਂਡ ਦੇ ਵਿੱਚ ਅਸੀਂ ਅਕਵਾਇਰ ਕੀਤੇ ਹੁੰਦੇ ਨੇ, ਸਾਡੇ ਅਨਕੌਂਸ਼ੀਅਸ ਦਾ ਪਾਰਟ ਹੈਗੇ ਨੇ, ਪਰ ਅਸੀਂ ਕੌਂਸ਼ੀਅਸਲੀ ਉਹਨਾਂ ਨੂੰ ਐਕਸਪਲੇਨ ਨਹੀਂ ਕਰ ਸਕਦੇ। ਇਸੇ ਕਰਕੇ ਲਿੰਗੁਇਸਟਿਕਸ ਦਾ ਸਬਜੈਕਟ ਹੈ। ਮੈਨੂੰ ਖੁਸ਼ਕਿਸਮਤੀ ਨਾਲ ਲਿੰਗੁਇਸਟਿਕਸ ਦੀ ਐਮਫਿਲ ਕਰਨ ਦਾ ਵੀ ਮੌਕਾ ਮਿਲਿਆ। ਉੱਥੇ ਜਾ ਕੇ ਮੈਨੂੰ ਸਮਝ ਆਈ ਕਿ ਜਿਹੜਾ ਸਾਡਾ ਬਿਹੇਵੀਅਰ ਹੈ ਇਹਦੇ ਦੋ ਲੈਵਲ ਨੇ। ਇੱਕ ਨੂੰ ਅਸੀਂ ਸਰਫੇਸ ਸਟਰਕਚਰ ਕਹਿੰਦੇ ਹਾਂ, ਇੱਕ ਨੂੰ ਇਮਾਨੈਂਟ ਸਟਰਕਚਰ ਕਹਿੰਦੇ ਹਾਂ ਸਟਰਕਚਰਲਿਜ਼ਮ ਦੇ ਵਿੱਚ। ਕਿ ਇੱਕ ਸਾਡੇ ਮਨ ਦੇ ਵਿੱਚ ਰੂਲ ਫਿਕਸ ਹੋ ਜਾਂਦੇ ਨੇ, ਉਹਨਾਂ ਨੂੰ ਅਸੀਂ ਵਰਤਦੇ ਹਾਂ, ਯੂਜ਼ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਕੌਂਸ਼ੀਅਸਲੀ ਨਹੀਂ ਦੱਸ ਸਕਦੇ। ਜਦੋਂ ਅਸੀਂ ਉਹਨਾਂ ਨੂੰ ਕੌਂਸ਼ੀਅਸਲੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਇੱਕ ਹੋਰ ਲੈਵਲ ਹੈ ਨੋਇੰਗ ਦਾ ਵੀ ਅਤੇ ਐਕਸਪਲੇਨੇਸ਼ਨ ਦਾ ਵੀ। ਸੋ ਰਿਲੇਸ਼ਨਸ਼ਿਪ ਜਦੋਂ ਵੀ ਅਸੀਂ ਲਫ਼ਜ਼ ਵਰਤਦੇ ਹਾਂ, ਰਿਲੇਸ਼ਨ ਦਾ ਮਤਲਬ ਹੈ ਕਿ ਦੋ ਐਲੀਮੈਂਟ ਹੈਗੇ ਨੇ ਕੋਈ, ਜਿਨ੍ਹਾਂ ਦਾ ਆਪਸ ਦੇ ਵਿੱਚ ਤਅੱਲਕ ਹੈ ਕੋਈ ਨਾ ਕੋਈ। ਫਿਜ਼ੀਕਲ ਵਰਲਡ ਦੇ ਵਿੱਚ ਵੀ, ਲਿੰਗੁਇਸਟਿਕ ਦੇ ਵਰਲਡ ਦੇ ਵਿੱਚ ਵੀ ਏ ਹੈ, ਬੀ ਹੈ, ਊੜਾ ਹੈ, ਆੜਾ ਹੈ, ਅਲਫਾਬੈਟ ਦੇ ਆਪਸ ਦੇ ਵਿੱਚ ਰਿਸ਼ਤੇ ਨੇ। ਆਪਾਂ ਇੱਥੇ ਬੈਠੇ ਹਾਂ, ਆਹ ਸਾਰਾ ਕੁਛ ਹੈ ਜਿਹੜਾ ਕਿਸੇ ਸਟਰਕਚਰ ਦੇ ਵਿੱਚ ਖੜ੍ਹਾ ਹੈ। ਬਾਹਰ ਜਿਹੜਾ ਬ੍ਰਹਿਮੰਡ ਹੈ ਉਹ ਵੀ ਕਿਸੇ ਸਟਰਕਚਰ ਦੇ ਵਿੱਚ ਚੱਲਦਾ ਹੈ। ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਰਿਲੇਟਡ ਨੇ। ਜਦੋਂ ਕੋਈ ਚੀਜ਼, ਦੋ ਐਲੀਮੈਂਟ ਰਿਲੇਟ ਉਦੋਂ ਹੁੰਦੇ ਨੇ ਜਦੋਂ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਨੇ। ਜੇ ਇੰਟਰੈਕਸ਼ਨ ਹੀ ਨਾ ਹੋਵੇ ਤਾਂ ਕੋਈ ਉਹਨਾਂ ਦਾ ਰਿਸ਼ਤਾ ਬਣਦਾ ਨਹੀਂ ਹੈ। ਉਹ ਅਸੀਂ ਉਹਨੂੰ ਆਮ ਤੌਰ 'ਤੇ ਜਦੋਂ ਦੋ ਚੀਜ਼ਾਂ ਇੱਕ ਦੂਜੀ ਨਾਲ ਜੁੜਦੀਆਂ ਨੇ ਜਾਂ ਇੱਕ ਦੂਜੇ ਨਾਲ ਇੰਟਰੈਕਟ ਕਰਦੀਆਂ ਨੇ, ਅਸੀਂ ਉਹਨੂੰ ਰਿਲੇਸ਼ਨ ਆਮ ਤੌਰ 'ਤੇ ਕਹਿੰਦੇ ਹਾਂ। ਇਹਦੇ 'ਚ ਬੜੀ ਜਿਹੜੀ ਚੀਜ਼ ਹੈ ਕਿ ਫਿਜ਼ੀਕਲ ਵਰਲਡ ਦੇ ਵਿੱਚ ਜਿਹੜੇ ਰਿਲੇਸ਼ਨਸ਼ਿਪ ਨੇ ਜਾਂ ਹਿਊਮਨ ਵਰਲਡ ਦੇ ਵਿੱਚ ਜਿਹੜੇ ਰਿਲੇਸ਼ਨਸ਼ਿਪ ਨੇ, ਇਹਨਾਂ ਦਾ ਬੜਾ ਕਾਫੀ ਡਿਫਰੈਂਸ ਹੈ ਆਪਸ ਦੇ ਵਿੱਚ। ਸੋ ਪਹਿਲੀ ਚੀਜ਼ ਤਾਂ ਇਹ ਹੈ ਕਿ ਸਾਰਾ ਕੁਛ ਇਸ ਬ੍ਰਹਿਮੰਡ ਦੇ ਜਿਹੜਾ ਹੈ, ਜਿਹੜੀਆਂ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਨੇ, ਜਿਹੜੀਆਂ ਇੱਕ ਦੂਜੀ ਤੋਂ ਡਿਫਰੈਂਟ ਨੇ, ਉਹ ਕਿਸੇ ਨਾ ਕਿਸੇ ਲੈਵਲ 'ਤੇ ਯੂਨਾਈਟਿਡ ਵੀ ਨੇ। ਉਹ ਦੇਖਣ ਨੂੰ ਸਾਨੂੰ ਡਿਫਰੈਂਟ ਲੱਗਦੀਆਂ ਨੇ। ਜਿਹੜੀ ਚੀਜ਼ ਜੋੜਦੀ ਹੈ ਉਹਨਾਂ ਨੂੰ, ਅਸੀਂ ਉਹਨੂੰ ਰਿਲੇਸ਼ਨ ਕਹਿੰਦੇ ਹਾਂ ਆਮ ਤੌਰ 'ਤੇ। ਨਾਰਥ ਪੋਲ ਹੈ, ਸਾਊਥ ਪੋਲ ਹੈ, ਕਦੇ ਨਹੀਂ ਮਿਲਣਾ ਉਹਨਾਂ ਨੇ, ਪਰ ਉਹ ਜੁੜੇ ਹੋਏ ਨੇ ਇਸ ਬ੍ਰਹਿਮੰਡ ਦੇ ਵਿੱਚ। ਜਦੋਂ ਤੁਸੀਂ ਮੈਗਨੈਟਿਕ ਫੋਰਸਿਸ ਦੀ ਸਟੱਡੀ ਕਰੋਗੇ, ਤੁਹਾਨੂੰ ਸਮਝ ਆ ਜਾਊ ਕਿ ਇਹਨਾਂ ਦਾ ਸੰਬੰਧ ਹੈ ਆਪਸ ਦੇ ਵਿੱਚ। ਧਰਤੀ ਹੈ, ਆਕਾਸ਼ ਹੈ, ਸੂਰਜ ਹੈ, ਚੰਦ ਹੈ, ਇਹ ਸਾਰੇ ਡਿਫਰੈਂਟ ਵੀ ਨੇ ਅਤੇ ਜੁੜੇ ਵੀ ਹੋਏ ਨੇ। ਸੋ ਅਸੀਂ ਜਿਸ ਯੂਨੀਵਰਸ ਦੇ ਵਿੱਚ ਰਹਿੰਦੇ ਹਾਂ, ਉਹਦੇ 'ਚ ਚੀਜ਼ਾਂ ਆਪਸ ਵਿੱਚ ਵੱਖਰੀਆਂ ਵੀ ਨੇ ਅਤੇ ਆਪਸ ਦੇ ਵਿੱਚ ਸੰਬੰਧਿਤ ਵੀ ਨੇ, ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਜਿਹੜੀ ਚੀਜ਼ ਉਹਨੂੰ ਰੈਫਰ ਕਰਦੀ ਹੈ ਕਿ ਉਹ ਕਿਸ ਤਰ੍ਹਾਂ ਇੱਕ ਦੂਜੇ ਨਾਲ ਜੁੜੇ ਹੋਏ ਨੇ, ਅਸੀਂ ਉਹਨੂੰ ਰਿਲੇਸ਼ਨ ਕਹਿੰਦੇ ਹਾਂ। ਸੋ ਰਿਲੇਸ਼ਨ ਦੇ ਵਿੱਚ ਫਿਰ ਇੰਟਰੈਕਸ਼ਨ ਜ਼ਰੂਰੀ ਹੈ, ਕਿਉਂ ਕਿਸੇ ਨਾ ਕਿਸੇ ਜਦੋਂ ਵੀ ਜਿਹੜਾ ਵੀ ਰਿਲੇਸ਼ਨ ਹੋਊਗਾ ਉਹ ਸਟੈਟਿਕ ਨਹੀਂ ਹੈ। ਉਹ ਕੋਈ ਨਾ ਕੋਈ ਇੰਟਰੈਕਸ਼ਨ ਜਿਹੜਾ ਉਹਨਾਂ ਦਾ ਆਪਸ ਦੇ ਵਿੱਚ ਚੱਲਦਾ ਰਹੂਗਾ। ਧਰਤੀ ਸਮਾਨ ਵੀ ਆਪਸ ਵਿੱਚ ਇੰਟਰੈਕਟ ਕਰਦੇ ਹੀ ਨੇ, ਹਵਾ ਰਾਹੀਂ ਕਰਦੇ ਨੇ, ਕਿੰਨਾ ਕੁਛ ਉਹਦੇ 'ਚ ਹੈਗਾ। ਉਸ ਦਿਨ ਆਪਾਂ ਸ਼ਾਇਦ, ਮੇਰਾ ਖਿਆਲ ਹੈ ਮੈਂ ਤੁਹਾਨੂੰ ਦੱਸਿਆ ਸੀ, ਵੇਦਾਂ ਸ਼ਾਸਤਰਾਂ ਸ਼ਬਦ ਸਪਰਸ਼ ਜਿਹੜਾ ਉਹ ਇੱਕ ਹਰਿਆਰਕੀ ਬਣਾਈ ਵੀ ਕਿਵੇਂ ਜੁੜੀਆਂ ਹੋਈਆਂ ਨੇ ਚੀਜ਼ਾਂ ਆਪਸ ਦੇ ਵਿੱਚ। ਇੰਟਰੈਕਸ਼ਨ ਜਿਹੜਾ ਉਹ ਦੋ ਕਿਸਮਾਂ ਦਾ ਹੈ, ਰੈਗੂਲਰ ਹੁੰਦਾ ਜਾਂ ਇਰਰੈਗੂਲਰ ਹੁੰਦਾ। ਅਸੀਂ ਕਈ ਵਾਰੀ ਸਡਨਲੀ ਗਰਮੀ ਹੋ ਜਾਂਦੀ ਹੈ, ਸਡਨਲੀ ਉਹੀ ਹਵਾ ਆ ਜਾਂਦੀ ਹੈ, ਅਸੀਂ ਕਹਿੰਦੇ ਰੱਬ ਵੀ ਕੀ ਕਰਨ ਲੱਗਿਆ ਹੋਇਆ, ਕਿਹੜਾ ਮੌਸਮ ਹੈ, ਕੀ ਕਰਨ, ਵਿਚ ਮੀਨਸ ਕਿ ਕੁਛ ਇਰਰੈਗੂਲਰ ਹੋ ਰਿਹਾ, ਜਿਹੜਾ ਨੋਰਮਲ ਨਹੀਂ ਹੈ। ਅਸੀਂ ਆਮ ਤੌਰ 'ਤੇ ਸਾਡੀ ਪਰਸੈਪਸ਼ਨ ਜਿਹੜੇ ਲਈ ਨੋਰਮਲ ਬਣੀ ਹੋਈ ਹੈ ਕਿ ਇਹ ਤੋਂ ਬਾਅਦ ਇਹ ਚੀਜ਼ ਹੁੰਦੀ ਹੈ, ਉਹ ਤੋਂ ਪਿੱਛੋਂ ਇਹ ਚੀਜ਼ ਹੁੰਦੀ ਹੈ। ਮਤਲਬ ਅਸੀਂ ਇੱਕ ਔਰਡਰ ਆਪਣੇ ਮਾਈਂਡ ਦੇ ਵਿੱਚ ਬਣਾਇਆ ਹੁੰਦਾ ਚੀਜ਼ਾਂ ਦਾ, ਉਹਨਾਂ ਦੇ ਆਪਸੀ ਸੰਬੰਧਾਂ ਦਾ। ਪਰ ਜਦੋਂ ਉਹਨਾਂ 'ਚ ਕੋਈ
कह लो रेगूलर चीज़ ਜਾਂ इरेगूलर चीज़ ਹੁੰਦੀ ਹੈ ਤਾਂ ਅਸੀਂ ਇਹ ਹਿਸਾਬ ਲਾ ਲੈਂਦੇ ਹਾਂ ਕਿ ਨਹੀਂ ਇਹ ਨੋਰਮਲ ਨਹੀਂ ਹੈ, ਇਹ ਇਰੈਗੂਲਰ ਇੰਟਰੈਕਸ਼ਨ ਹੈ। ਜਿਹੜਾ ਰੈਗੂਲਰ ਇੰਟਰੈਕਸ਼ਨ ਹੈ ਹੌਲੀ ਹੌਲੀ ਤੁਸੀਂ ਦੇਖੋਗੇ ਉਹਦੇ ਪੈਟਰਨ ਬਣ ਜਾਂਦੇ ਨੇ ਕਿ ਜੀ ਸਿਆਲ ਆਉਂਦਾ ਹੈ, ਉਹ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਮੌਸਮ ਬਦਲਦਾ ਹੈ, ਫਿਰ ਗਰਮੀ ਆਉਂਦੀ ਹੈ, ਗਰਮੀ ਤੋਂ ਬਾਅਦ ਬਰਸਾਤ ਆਉਂਦੀ ਹੈ, ਉਹਦੇ ਨਾਲ ਫਿਰ ਫਸਲਾਂ ਬੀਜੀਆਂ ਜਾਂਦੀਆਂ ਨੇ, ਹਾੜੀ ਹੈ, ਸੌਣੀ ਹੈ, ਕਿੰਨਾ ਸਾਰੀ ਲਾਈਫ ਐਵੇਂ ਹੀ ਚੱਲਦੀ ਹੈ। ਇਹ ਸਾਰਾ ਕੁਛ ਪੈਟਰਨਸ ਦੇ ਵਿੱਚ ਵੱਜ ਜਾਂਦਾ ਹੈ, ਪਰ ਉਹਨੂੰ ਅਸੀਂ ਰੈਗੂਲਰ ਪੈਟਰਨਸ ਕਹਿੰਦੇ ਹਾਂ ਜਿਹੜੇ ਵੀ ਬਣਦੇ ਨੇ ਉਹ। ਸੋ ਰਿਲੇਸ਼ਨਸ ਦਾ ਮੋਟਾ ਸੰਸਾਰ ਹੈ ਜਿਹੜਾ, ਉਹਦੇ 'ਚ 5-4 ਚੀਜ਼ਾਂ ਪੱਕੀਆਂ ਹੁੰਦੀਆਂ ਹੀ ਨੇ। ਇਹ ਨੌਨ ਹਿਊਮਨ ਵਰਲਡ ਜਿਹੜਾ ਹੈ ਉਹਦੇ 'ਚ ਰਿਲੇਸ਼ਨਸ ਨੇ ਜਿਹੜੇ ਪੱਕੇ ਵਰਗੇ ਇਸ ਕਰਕੇ ਨੇ, ਸਾਇੰਸ ਦਾ ਸਾਰਾ ਜ਼ੋਰ ਇਸ ਗੱਲ ਦੇ ਉੱਪਰ ਖੜਾ ਸੀ ਕਿ ਉਹਦੇ 'ਚ ਰੈਗੂਲੇਟਰੀ ਬਹੁਤ ਜ਼ਿਆਦਾ ਹੈ। ਈਵਨ ਜਿਹੜੀ ਇਰੈਗੂਲੇਟਰੀ ਹੈ ਉਹ ਵੀ ਸਾਇੰਟੀਫਿਕ ਤਰੀਕੇ ਨਾਲ ਐਕਸਪਲੇਨ ਹੋ ਜਾਂਦੀ ਹੈ, ਸਾਰੀ ਸਾਇੰਸ ਇਸੇ ਗੱਲ ਦੇ ਉੱਪਰ ਹੀ ਖੜੀ ਹੈ। ਪਰ ਜਿਹੜਾ ਹਿਊਮਨ ਵਰਲਡ ਹੈ ਇਹਦੇ 'ਚ ਇੰਟਰੈਕਸ਼ਨ, ਉਹਦੇ ਪੈਟਰਨਸ, ਉਹਦੇ ਲੈਵਲ ਬੜੇ ਨੇ, ਇਹ ਗੁੰਝਲਦਾਰ ਹੈ। ਇਸੇ ਕਰਕੇ ਤੁਸੀਂ ਦੇਖੋਗੇ ਕਿ ਪਹਿਲਾਂ ਜਦੋਂ ਐਜੂਕੇਸ਼ਨ ਜਾਂ ਨੌਲੇਜ ਜਿਹੜੀ ਚੱਲ ਰਹੀ ਸੀ ਉਹਦੇ ਵਿੱਚ ਜ਼ਿਆਦਾਤਰ ਵਿਸ਼ਵਾਸ ਸੀਗੇ, ਲੋਕ ਵਿਸ਼ਵਾਸ ਕਰ ਲੈਂਦੇ ਸੀ ਕਿ ਇਸ ਤਰ੍ਹਾਂ ਕਿਹਾ ਜੀ ਰੱਬ ਹੈ ਜੀ, ਸਵਰਗ ਹੈ ਜੀ, ਨਰਕ ਹੈ ਜੀ। ਸਾਇੰਸ ਜਦੋਂ ਆਈ ਤਾਂ ਸਾਇੰਸ ਡਾਊਟ ਦੇ ਉੱਪਰ ਖੜੀ ਹੈ। ਸਾਰਾ ਧਰਮ, ਜੇ ਆਪਾਂ ਸਾਰੇ ਧਰਮਾਂ ਦਾ ਇੱਕ ਰੂਲ ਹੈ, ਉਹ ਫੇਥ ਦੇ ਉੱਪਰ ਖੜੇ ਨੇ ਕਿ ਜੀ ਇੱਦਾਂ ਹੀ ਹੁੰਦਾ ਹੈ, ਅੱਖਾਂ ਮੀਚ ਕੇ ਮੰਨ ਲਓ। ਸਾਇੰਸ ਡਾਊਟ 'ਤੇ ਖੜੀ ਹੈ ਕਿ ਅੱਖਾਂ ਨਾ ਮੀਚ ਕੇ ਮੰਨੋ, ਡਾਊਟ ਕਰੋ ਹਰ ਚੀਜ਼ ਦੇ ਉੱਪਰ ਕਿ ਕਿਉਂ ਹੋ ਰਿਹਾ, ਸਵਾਲ ਕਰੋ ਹਰ ਚੀਜ਼ ਨੂੰ। ਸੋ ਇਹ ਦੋ ਚੀਜ਼ਾਂ ਹਿਊਮਨ ਵਰਲਡ ਦੇ ਵਿੱਚ ਸਾਡੇ ਹੈਗੀਆਂ ਨੇ। ਸਾਡਾ ਮਾਈਂਡ ਹੈ ਜਿਹੜਾ ਉਹ 'ਚ ਡਾਊਟ ਵੀ ਹੈ, ਫੇਥ ਵੀ ਹੈ, ਦੋਨੇ ਚੀਜ਼ਾਂ ਨੇ ਉਹ। ਸੋ ਇੱਥੇ ਆਪਾਂ ਇੰਨਾ ਕਿ ਇਹਨੂੰ ਇਹ ਕਈ ਸਲਾਈਡਾਂ ਨੇ ਮੈਂ ਬਣਾਈਆਂ ਹੋਈਆਂ ਸੀ, ਜਿਹੜਾ ਨੋਰਮਸ ਨਾਲ ਗਵਰਨ ਹੁੰਦਾ ਜਿਹੜਾ ਇੰਟਰੈਕਸ਼ਨ ਹਿਊਮਨ ਵਰਲਡ ਦੇ ਵਿੱਚ। ਇਹ ਥੋੜ੍ਹਾ ਅੱਗੇ ਜਾਵਾਂਗੇ ਹੋਰ ਗੁੰਝਲ ਆਊਗੀ ਥੋੜ੍ਹੀ। ਮਤਲਬ ਹਿਊਮਨ ਇੰਟਰੈਕਸ਼ਨ ਦੇ ਵਿੱਚ ਪੈਟਰਨ ਆਫ ਇੰਟਰੈਕਸ਼ਨ ਹੈਗੇ ਨੇ, ਪਰ ਸਾਡੇ ਇੰਟਰੈਕਸ਼ਨ ਦੇ ਵਿੱਚ ਇਹ ਹੈ ਕਿ ਕੁਛ ਸਾਡੇ ਪੈਟਰਨ ਨੇ ਜਿਹੜੇ ਨੋਰਮ ਗਵਰਨਡ ਨੇ, ਅਸੀਂ ਰੂਲ ਬਣਾ ਲੈਂਦੇ ਹਾਂ ਕਿ ਜੀ ਇਸ ਤਰ੍ਹਾਂ ਹੀ ਹੋਊਗਾ। ਲੈਕਚਰ ਕਰਨ ਵਾਲਾ ਬੰਦਾ ਇੱਥੇ ਹੀ ਖੜਾ ਹੋਊਗਾ, ਬੈਠਣ ਵਾਲੇ ਨੇ ਜਿਹੜੇ ਉਹ ਇੱਧਰ ਹੀ ਬੈਠਣਗੇ, ਇੱਧਰ ਵਾਲਾ ਬੰਦਾ ਪੂਰਾ ਜ਼ੋਰ ਲਾ ਕੇ ਸਮਝਾਉਣ ਦੀ ਕੋਸ਼ਿਸ਼ ਕਰੂਗਾ, ਇੱਧਰ ਜਿਹੜੇ ਬੈਠੇ ਨੇ ਜੇ ਉਹਦੇ ਨਹੀਂ ਵੀ ਸਮਝ ਆ ਰਿਹਾ ਤਾਂ ਉਹ ਸਿਰ ਜ਼ਰੂਰ ਮਾਰਨਗੇ। ਮਤਲਬ ਇਹ ਨੋਰਮਸ ਬਣ ਜਾਂਦੇ ਨੇ ਹੌਲੀ ਹੌਲੀ ਕਿ ਜੀ ਸਮਝ ਆ ਗਿਆ ਕਿ ਨਹੀਂ ਆ ਗਿਆ। ਅਕਸਰ ਅਸੀਂ ਮਤਲਬ ਜਦੋਂ ਟੀਚਰ ਕਲਾਸ ਦੇ ਵਿੱਚ, ਮੈਂ ਤਾਂ ਬਿਲਕੁਲ ਹੀ ਪਿੱਛੇ ਹੀ ਬੈਠਾ ਹੁੰਦਾ ਸੀ, ਜੋ ਟੀਚਰ ਮਾੜੇ ਹੁੰਦੇ ਨੇ ਉਹ ਪਿਛਲੇ ਨੂੰ ਹੀ ਪੁੱਛਦੇ ਨੇ ਅਕਸਰ। ਸੋ ਇਹ ਹੁੰਦਾ ਸੀ ਵੀ ਨਾ ਹੀ ਦਿਖੀਏ ਇਹਨੂੰ ਕਿਵੇਂ ਨਾ ਕਿਵੇਂ, ਜਾਂ ਕੋਈ ਮੂਹਰੇ ਵੱਡਾ ਹੀ ਸਾਰਾ ਬੈਠਾ ਹੋਵੇ ਕਿਵੇਂ ਨਾ ਕਿਵੇਂ ਸਰ ਜਾਵੇ, ਇਹਦੀ ਨਿਗਾਹ ਤੋਂ ਬਚ ਜਾਈਏ ਕਿਵੇਂ ਨਾ ਕਿਵੇਂ, ਖਾਸ ਕਰਕੇ ਜੇ ਸਵਾਲ ਪੁੱਛਣ ਵਾਲਾ ਹੋਵੇ, ਕਿਉਂਕਿ ਨੋਰਮਸ ਨੇ। ਪਰ ਇਹਨਾਂ ਨੋਰਮਸ ਦੇ ਵਿੱਚ ਹੀ ਥੋੜ੍ਹੀ ਜਿਹੀ ਸਪੇਸ ਹੁੰਦੀ ਹੈ ਜਿਹੜੀ ਆਪਾਂ ਡਿਸਕਸ ਕਰਾਂਗੇ, ਉਹ ਰਿਲੇਸ਼ਨਸ ਦੇ ਵਿੱਚ ਹੀ ਅੱਗੇ ਆਉਂਦੀ ਹੈ। ਸੋ ਇਹ ਅਜੇ ਸਿਰਫ ਇੰਨਾ ਹੀ ਬਹੁਤ ਹੈ ਕਿ ਰਿਲੇਸ਼ਨ ਹੁੰਦੇ ਨੇ, ਰਿਲੇਸ਼ਨ ਇੰਟਰੈਕਸ਼ਨ 'ਤੇ ਬੇਸਡ ਨੇ। ਇੰਟਰੈਕਸ਼ਨ ਰੈਗੂਲਰ ਹੁੰਦਾ, ਇਰੈਗੂਲਰ ਵੀ ਹੋ ਸਕਦਾ ਹੈ। ਹਿਊਮਨ ਇੰਟਰੈਕਸ਼ਨ ਹੈ ਜਿਹੜਾ ਉਹ ਥੋੜ੍ਹਾ ਫਿਜ਼ੀਕਲ ਜਿਹੜਾ ਵਰਲਡ ਹੈ ਉਹਦੇ ਨਾਲੋਂ ਗੁੰਝਲਦਾਰ ਚੀਜ਼ ਹੈ। ਉਹਦੇ 'ਚ ਜਿਹੜੇ ਪੈਟਰਨਸ ਆਫ ਬਿਹੇਵੀਅਰ ਨੇ, ਪੈਟਰਨਸ ਆਫ ਇੰਟਰੈਕਸ਼ਨ ਨੇ, ਉਹ ਥੋੜ੍ਹਾ ਹੋਰ ਜ਼ਿਆਦਾ ਧਿਆਨ ਮੰਗਦੇ ਨੇ। ਆਪਾਂ ਅੱਗੇ ਡਿਸਕਸ ਕਰਾਂਗੇ, ਪਰ ਇਹ ਤੋਂ ਪਹਿਲਾਂ ਆਪਾਂ ਇੱਕ ਸਟੈਪ ਹੋਰ ਕਰ ਲਈਏ ਕਿ ਅਸੀਂ ਵਰਡ ਯੂਜ਼ ਕਰਦੇ ਹਾਂ ਸੋਸ਼ਲ ਰਿਲੇਸ਼ਨਸ ਜਾਂ ਸੁਸਾਇਟੀ। ਦੋ ਲਫ਼ਜ਼ ਅਸੀਂ ਅਕਸਰ ਵਰਤਦੇ ਹਾਂ, ਸਾਰੇ ਵਰਤਦੇ ਹਾਂ, ਸਾਰਿਆਂ ਨੂੰ ਤੁਹਾਨੂੰ ਪਤਾ ਵੀ ਹੈ ਮੀਨਿੰਗ ਇਹਨਾਂ ਦਾ। ਮੈਨੂੰ ਵੀ ਇਹ ਭੁਲੇਖਾ ਸੀ ਕਿ ਮੈਨੂੰ ਪਤਾ ਹੈ ਇਸ ਗੱਲ ਦਾ। ਅੱਛਾ, ਅਸੀਂ ਜਦੋਂ ਪੜ੍ਹਨ ਲੱਗੇ ਤਾਂ ਉਹਦੇ 'ਚ ਇਹ ਹੋਇਆ ਜੀ ਸੋਸ਼ਲ ਉਹ ਹੁੰਦਾ ਜਿਹਦੇ 'ਚ ਦੋ ਬੰਦੇ ਸ਼ਾਮਿਲ ਹੋਣ, ਇਸ ਤਰ੍ਹਾਂ ਹੋਵੇ, ਰੂਲਸ ਬਣ ਜਾਣ। ਸੁਸਾਇਟੀ ਉਹ ਹੁੰਦੀ ਹੈ, ਇਹ ਵੈਬ ਆਫ ਰਿਲੇਸ਼ਨਸ਼ਿਪ ਹੁੰਦਾ, ਮਤਲਬ ਇਸ ਤਰ੍ਹਾਂ। ਅਸੀਂ, ਮੇਰੇ ਕੋਲ ਇੱਕ ਲੜਕੀ ਆਈ ਚੰਡੀਗੜ੍ਹ ਤੋਂ, ਉਹ IAS ਕਰਨਾ ਚਾਹੁੰਦੀ ਸੀ ਅਤੇ ਉਹਨੇ ਕਿਹਾ ਵੀ ਮੈਨੂੰ ਸੋਸ਼ੋਲੋਜੀ 'ਚ ਨੰਬਰ ਕਾਫੀ ਆ ਜਾਂਦੇ ਨੇ, IAS ਪਾਪੂਲਰ ਇਹ ਸਬਜੈਕਟ ਹੈਗਾ। ਉਹਨੇ ਕੋਈ ਥੋੜ੍ਹੀ ਬਹੁਤ ਟ੍ਰੇਨਿੰਗ ਲੈਣੀ ਸੀਗੀ, ਥੋੜ੍ਹਾ ਬਹੁਤ ਡਿਸਕਸ ਕਰਨਾ ਸੀ, ਅਤੇ ਮੈਨੂੰ ਉਹ ਕਹਿੰਦੀ ਜੀ ਮੈਨੂੰ ਆਉਂਦਾ ਸਾਰਾ ਕੁਛ ਵੈਸੇ, ਪਰ ਤੁਸੀਂ ਕੰਪੀਟੀਸ਼ਨ ਦੇ ਹਿਸਾਬ ਦੇ ਨਾਲ ਮੈਨੂੰ ਦੱਸ ਦਿਓ। ਮੈਨੂੰ ਖਿਆਲ ਆਇਆ, ਮੈਂ ਉਹ ਗ੍ਰੰਥ ਪੜ੍ਹਿਆ ਸੀ ਯੋਗ ਵਿਸ਼ਿਸ਼ਟ, ਤੁਸੀਂ ਸੁਣਿਆ ਹੋਣਾ। ਯੋਗ ਵਿਸ਼ਿਸ਼ਟ ਇੱਕ ਹਿੰਦੂਇਜ਼ਮ 'ਚ ਬੜਾ ਮਸ਼ਹੂਰ ਗ੍ਰੰਥ ਹੈ। ਉਹਦੇ 'ਚੋਂ ਰਾਮਚੰਦਰ ਨੂੰ ਭੇਜਿਆ ਰਿਸ਼ੀ ਵਿਸ਼ਿਸ਼ਟ ਦੇ ਕੋਲ ਵਿਸ਼ਵਾਮਿੱਤਰ ਨੇ ਕਿ ਤੂੰ ਸਿੱਖਿਆ ਲੈ ਉਹਦੇ ਤੋਂ। ਬਹੁਤ ਵੱਡਾ ਟੀਚਰ ਸੀ ਉਹ। ਰਾਮਚੰਦਰ ਜਦੋਂ ਉਹਦੇ ਕੋਲ ਗਿਆ, ਕਿਉਂਕਿ ਉਹ ਜਾਣੀ ਜਾਣ ਸੀ, ਉਹ ਕਹਿੰਦਾ ਮੈਨੂੰ ਪਤਾ ਹੈ ਤੂੰ ਪਰਮਾਤਮਾ ਵਿਸ਼ਨੂੰ ਦਾ ਅਵਤਾਰ ਹੈ ਅਤੇ ਸਾਰਾ ਕੁਛ ਤੇਰਾ ਹੀ ਹੈ, ਤੈਨੂੰ ਪਤਾ ਹੀ ਹੈ ਸਭ ਕੁਛ, ਪਰ ਫਿਰ ਵੀ ਤੂੰ ਮੇਰਾ ਸਟੂਡੈਂਟ ਬਣ ਕੇ ਆਇਆ ਤਾਂ ਮੈਂ ਇਹ ਜ਼ਰੂਰ ਜਾਣਨਾ ਚਾਹੂੰਗਾ ਕਿ ਤੂੰ ਯੋਗ ਸਟੂਡੈਂਟ ਹੈ ਵੀ ਕਿ ਨਹੀਂ, ਇਸ ਕਰਕੇ ਆਪਣੇ ਆਪ ਬਾਰੇ ਦੱਸ।
ਨਾਲ ਉਹਨੇ ਕਿਹਾ, ਕਹਿੰਦਾ ਵੀ ਉਹ ਟੀਚਰ ਮੂਰਖ ਹੈ ਜਿਹੜਾ ਸਟੂਡੈਂਟ ਦੀ ਪਾਤਰਤਾ ਬਿਨਾਂ ਜਾਣੇ ਹੀ ਪੜ੍ਹਾਉਣ ਲੱਗ ਜਾਂਦਾ ਹੈ। ਮੈਂ ਵੀ ਸੋਚਿਆ ਵੀ ਯੋਗ ਵਿਸ਼ਿਸ਼ਟ ਦੀ ਤਰ੍ਹਾਂ ਮੈਂ ਲੜਕੀ ਨੂੰ ਪੁੱਛ ਤਾਂ ਲਵਾਂ ਇਹਨੂੰ, ਇਹ ਤਾਂ ਕਹਿੰਦੀ ਹੈ ਮੈਨੂੰ ਆਉਂਦਾ ਹੈ। ਮੈਂ ਉਹਨੂੰ ਕੁਛ ਕਿਹਾ ਕਿ ਬੇਟਾ ਸੋਸ਼ਲ ਕੀ ਹੁੰਦਾ? ਉਹ ਕਹਿੰਦੀ ਜੀ ਸੋਸ਼ਲ ਇਹ ਹੁੰਦਾ ਵੀ ਜਿੱਥੇ ਦੋ ਇੰਡੀਵਿਜੂਅਲਸ ਆਪਸ ਵਿੱਚ ਇੰਟਰੈਕਟ ਕਰਦੇ ਨੇ ਅਤੇ ਨੋਰਮ ਗਵਰਨਡ ਬਿਹੇਵੀਅਰ ਹੁੰਦਾ ਉਹ। ਮੈਂ ਕਿਹਾ ਵੀ ਸੁਸਾਇਟੀ, ਕਹਿੰਦੀ ਜੀ ਸੋਸ਼ਲ ਰਿਲੇਸ਼ਨਸ ਦਾ ਨੈਟਵਰਕ ਹੈ ਇਹ। ਮੈਂ ਕਿਹਾ ਤੁਸੀਂ ਕੁੱਤਾ ਰੱਖਿਆ ਘਰੇ ਕਦੇ? ਉਹ ਕਹਿੰਦੀ ਹਾਂ ਜੀ ਰੱਖਿਆ ਹੋਇਆ। ਮੈਂ ਕਿਹਾ ਜਿਹੜਾ ਕੁੱਤੇ ਨਾਲ ਤੁਹਾਡਾ ਰਿਸ਼ਤਾ ਹੈ ਕੀ ਉਹ ਸੋਸ਼ਲ ਹੈ? ਉਹ ਥੋੜ੍ਹੀ ਦੇਰ ਲਈ ਮਤਲਬ ਉਹਨੂੰ ਸਮਝ ਨਹੀਂ ਆਈ ਵੀ ਮੈਂ ਇਹ ਕਿਸ ਤਰ੍ਹਾਂ ਐਕਸਪਲੇਨ ਕਰਾਂ। ਮੈਂ ਕਿਹਾ ਉਹਦੇ 'ਚ ਸਾਰਾ ਕੁਝ ਸੋਸ਼ਲ ਰਿਲੇਸ਼ਨਸ਼ਿਪਸ ਵਾਲਾ ਹੈਗਾ, ਰੈਸੀਪ੍ਰੋਸਿਟੀ ਜਿਹੜੀ ਅਸੀਂ ਕਹਿੰਦੇ ਹਾਂ, ਲੈਣ ਦੇਣ ਹੈ, ਇੰਟਰਡਿਪੈਂਡੈਂਸ ਹੈ, ਦੋ ਐਲੀਮੈਂਟ ਇੰਟਰੈਕਟ ਵੀ ਕਰ ਰਹੇ ਨੇ ਪਰ ਉਹ ਸੋਸ਼ਲ ਹੈ ਰਿਲੇਸ਼ਨਸ਼ਿਪ। ਉਹ ਕਹਿੰਦੀ ਜੀ ਮੈਨੂੰ ਨਹੀਂ ਪਤਾ ਇਹ ਗੱਲ ਦਾ। ਸਾਡੇ ਅਸਲ ਦੇ ਵਿੱਚ ਸੋਸ਼ੋਲੋਜੀ 'ਚ ਬਹੁਤ ਸਾਰੇ ਸੰਕਲਪ ਨੇ, ਈਵਨ ਜਿਹੜਾ ਵੈਬ ਆਫ ਰਿਲੇਸ਼ਨਸ਼ਿਪਸ, ਅਸੀਂ ਉਹਦੀ ਬਰੀਕੀ 'ਚ ਨਹੀਂ ਜਾਂਦੇ। ਲਫ਼ਜ਼ ਵਰਤੀ ਜਾਂਦੇ ਹਾਂ, ਜੁਗੋ ਜੁਗ ਅਟੱਲ ਚੱਲ ਰਹੇ ਨੇ ਉਹ, ਪਰ ਅਸੀਂ ਉਹਨਾਂ ਦੀ ਬਰੀਕੀ 'ਚ ਨਹੀਂ ਸਮਝਦੇ ਵੀ ਇਹਦਾ ਮਤਲਬ ਕੀ ਹੈ, ਕਿ ਕੋਈ ਮਤਲਬ ਹੈ ਜਾਂ ਕਈ ਮਤਲਬ ਨੇ। ਸੋ ਜਦੋਂ ਅਸੀਂ ਲਫ਼ਜ਼ ਸੋਸ਼ਲ ਵਰਤਦੇ ਹਾਂ, ਐਕਚੁਅਲੀ ਇਹਦਾ ਮਤਲਬ ਇਹ ਹੈ ਕਿ ਦੇਅਰ ਆਰ ਐਟ ਲੀਸਟ ਟੂ ਪੀਪਲ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਟਰੈਕਸ਼ਨ ਕਰ ਰਹੇ ਨੇ। ਇਹਦੀ ਆਪਾਂ ਥੋੜ੍ਹੀ ਬਰੀਕੀ ਦੇਖਾਂਗੇ ਇਹਦੀ। ਮੰਨ ਲਓ ਦੋ ਬੰਦੇ ਮਿਲਦੇ ਨੇ ਆਪਸ ਦੇ ਵਿੱਚ, ਇੱਕ ਦੂਜੇ ਦਾ ਨਾਂ ਨੂੰ ਪੁੱਛਦੇ ਨੇ, ਚਲੇ ਜਾਂਦੇ ਨੇ, ਇਹ ਕੋਈ ਸੁਸਾਇਟੀ ਸੋਸ਼ਲ ਰਿਲੇਸ਼ਨ ਨਹੀਂ ਬਣਿਆ। ਪਰ ਉਹ ਮਿਲ ਕੇ ਉਹਨਾਂ ਦੀ ਦੋਸਤੀ ਹੋ ਜਾਂਦੀ ਹੈ ਅਤੇ ਉਹ ਤੈਅ ਕਰ ਲੈਂਦੇ ਨੇ ਵੀ ਆਪਾਂ 5 ਵਜੇ ਰੋਜ਼ ਲਾਇਬ੍ਰੇਰੀ ਦੇ ਅੱਗੇ ਜਾਂ ਪਿੱਛੇ ਜਾਂ ਲਾਇਬ੍ਰੇਰੀ ਦੇ ਵਿੱਚ ਕਿਤੇ ਮਿਲਿਆ ਕਰਾਂਗੇ, ਵਟ ਐਵਰ। ਦੁਕਾਨਦਾਰ ਨਾਲ ਇਸੇ ਤਰ੍ਹਾਂ ਹੀ ਹੋ ਜਾਂਦਾ ਹੈ ਕਿ ਅਸੀਂ ਭਾਈ ਤੇਰੇ ਤੋਂ ਦੁੱਧ ਲਿਆ ਕਰਾਂਗੇ ਇੰਨੇ ਪੈਸੇ ਦੇ। ਜਿਹੜੀ ਇਹ ਚੀਜ਼ ਹੈ ਕਿ ਫਿਊਚਰ ਦੇ ਵਿੱਚ ਅਸੀਂ ਇਸ ਤਰ੍ਹਾਂ ਕਰਾਂਗੇ, ਇੱਦਾਂ ਬਿਹੇਵ ਕਰਾਂਗੇ, ਇਹ ਉਹਨਾਂ ਤੋਂ ਇੰਡੀਪੈਂਡੈਂਟ ਹੋ ਜਾਂਦੀ ਹੈ। ਜਿਨ੍ਹਾਂ ਨੇ 5 ਵਜੇ ਮਿਲਣ ਦਾ ਵਾਅਦਾ ਕਰਿਆ ਸੀ, ਦੂਜਾ ਨਹੀਂ ਆਇਆ, ਇਹ ਚੀਜ਼ ਇੱਕ ਪ੍ਰੈਸ਼ਰ ਦੇ ਤੌਰ 'ਤੇ ਉਹਦੇ ਕੰਮ ਕਰੂਗੀ। ਜਿਹੜਾ ਆ ਗਿਆ ਉਹਨੂੰ ਰਾਈਟ ਹੈ ਕਿ ਉਹਨੂੰ ਪੁੱਛੇ ਵੀ ਤੂੰ ਕਿਉਂ ਨਹੀਂ ਇਹ ਰੂਲ ਮੰਨਿਆ। ਇਹ ਜਿਹੜਾ ਰੂਲ ਬਣਾ ਲਿਆ ਉਹਨਾਂ ਨੇ ਆਪਸ ਦੇ ਵਿੱਚ, ਜਿਹਨੂੰ ਅਸੀਂ ਨੋਰਮ ਕਹਿੰਦੇ ਹਾਂ, ਐਕਚੁਅਲੀ ਇਹ ਸੋਸ਼ਲ ਹੈ। ਇਹ ਉਹ ਦੋਨਾਂ ਤੋਂ ਇੰਡੀਪੈਂਡੈਂਟ ਹੋ ਜਾਂਦਾ ਹੈ। ਜਿਸ ਤਰ੍ਹਾਂ ਪਾਣੀ ਦੋ ਚੀਜ਼ਾਂ ਮਿਲ ਕੇ ਬਣਦਾ, ਕੀ ਮਿਲ ਕੇ ਬਣਦਾ ਵੈਸੇ ਪਾਣੀ? ਹਾਈਡਰੋਜਨ ਅਤੇ ਆਕਸੀਜਨ ਮਿਲ ਕੇ ਪਾਣੀ ਬਣ ਜਾਂਦਾ ਹੈ। ਕੀ ਜਦੋਂ ਪਾਣੀ ਬਣ ਜਾਂਦਾ ਅਸੀਂ ਉਹ 'ਚ ਹਾਈਡਰੋਜਨ ਅਤੇ ਆਕਸੀਜਨ ਦੇਖ ਸਕਦੇ ਹਾਂ ਵੀ ਆਹ ਪਈ ਹੈ ਅਤੇ ਇਹ ਪਈ ਹੈ? ਇਹ ਸੋਸ਼ਲ ਐਵੇਂ ਹੀ ਹੈ। ਇਹ ਜਦੋਂ ਦੋ ਬੰਦੇ, ਦੋ ਐਕਟਰ ਸਮਾਏ ਗਏ ਉਹਦੇ 'ਚ, ਇੱਕ ਰੂਲ ਬਣ ਗਿਆ, ਉਹ ਉਹਨਾਂ ਤੋਂ ਇੱਕ ਤੀਜੀ ਚੀਜ਼ ਇੰਡੀਪੈਂਡੈਂਟ ਹੋ ਗਈ ਜਿਹੜੀ ਉਹਨਾਂ ਨੂੰ ਕੰਟਰੋਲ ਕਰਨ ਲੱਗ ਜਾਂਦੀ ਹੈ। ਇੱਦਾਂ ਹੀ ਸੁਸਾਇਟੀ ਸਾਨੂੰ ਕੰਟਰੋਲ ਕਰਦੀ ਹੈ। ਸੋ ਇਹ ਸੋਸ਼ਲ ਹੈ ਕਿ ਜਿਹੜਾ ਐਗਰੀਡ ਨੋਰਮ ਹੈ ਦੋ ਬੰਦਿਆਂ 'ਚ, ਗਰੁੱਪਾਂ 'ਚ, ਦੇਸ਼ਾਂ 'ਚ, ਸਾਰੀ ਦੁਨੀਆ 'ਚ, ਉਹ ਸੋਸ਼ਲ ਹੈ। ਅਸੀਂ ਇਹ ਸਮਝਦੇ ਸੀ ਵੀ ਉਹ ਜਦੋਂ ਮਰਜ਼ੀ ਉਹਨੂੰ ਡਿਜ਼ੋਲਵ ਕਰ ਲੈਣ, ਉਹ ਨਹੀਂ ਹੁੰਦਾ। ਉਹਨਾਂ ਤੋਂ ਇੰਡੀਪੈਂਡੈਂਟ ਹੋ ਜਾਂਦੇ, ਉਹਨੂੰ ਫਿਰ ਉਹ ਬਦਲ ਨਹੀਂ ਸਕਦੇ। ਇੱਕ ਦੂਜੇ ਦੀ ਸਹਿਮਤੀ ਨਾਲ ਬਦਲ ਸਕਦੇ ਨੇ, ਪਰ ਅਕਸਰ ਉਹ ਬੜਾ ਪ੍ਰੈਸ਼ਰਾਈਜ਼ਿੰਗ ਹੁੰਦਾ ਹੈ, ਜਿਹਨੂੰ ਹੌਲੀ ਹੌਲੀ ਆਪਾਂ ਦੇਖਾਂਗੇ। ਉਹਨੂੰ ਸੋਸ਼ਲ ਫੈਕਟ ਡੁਰਖਾਈਮ ਨੇ ਕਿਹਾ ਕਿ ਸੋਸ਼ਲ ਫੈਕਟ ਨੇ ਉਹ ਜਿਹੜੇ ਕਹਿੰਦਾ ਸਾਡੇ ਤੋਂ ਐਕਸਟਰਨਲ ਨੇ, ਸਾਡੇ ਤੋਂ ਪਹਿਲਾਂ ਹੀ ਐਗਜ਼ਿਸਟ ਕਰ ਰਹੇ ਹੁੰਦੇ ਨੇ, ਪ੍ਰੈਸ਼ਰਾਈਜ਼ਿੰਗ ਨੇ, ਕੰਟਰੋਲਿੰਗ ਨੇ। ਉਹ ਸਾਡੇ ਉੱਪਰ, ਜੇ ਅਸੀਂ ਕਿਸੇ ਸੋਸ਼ਲ ਫੈਕਟ ਨੂੰ ਨਹੀਂ ਮੰਨਦੇ ਤਾਂ ਸਾਡੇ ਉੱਪਰ ਉਹਦਾ ਪ੍ਰਭਾਵ ਪੈਂਦਾ, ਪ੍ਰੈਸ਼ਰ ਪੈਂਦਾ ਉਸ ਗੱਲ ਦਾ। ਮੰਨ ਲਓ ਕਲਾਸ 'ਚ ਕੋਈ ਪਰਲੇ ਪਾਸੇ ਮੂੰਹ ਕਰਕੇ ਬੈਠਣਾ ਚਾਹੇ, ਉਹ ਨਹੀਂ ਬੈਠ ਸਕੂਗਾ ਕਿਉਂਕਿ ਬਾਕੀ ਸਾਰਾ ਜਿਹੜਾ ਸਟਰਕਚਰ ਹੈ ਉਹਨੂੰ ਪ੍ਰੈਸ਼ਰਾਈਜ਼ ਕਰੂਗਾ ਉਸ ਚੀਜ਼ ਨੂੰ। ਸੋ ਇਹ ਸੋਸ਼ਲ ਹੈ, ਸਾਨੂੰ ਦੇਖਣ ਨੂੰ ਬੜਾ ਥੋੜ੍ਹਾ ਲੱਗਦਾ ਹੈ ਪਰ ਇਹਦਾ ਸਾਡੀ ਲਾਈਫ ਦੇ ਵਿੱਚ ਰੋਲ ਬੜਾ ਹੈ। ਇਹਦੇ ਉੱਪਰ ਹੀ ਸੁਸਾਇਟੀ ਖੜ੍ਹੀ ਹੈ। ਸੁਸਾਇਟੀ ਨੂੰ ਅਸੀਂ ਵੈਬ ਆਫ ਰਿਲੇਸ਼ਨਸ਼ਿਪਸ ਕਹਿ ਦਿੰਦੇ ਹਾਂ, ਨੈਟਵਰਕ ਆਫ ਰਿਲੇਸ਼ਨਸ਼ਿਪਸ ਕਹਿ ਦਿੰਦੇ ਹਾਂ। ਇਹ ਤੋਂ ਅੱਗੇ ਨਹੀਂ ਅਸੀਂ ਜਾਂਦੇ ਕਿਉਂਕਿ ਇਹ ਤੋਂ ਅੱਗੇ ਜਾਣਾ ਬੜਾ ਔਖਾ ਹੈ। ਜਦੋਂ ਸੁਸਾਇਟੀ ਦਾ ਸਬਜੈਕਟ ਸੋਸ਼ੋਲੋਜੀ ਬਣਿਆ ਤਾਂ ਇਹ ਅਗਸਤ ਕੌਂਤ ਨੇ ਬਣਾਇਆ ਸੀ। ਸਾਇੰਸ ਦਾ ਬੜਾ ਜ਼ੋਰ ਸੀ, ਐਨਲਾਈਟਨਮੈਂਟ ਆਈ ਹੋਈ ਸੀ, ਹਰ ਪਾਸੇ ਸਾਇੰਸ ਹੋ ਰਹੀ ਸੀ। ਅਸੀਂ ਵੀ ਇੱਕ ਕੁਐਸਚਨ ਪਾਉਂਦੇ ਹਾਂ, ਤੁਸੀਂ ਪੜ੍ਹੀ ਹੋਣੀ ਜਿਨ੍ਹਾਂ ਨੇ ਸੋਸ਼ੋਲੋਜੀ, ਕਿ ਸੋਸ਼ੋਲੋਜੀ ਸਾਇੰਸ ਹੈ ਕਿ ਨਹੀਂ ਹੈ। ਮਤਲਬ ਇੰਨੀ ਦਹਿਸ਼ਤ ਸੀ ਸਾਇੰਸ ਦੀ ਕਿ ਸਾਡੇ ਜਿਹੜੇ ਬੰਦੇ ਸੀ ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਸਾਇੰਸ ਹੈ ਸਾਡੀ, ਇਹ ਤਾਂ ਸਾਰੇ ਸਮਾਜ ਨੂੰ ਚੀਰ ਫਾੜ ਕਰਕੇ, ਜਿਸ ਤਰ੍ਹਾਂ ਟੈਂਪਰੇਚਰ ਮਿਣ ਕੇ ਡਾਕਟਰ ਦੱਸ ਦਿੰਦਾ ਕਿ ਜੀ ਇੰਨਾ ਟੈਂਪਰੇਚਰ ਹੈ, ਇਹ ਉੱਦਾਂ ਦੀ ਸਾਇੰਸ ਹੈ। ਪਰ ਇਹਦੇ 'ਚ ਮੁਸ਼ਕਿਲ ਖੜੀ ਇਹ ਹੋਈ ਕਿ ਜਿਹੜਾ ਇਹਦਾ ਸਬਜੈਕਟ ਮੈਟਰ ਹੈ ਉਹ ਸਾਇੰਟੀਫਿਕ ਨਹੀਂ ਹੈ। ਇਹ ਮੇਜ਼ ਨੂੰ ਤਾਂ ਅਸੀਂ ਚੀਰ ਫਾੜ ਕੇ ਕਰਕੇ, ਉਬਾਲ ਕੇ, ਕੱਟ ਕੇ, ਮਾਰ ਕੇ ਦੇਖ ਸਕਦੇ ਹਾਂ। ਹਿਊਮਨ ਬੀਇੰਗ ਹੈ ਜਿਹੜਾ, ਹਿਊਮਨ ਬੀਇੰਗ ਬੜੀ ਖਤਰਨਾਕ ਸਬਜੈਕਟ ਹੈ ਬੜਾ।
ਪਸ਼ੂਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵਿਕਸਿਤ ਹੈ, ਉਹਦਾ ਮਾਈਂਡ ਸਭ ਤੋਂ ਜ਼ਿਆਦਾ ਵਿਕਸਿਤ ਹੈ। ਉਹਨੂੰ ਪਿਓਰਲੀ ਸਾਇੰਟੀਫਿਕ ਉਹਦੇ ਨਾਲ ਸਮਝਣਾ ਔਖਾ ਕੰਮ ਹੈ। ਇਹ ਤਾਂ ਫਿਰ ਬੜੀ ਹੌਲੀ ਹੌਲੀ ਇਹ ਚੀਜ਼ ਆਈ ਕਿ ਨਹੀਂ ਅਸੀਂ ਸੋਸ਼ਲ ਸਾਇੰਸ ਹਾਂ। ਫਿਰ ਹੌਲੀ ਹੌਲੀ ਸੋਸ਼ੋਲੋਜੀ ਆਫ ਰਿਲੀਜਨ ਐਂਡ ਮੀਨਿੰਗ ਇਹ ਕੌਨਸੈਪਟ ਆਏ। ਫਿਰ ਸਾਇੰਸ ਦਾ ਵੀ ਜਦ ਨੂੰ ਦਬਦਬਾ ਥੋੜ੍ਹਾ ਘਟ ਗਿਆ। ਪਰ ਅਦਰਵਾਈਜ਼ ਅਜੇ ਵੀ ਤੁਸੀਂ ਦੇਖੋਗੇ ਕਿ ਰਿਸਰਚ ਮੈਥਡੋਲੋਜੀ ਜਿਹੜੀ ਪੜ੍ਹਾਈ ਜਾਂਦੀ ਹੈ ਉਹ ਇਸ ਤਰ੍ਹਾਂ ਪੜ੍ਹਾਈ ਜਾਂਦੀ ਹੈ ਧਰਮ ਤੋਂ ਵੀ ਜ਼ਿਆਦਾ, ਕਿ ਜੀ ਮੈਥਡ ਜਿਹੜਾ ਹੈ ਜੇ ਤੁਸੀਂ ਉਹ ਨਹੀਂ ਫੋਲੋ ਕਰਿਆ ਬਸ ਬਿਬਲੋਗ੍ਰਾਫੀ ਨਹੀਂ ਠੀਕ ਤੁਹਾਡੀ। ਅਕਸਰ PhDਆਂ ਜਿਹੜੀਆਂ ਹੁੰਦੀਆਂ ਨੇ ਉਹਦੇ 'ਚ ਨਾ ਉਹ ਕੌਮੇ ਬਿੰਦੀਆਂ, ਜਿਹਨੇ ਥੀਸਿਸ ਨਹੀਂ ਪੜ੍ਹਿਆ ਹੁੰਦਾ ਬੇਸਿਕਲੀ ਐਗਜ਼ਾਮੀਨਰ ਨੇ ਨਾ, ਉਹ ਕੌਮੇ ਬਿੰਦੀਆਂ ਦੀਆਂ ਗਲਤੀਆਂ ਕੱਢ ਕੇ ਲਿਆਉਂਦਾ ਹੁੰਦਾ ਕਿ ਤੁਸੀਂ ਰਾਈਟਰ ਦਾ ਨਾਂ ਨਹੀਂ ਠੀਕ ਲਿਖਿਆ ਹੋਇਆ। ਅਕਸਰ ਉਹਦਾ ਮਤਲਬ ਹੁੰਦਾ ਉਹਨੇ ਥੀਸਿਸ ਨਹੀਂ ਪੜ੍ਹਿਆ। ਮੇਰੇ ਖੁਦ ਵਾਈਵੇ ਦੇ ਵਿੱਚ ਮੇਰੇ ਨਾਲ ਇਹ ਹੋਈ ਸੀ ਗੱਲ, ਉਹ ਕਿਤੇ ਫਿਰ ਸਟੋਰੀ ਸੁਣਾਵਾਂਗੇ ਤੁਹਾਨੂੰ। ਪਰ ਮੇਰੇ ਸੁਪਰਵਾਈਜ਼ਰ ਕਿਉਂਕਿ ਵੱਡੇ ਬੰਦੇ ਸੀ, ਲੰਡਨ ਸਕੂਲ ਆਫ ਇਕਨੋਮਿਕਸ ਤੋਂ ਆਏ ਸੀ, ਉਹ ਜਿਹੜਾ ਲੈਣ ਆਇਆ ਸੀ ਵਿਚਾਰਾ ਛੋਟਾ ਸੀ, ਉਹ ਹੱਸ ਕੇ ਉਹਨੂੰ ਕਹਿੰਦੇ ਥੀਸਿਸ ਤੂੰ ਪੜ੍ਹਿਆ ਨਹੀਂ। ਉਹ ਕਹਿੰਦਾ ਜੀ ਨਹੀਂ ਮੈਂ ਪੜ੍ਹਿਆ। ਕਹਿੰਦੇ ਫਿਰ ਤੇਰੇ ਸਮਝ ਨਹੀਂ ਆਇਆ। ਉਹ ਵਾਈਵਾ ਵਿਚਾਰੇ ਦਾ ਉਹਦਾ ਹੋ ਗਿਆ ਸੀ। ਪਰ ਇਹ ਅਸੀਂ ਇਹਦੇ ਗੁਲਾਮ ਹੋ ਜਾਂਦੇ ਇਹਨਾਂ ਚੀਜ਼ਾਂ ਦੇ, ਕਿ ਸਾਇੰਟੀਫਿਕ ਹੋਣੀ ਚਾਹੀਦੀ ਹੈ ਚੀਜ਼। ਡਾਕਟਰ ਆਪਰੇਸ਼ਨ ਕਰਦਾ ਸਾਰਾ ਕੁਝ ਸਾਇੰਟੀਫਿਕਲੀ A to Z ਸਾਰੇ ਮਤਲਬ ਉਹ ਫੋਲੋ ਕਰਦਾ, ਜਿਹੜੇ ਸਟੈਂਡਰਡ ਪ੍ਰੋਸੀਜਰਸ ਆਫ ਆਪਰੇਸ਼ਨ ਨੇ। ਜਿਹੜੇ ਮਰੀਜ਼ ਮਰ ਜਾਂਦਾ, ਡਾਕਟਰ ਸੈਟਿਸਫਾਈ ਹੁੰਦਾ ਵੀ ਮੈਂ ਤਾਂ ਆਪਰੇਸ਼ਨ ਬੜਾ ਠੀਕ ਕਰਿਆ ਸੀ, ਸਕਸੈਸਫੁਲ ਸੀਗਾ। ਉਹ ਕਾਪੀ ਬੁੱਕ ਦੇ ਹਿਸਾਬ ਨਾਲ ਸਕਸੈਸਫੁਲ ਹੈ, ਪਰ ਉਹਦਾ ਰਿਜ਼ਲਟ ਕੀ ਨਿਕਲਿਆ। ਸੋ ਅਸੀਂ ਸੋਸ਼ਲ ਸਾਇੰਸਿਸ ਅਤੇ ਲੈਂਗੁਏਜਸ ਦੇ ਵਿੱਚ ਅਸੀਂ ਟੋਟਲ ਸਾਇੰਸ ਦੇ ਉੱਪਰ ਭਰੋਸਾ ਨਹੀਂ ਕਰ ਸਕਦੇ। ਉਹ ਆਪਾਂ ਅੱਗੇ ਦੇਖਾਂਗੇ ਕਿਉਂ। ਸੋਸਾਇਟੀ ਹੈ ਜਿਹੜੀ, ਇਟ ਇਜ਼ ਏ ਨੈਟਵਰਕ ਆਫ ਰਿਲੇਸ਼ਨਸ਼ਿਪਸ, ਬਟ ਰਿਲੇਸ਼ਨਸ਼ਿਪਸ ਆਰ not that simple to explain। ਰਿਲੇਸ਼ਨ ਅਸੀਂ ਬਣਾ ਲਿਆ ਕਿ ਜੀ 5 ਵਜੇ ਲਾਇਬ੍ਰੇਰੀ ਕੋਲ ਮਿਲਿਆ ਕਰਾਂਗੇ। ਇੱਕ ਨੇ ਤਾਂ ਉਹਨੂੰ ਸੀਰੀਅਸਲੀ ਲੈ ਲਿਆ, ਦੂਜੇ ਨੂੰ ਲੱਗਿਆ ਉਹਨੇ ਹੋਰ 5-6 ਨੂੰ ਕਿਹਾ ਹੋਇਆ ਸੀ ਵੀ 5 ਵਜੇ ਉੱਥੇ ਵੀ ਮਿਲਿਆ ਕਰਾਂਗੇ, ਇੱਥੇ ਵੀ ਮਿਲਿਆ ਕਰਾਂਗੇ। ਸੋ ਦੇਅਰ ਇਜ਼ ਏ ਲੈਵਲ ਆਫ ਕਮਿਟਮੈਂਟ ਬਿਟਵੀਨ ਬੋਥ। ਸੋ ਬੜੀ ਜਲਦੀ ਉਹ ਜਿਹੜਾ ਸੋਸ਼ਲ ਬਣਿਆ ਸੀ ਉਹ ਡਿਸਰਪਟ ਹੋ ਜਾਊਗਾ। ਪਰ ਕੀ ਉਹ ਸੋਸ਼ਲ ਨਹੀਂ ਰਹੂਗਾ? ਇੰਟਰਸਟਿੰਗ ਗੱਲ ਇਹ ਹੈ, ਜਦੋਂ ਕੋਈ ਰਿਸ਼ਤਾ ਬਣ ਗਿਆ ਅਸੀਂ ਉਹ ਤੋਂ ਵਾਪਸ ਨਹੀਂ ਜਾ ਸਕਦੇ। ਇਹ ਮਾਈਨਸ ਨਹੀਂ ਹੋ ਸਕਦਾ ਮਾਈਂਡ ਦੇ ਵਿੱਚੋਂ। ਸਭ ਤੋਂ ਵੱਧ ਸਮਝਣ ਵਾਲੀ ਗੱਲ ਇਹ ਹੈ ਕਿ ਉਹਦੀ ਨੈਗੇਟਿਵਿਟੀ ਸਟੋਰ ਹੋ ਜਾਊਗੀ। ਜੇ ਮਿਲ ਗਏ ਬੰਦੇ, ਦੋ ਮਿੱਤਰਤਾ ਬਣੀ ਅੱਛੀ ਸੋਹਣੀ, ਪਿਆਰ ਮੁਹੱਬਤ ਬਣਿਆ ਹੋਇਆ, ਠੀਕ ਹੈ। ਨਹੀਂ ਮਿਲਿਆ, ਟੁੱਟ ਗਿਆ, ਤਾਂ ਇੱਕ ਨਵਾਂ ਸਟੈਪ ਹੈ ਇਹ ਵੀ ਸੋਸ਼ਲ ਫੈਕਟ ਹੈ। ਇਸੇ 'ਤੇ ਇੰਨੇ ਸਾਰੇ ਗੀਤ ਲਿਖੇ ਹੋਏ ਨੇ ਕਿ ਸਾਡੀ ਲੱਗਦੀ ਕਿਸੇ ਨਾਲ ਦੇਖੀ, ਟੁੱਟਦੀ ਨੂੰ ਜੱਗ ਜਾਣਦਾ। ਇਹਦੇ ਉੱਪਰ ਹੀ ਜੱਗ ਜਾਣਨ ਲੱਗਦਾ। ਫਿਰ ਵੀ ਇਹ ਸਿਆਪਾ ਕੀ ਪੈ ਗਿਆ, ਇਹ ਤਾਂ ਚੰਗੇ ਭਲੇ ਸੀ, ਲੜ ਕਿਉਂ ਪਏ? ਉਹ ਇੱਕ ਹੋਰ ਲੈਵਲ ਰਿਲੇਸ਼ਨਸ਼ਿਪ ਦਾ, ਹੋਰ ਨੈਗੇਟਿਵ ਰਿਲੇਸ਼ਨਸ਼ਿਪ ਦਾ ਡਿਵੈਲਪ ਹੋ ਗਿਆ। ਸੋ ਇਹਦੇ 'ਚ ਕੋਈ ਵੇ ਆਊਟ ਨਹੀਂ ਹੈ। ਇੰਟਰੈਕਸ਼ਨ ਜਿਹੜਾ ਹੈ ਇਹਦੇ 'ਚ ਅਸੀਂ ਪੈ ਤਾਂ ਸਕਦੇ ਹਾਂ, ਚਾਹੇ ਉਹ ਸਟਰਕਚਰਲ ਹੈ ਜਾਂ ਹੋਰ ਹੈ। ਉਹਦੇ ਵੇ ਆਊਟਸ ਬਹੁਤ ਥੋੜ੍ਹੇ ਨੇ। ਕਾਰਨ ਕੀ ਹੈ? ਕਿਉਂਕਿ ਸਾਡੇ ਮਾਈਂਡ ਲੱਗਿਆ ਹੋਇਆ ਹੈ, ਇਹ ਰਿਕਾਰਡਿੰਗ ਕਰਦਾ ਹਰ ਚੀਜ਼ ਦੀ, ਅਰੇ ਹਰ ਚੀਜ਼ ਦੇ ਉੱਪਰ ਬਹੁਤ ਸਾਰੀ ਐਨਰਜੀ ਲਾਉਂਦਾ ਹੈ, ਬਹੁਤ ਸਾਰਾ ਸਟੋਰਿੰਗ ਕਰਦਾ ਰਹਿੰਦਾ ਮਾਈਂਡ ਦੇ ਵਿੱਚ, ਆਪਣੇ ਆਪ ਦੇ ਵਿੱਚ। ਸੋ ਇਹ ਇੱਕ ਸਿੰਪਲ ਕੰਪਿਊਟਰ ਨਹੀਂ ਹੈ। ਇਹਦੇ ਵਿੱਚ ਜਿਹੜੀ ਫੀਡ ਹੋਈ ਸੁਸਾਇਟੀ ਹੈ, ਇੱਕ ਤਾਂ ਬਾਹਰ ਸੁਸਾਇਟੀ ਅਸੀਂ ਕਹਿੰਦੇ ਹਾਂ ਜੀ ਇਹ ਰੂਲਸ ਨੇ ਸੁਸਾਇਟੀ ਦੇ ਬਾਹਰ ਲਿਖ ਕੇ ਲਾਏ ਹੋਏ ਨੇ। ਇੱਕ ਇਹ ਕਿ ਉਹ ਰੂਲ ਇੰਟਰਨਲਾਈਜ਼ ਅਸੀਂ ਕਿਵੇਂ ਕਰਦੇ ਹਾਂ, ਇਹ ਮਿਲਣਾ ਬਹੁਤ ਔਖਾ ਹੈ। ਇਸ ਕਰਕੇ ਇੱਥੇ ਤੱਕ ਸਾਇੰਸ ਨਹੀਂ ਜਾਂਦੀ। ਸੋ ਸੁਸਾਇਟੀ ਦੋ ਲੈਵਲ ਦੇ ਉੱਪਰ ਆਪਰੇਟ ਕਰਦੀ ਹੈ। ਇੱਕ ਵਿਜ਼ੀਬਲ, ਜਿਹਨੂੰ ਅਸੀਂ ਫਿਕਸਡ ਰੂਲਸ ਕਹਿੰਦੇ ਹਾਂ, ਜਿਹੜਾ ਸਟਰਕਚਰ ਹੈ ਸੁਸਾਇਟੀ ਦਾ, ਕਿ ਕਾਸਟ ਸਿਸਟਮ ਹੈ ਜੀ, ਇਹ ਸਟੇਟਸ ਦਾ ਸਿਸਟਮ ਹੈ, ਹੈੱਡ ਹੈ, ਲੈਕਚਰਰ ਹੈ, ਪ੍ਰੋਫੈਸਰ ਹੈ, ਇਹ ਵਾਈਸ ਚਾਂਸਲਰ ਹੈ। ਇੱਕ ਤਾਂ ਇਹ ਸਟਰਕਚਰ ਹੈ, ਐਡਮਿਨਿਸਟ੍ਰੇਟਿਵ ਸਟਰਕਚਰ ਹੋ ਗਿਆ, ਵੀ ਸੋਸ਼ਲ ਹੈ। ਇੱਕ ਇਹ ਕਿ ਹਾਊ ਦੇ ਫੀਲ ਅਬਾਊਟ ਇਟ, ਇਹਦੇ ਬਾਰੇ ਐਟੀਟਿਊਡਸ ਕੀ ਨੇ। 60 ਡਿਪਾਰਟਮੈਂਟ ਨੇ ਯੂਨੀਵਰਸਿਟੀ 'ਚ, 60 ਹੀ ਹੈੱਡ ਨੇ ਲਗਭਗ। ਕੋਈ ਹੈੱਡ ਬੜਾ ਅੱਛਾ ਹੈ, ਉਹਦੇ ਮੁਲਾਜ਼ਮ, ਟੀਚਰ, ਸਟੂਡੈਂਟ ਸਾਰੇ ਬੜੇ ਖੁਸ਼ ਨੇ। ਕੋਈ ਕਿਸੇ ਨੂੰ ਜਾ ਕੇ ਪੁੱਛੋ ਵੀ ਹੈੱਡ ਸਾਹਿਬ ਕਿੱਥੇ ਨੇ ਬੰਦੇ ਦਾ, ਉੱਥੇ ਮੱਥੇ ਤੋਂ ਹੀ ਪਤਾ ਲੱਗ ਜਾਂਦਾ ਵੀ ਹੈੱਡ ਕਿੱਦਾਂ ਦਾ। ਦੱਸਣ ਤੋਂ ਹੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਬੰਦਾ ਡਿਸਲਾਈਕਡ ਹੈਗਾ, ਇਹਨੂੰ ਪਸੰਦ ਨਹੀਂ ਕੋਈ ਕਰਦਾ ਇਸ ਚੀਜ਼ ਨੂੰ। ਸੋ ਇਹ ਜਿਹੜੇ ਰਿਲੇਸ਼ਨਸ਼ਿਪਸ ਦੀ ਡਾਇਨਾਮਿਜ਼ਮ ਹੈ ਜਿਹੜਾ, ਇਹ ਔਖਾ ਕੰਮ ਹੈ, ਇਹ ਸਾਇੰਟੀਫਿਕਲੀ ਸਮਝਣਾ ਮੁਸ਼ਕਿਲ ਕੰਮ ਹੈ। ਸੋ ਅਜੇ ਆਪਾਂ ਇੰਨਾ ਕੀ ਰੱਖ ਕੇ ਚੱਲਾਂਗੇ ਕਿ ਸੋਸ਼ਲ ਉਹ ਹੈ ਜਿਹੜਾ ਰੈਗੂਲਰ ਹੈ,
ਨੋਰਮ ਗਵਰਨਡ ਹੈ, ਦੋ ਬੰਦਿਆਂ ਦੇ ਵਿੱਚ ਇੰਟਰੈਕਸ਼ਨ ਦੇ ਨੋਰਮਸ ਨੇ ਉਹ। ਅਤੇ ਸੁਸਾਇਟੀ ਉਹ ਹੈ ਕਿ ਜਿਹਨੇ ਬਹੁਤ ਸਾਰੇ ਐਲੈਬੋਰੇਟਡ ਆਪਣੇ ਨੈਟਵਰਕ ਬਣਾਏ ਹੋਏ ਨੇ ਰਿਲੇਸ਼ਨਸ਼ਿਪਸ ਦੇ, ਕਿ ਦਿਸ ਇਜ਼ ਰਾਈਟ ਐਂਡ ਰੋਂਗ, ਦਿਸ ਇਜ਼ ਗੁੱਡ ਐਂਡ ਬੈਡ, ਦਿਸ ਇਜ਼ ਅਸਪੀਸ਼ੀਅਸ ਅਨਫੀਸ਼ੀਅਸ, ਆਪਾਂ ਅੱਗੇ ਵਧਾਂਗੇ ਇਹਦੇ 'ਚ। ਸੋ ਉਹ ਇਹ ਸਾਰੇ ਦਾ ਨੈਟਵਰਕ ਜਿਹੜੇ ਬਣਾਏ ਹੋਏ ਨੇ, ਜਿਹੜੇ ਸਾਡੇ ਅੰਦਰ ਵੀ ਨੇ, ਸੁਸਾਇਟੀ ਸਾਡੇ ਅੰਦਰ ਵਸਾ ਦਿੰਦੀ ਹੈ ਉਹਨਾਂ ਨੂੰ, ਜਿਹੜੇ ਬਾਹਰ ਵੀ ਓਪਰੇਟ ਕਰਦੇ ਨੇ, ਉਹ ਸੁਸਾਇਟੀ ਹੈ। ਤੋ ਇਹ ਲਫ਼ਜ਼ ਤੁਸੀਂ ਯਾਦ ਰੱਖਿਓ, ਆਪਾਂ ਫਿਰ ਹੌਲੀ ਹੌਲੀ ਇਹਦੇ ਉੱਪਰ ਆਵਾਂਗੇ। ਸੁਸਾਇਟੀ ਲਫ਼ਜ਼ ਜਦੋਂ ਅਸੀਂ ਯੂਜ਼ ਕਰਦੇ ਹਾਂ, ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਇਹਨੂੰ ਬਿਨਾਂ ਡਿਫਾਈਨ ਕਰੇ ਯੂਜ਼ ਕਰ ਲਿਆ। ਅਸੀਂ ਕਹਿੰਦੇ ਜੀ ਮੁੰਡੇ ਦੀ ਸੁਸਾਇਟੀ ਨਹੀਂ ਠੀਕ, ਵੈਸੇ ਉਹਦਾ ਮਤਲਬ ਕੰਪਨੀ ਹੁੰਦਾ ਹੈ, ਸੰਗਤ ਹੁੰਦਾ ਹੈ ਕਿ ਕਿਹਦੀ ਹੈ ਇਹ। ਇੱਦਾਂ ਹੀ ਅਸੀਂ ਕਹਿੰਦੇ ਜੀ ਪੰਜਾਬੀ ਸੁਸਾਇਟੀ ਹੈ, ਗੁਜਰਾਤੀ ਸੁਸਾਇਟੀ ਹੈ, ਇਹਦਾ ਮਤਲਬ ਰੀਜਨ ਹੈ, ਉਸ ਰੀਜਨ ਦੇ ਵਿੱਚ ਸੋਸ਼ਲ ਨੈਟਵਰਕ ਕਿੱਦਾਂ ਦੇ ਨੇ। ਜਾਂ ਅਸੀਂ ਕਹਿੰਦੇ ਹਾਂ ਜੀ ਅਮਰੀਕਨ ਸੁਸਾਇਟੀ ਹੈ, ਚਾਈਨਸ, ਉਹ ਨੇਸ਼ਨ ਸਟੇਟ ਹੈ। ਪਰ ਆਪਾਂ ਜਿਹੜੇ 'ਚ ਯੂਜ਼ ਕਰਾਂਗੇ, ਅਸੀਂ ਸਮਝਦੇ ਹਾਂ ਕਿ ਸੁਸਾਇਟੀ ਇਜ਼ ਏ ਸੈੱਟ ਆਫ ਰੂਲਸ, ਕਿ ਕੁਛ ਸਮਾਜ ਦੇ ਵਿੱਚ ਜਿਹੜੇ ਰੂਲਸ ਬਣਾਏ ਹੋਏ ਨੇ ਲੋਕਾਂ ਨੇ ਆਪ 'ਚ ਐਗਰੀਏਬਲ, ਉਹਨਾਂ ਦਾ ਸਮ ਟੋਟਲ ਸੁਸਾਇਟੀ ਹੈ, ਜਿਹੜੀ ਵਿਜ਼ੀਬਲ ਨਹੀਂ ਹੈ ਦੇਖਣ ਨੂੰ। ਅਸੀਂ ਇਹ ਨਹੀਂ ਕਹਿ ਸਕਦੇ ਦੋ ਬੰਦੇ ਤੁਰੇ ਜਾਂਦੇ ਨੇ ਕਿ ਸੁਸਾਇਟੀ ਤੁਰੀ ਜਾਂਦੀ ਹੈ, ਜਾਂ ਸਾਨੂੰ ਰਿਲੇਸ਼ਨ ਵੀ ਉਹਨਾਂ ਦਾ ਨਹੀਂ ਪਤਾ ਲੱਗੂ। ਦੋ ਲੜਕਾ ਲੜਕੀ ਜਾ ਰਹੇ ਨੇ, ਅਸੀਂ ਅੰਦਾਜ਼ਾ ਲਾਵਾਂਗੇ ਵੀ ਕੀ ਰਿਸ਼ਤਾ ਹੈ। ਹੋ ਸਕਦਾ ਜਾਣਦੇ ਹੀ ਨਾ ਹੋਣ, ਹੋ ਸਕਦਾ ਭੈਣ ਭਰਾ ਹੋਣ, ਹੋ ਸਕਦਾ ਕਜ਼ਨ ਹੋਣ, ਹੋ ਸਕਦਾ ਟੀਚਰ ਸਟੂਡੈਂਟ ਹੋਣ। ਜਦੋਂ ਇੰਟਰੈਕਟ ਕਰਨਗੇ ਸਾਨੂੰ ਪਤਾ ਲੱਗ ਜਾਊਗਾ ਕਿ ਜਦੋਂ ਦਾ ਬਿਹੇਵੀਅਰ ਇੱਕ ਦੂਜੇ ਪ੍ਰਤੀ ਹੋਊਗਾ, ਅਸੀਂ ਉੱਥੋਂ ਹਿਸਾਬ ਲਾ ਲਾਂਗੇ। ਤੁਸੀਂ ਕਦੇ ਕਿ ਜਾਓ, ਕਈ ਵਾਰ ਡਰਾਈਵਰ, ਤੁਸੀਂ ਗੱਡੀ ਟੈਕਸੀ ਲੈ ਕੇ ਜਾਂਦੇ ਹੋ ਤਾਂ ਡਰਾਈਵਰ ਨੂੰ ਬੜੇ ਫੋਨ ਆਉਂਦੇ ਨੇ ਗੱਡੀ 'ਚ, ਜਾਂ ਆਪਾਂ ਨੂੰ ਵੀ ਆਉਂਦੇ ਨੇ। ਮੇਰੇ ਨਾਲ ਇੱਕ ਡਰਾਈਵਰ ਜਾ ਰਿਹਾ ਸੀ ਤਾਂ ਉਹਨੂੰ ਫੋਨ ਆਇਆ, ਪਹਿਲਾਂ ਉਹ ਬੜੀਆਂ ਗੱਲਾਂ ਮਾਰੀ ਗਿਆ ਬਹੁਤ, ਵੀ ਹਾਂ ਜੀ ਉੱਥੇ ਚੱਲਾਂਗੇ, ਇਹ ਕਰਾਂਗੇ। ਫਿਰ ਉਹਨੂੰ ਫਿਰ ਫੋਨ ਆਇਆ, ਹਾਂ ਕੀ ਹੈ, ਠੀਕ ਹੈ, ਬਸ ਹੈ। ਮੈਂ ਕਿਹਾ ਘਰ ਵਾਲੀ ਦਾ ਸੀ। ਕਹਿੰਦਾ ਹਾਂਜੀ, ਤੁਹਾਨੂੰ ਕਿਵੇਂ ਪਤਾ ਲੱਗਿਆ? ਕਹਿੰਦਾ ਸੋ ਯੂ ਕੈਨ ਜੱਜ ਫਰੋਮ ਦਾ ਬਿਹੇਵੀਅਰ ਕਿ ਜਿਹੜਾ ਬ੍ਰਦਰ ਹੈ ਉਹ ਹੋਰ ਤਰ੍ਹਾਂ ਲੜਕੀ ਨਾਲ ਡੀਲ ਕਰੂਗਾ, ਜਿਹੜਾ ਫਰੈਂਡ ਹੈ ਹੋਰ ਤਰ੍ਹਾਂ ਕਰੂਗਾ, ਜੇ ਅਜੇ ਮੈਰਿਜ ਨਹੀਂ ਹੋਈ ਤਾਂ ਹੋਰ ਤਰ੍ਹਾਂ ਕਰੂਗਾ, ਜੇ ਮੈਰਿਜ ਹੋ ਗਈ ਹੈ ਤਾਂ ਫਿਰ ਡੈਫੀਨੇਟਲੀ ਫਿਰ ਉਹ ਫੋਨ ਦੀ ਤਰ੍ਹਾਂ ਕਰੂਗਾ ਟ੍ਰੀਟ। ਸੋ ਇਹ ਅਸੀਂ ਬਿਹੇਵੀਅਰ 'ਚ ਦੇਖਦੇ ਹਾਂ। ਸੁਸਾਇਟੀ ਜਦੋਂ ਨਜ਼ਰ ਆਉਣਗੇ ਤੁਹਾਨੂੰ ਰੂਲ, ਜਦੋਂ ਐਕਸਪ੍ਰੈਸ ਹੁੰਦੇ ਨੇ ਬਿਹੇਵੀਅਰ ਦੇ ਵਿੱਚ, ਸੋ ਦੈਟ ਇਜ਼ ਮੇਰੇ ਖਿਆਲ ਸਫੀਸ਼ੈਂਟ ਹੈ। ਤੁਸੀਂ ਆਪ ਸਿਆਣੇ ਹੋ ਸਾਰੇ ਦੇ ਸਾਰੇ। ਸੋ ਇੱਕ ਅਸੀਂ ਲਫ਼ਜ਼ ਵਰਤਦੇ ਹਾਂ ਹਿਊਮਨ ਅਤੇ ਸੋਸ਼ਲ ਰਿਲੇਸ਼ਨਸ਼ਿਪਸ। ਇਹ ਸਾਡੇ ਸੋਸ਼ੋਲੋਜੀ ਦੇ ਕਈ ਟੀਚਰਾਂ ਨੂੰ ਵੀ ਮੈਂ ਪੁੱਛਿਆ, ਉਹ ਕਹਿੰਦੇ ਇੱਕੋ ਹੀ ਗੱਲ ਹੁੰਦੀ ਹੈ, ਕੋਈ ਖਾਸ ਬੜਾ ਫਰਕ ਨਹੀਂ ਹੁੰਦਾ, ਪਰ ਇਹ ਪਤਾ ਹੋਣਾ ਚਾਹੀਦਾ। ਰਿਲੇਸ਼ਨਸ਼ਿਪਸ ਸਾਡੀਆਂ ਦੋ ਕਿਸਮਾਂ ਦੀਆਂ ਨੇ, ਤੁਹਾਡੀਆਂ ਵੀ ਮੇਰੀਆਂ ਵੀ, ਸਾਰੀ ਜ਼ਿੰਦਗੀ ਦੇ ਵਿੱਚ। ਇੱਕ ਉਹ ਰਿਲੇਸ਼ਨਸ਼ਿਪਸ ਨੇ ਜਿਹੜੀਆਂ ਸਾਨੂੰ ਗਿਵਨ ਨੇ, ਜਿਹੜੀਆਂ ਅਸੀਂ ਚੇਂਜ ਨਹੀਂ ਕਰ ਸਕਦੇ, ਉਹ ਸੋਸ਼ਲ ਨੇ, ਉਹ ਸਟਰਕਚਰ ਨੇ ਸਾਨੂੰ ਦਿੱਤੀਆਂ ਹੋਈਆਂ ਨੇ, ਉਵੇਂ ਹੀ ਹੁੰਦੀਆਂ ਨੇ, ਉਹ ਸਾਡੀ ਚੋਇਸ ਨਹੀਂ ਹੈ ਉਹਦੇ 'ਚ। ਇੱਕ ਰਿਲੇਸ਼ਨਸ਼ਿਪ ਉਹ ਨੇ ਜਿਹੜੀਆਂ ਅਸੀਂ ਉਹਨਾਂ ਤੋਂ ਬਾਹਰ ਵੀ ਦੇਖ ਸਕਦੇ ਹਾਂ। ਮੈਂ ਤੁਹਾਨੂੰ ਟਿਪੀਕਲ ਐਗਜ਼ਾਮਪਲ ਦੱਸ ਦਿੰਦਾ ਕਿ ਪੇਰੈਂਟਸ ਨੂੰ ਅਸੀਂ ਨਹੀਂ ਬਦਲ ਸਕਦੇ, ਮਦਰ ਫਾਦਰ ਗਿਵਨ ਨੇ, ਉਹ ਉਹਨਾਂ ਦੇ ਰੋਲ ਗਿਵਨ ਨੇ, ਉਹ ਵੀ ਸਾਨੂੰ ਨਹੀਂ ਬਦਲ ਸਕਦੇ। ਭੈਣ ਭਰਾ ਨੇ ਜਿਹੜੇ ਫਿਕਸਡ ਰਿਲੇਸ਼ਨਸ ਨੇ, ਹਸਬੈਂਡ ਵਾਈਫ ਨੂੰ ਤੁਸੀਂ ਬਦਲ ਸਕਦੇ ਹੋ ਬਟ ਐਟ ਵੈਰੀ ਹਾਈ ਕੋਸਟ। ਪਰ ਇਹ ਹੈ ਕਿ ਮਤਲਬ ਸਟਰਕਚਰਲ ਰਿਲੇਸ਼ਨਸ਼ਿਪ ਨੇ, ਸਟਰਕਚਰ 'ਚ ਦੱਸੀਆਂ ਹੋਈਆਂ ਨੇ ਜੀ, ਕਾਸਟ ਦੀਆਂ ਨੇ, ਹੋਰ ਨੇ, ਸਾਰੀਆਂ ਦੇ ਸਾਰੀਆਂ ਟੋਟਲ, ਕਿ ਜੇ ਫੁੱਫੜ ਹੈ, ਮਾਸੜ ਹੈ, ਜੇ ਉਹ। ਹਿਊਮਨ ਰਿਲੇਸ਼ਨਸ਼ਿਪਸ ਉਹ ਨੇ ਕਿ ਸਾਡੇ ਕੋਲ ਆਪਸ਼ਨ ਹੈ। ਜਿਹੜੀਆਂ ਫਰੈਂਡਸ਼ਿਪਸ ਨੇ ਫਾਰ ਇੰਸਟੈਂਸ, ਇਹ ਹਿਊਮਨ ਰਿਲੇਸ਼ਨਸ਼ਿਪ ਹੈ, ਹਾਲਾਂਕਿ ਉਹਦੇ ਵੀ ਰੂਲ ਸੁਸਾਇਟੀ ਨੇ ਤੈਅ ਕੀਤੇ ਹੋਏ ਨੇ, ਸੁਸਾਇਟੀ ਉਹ 'ਚ ਵੀ ਓਪਰੇਟ ਕਰਦੀ ਹੈ, ਪਰ ਹਿਊਮਨ ਰਿਲੇਸ਼ਨਸ ਦਾ ਦਾਇਰਾ ਥੋੜ੍ਹਾ ਵੱਡਾ ਹੈ। ਜਿਹੜੀ ਸਾਡੀ ਆਪਣੇ ਪੈਟ ਨਾਲ ਰਿਲੇਸ਼ਨਸ਼ਿਪ ਹੈ ਉਹ ਹਿਊਮਨ ਰਿਲੇਸ਼ਨਸ਼ਿਪ 'ਚ ਆ ਸਕਦੀ ਹੈ। ਸੋਸ਼ਲ ਦੇ ਵਿੱਚ ਉਹ ਨੇ ਜਿਹੜੀਆਂ ਸਟਰਕਚਰਲ ਨੇ, ਜਦੋਂ ਅਸੀਂ ਲਫ਼ਜ਼ ਵਰਤਦੇ ਹਾਂ ਤਾਂ ਉਹ ਮਤਲਬ ਸਾਰੇ ਰਿਸ਼ਤੇ ਨੇ ਜਿਹੜੇ ਸਾਡੇ, ਜਿਹੜੇ ਸਟੇਟਸਿਸ ਨੇ, ਰੋਲਸ ਨੇ, ਉਹ ਸਾਰੇ ਦੇ ਸਾਰੇ ਸਟਰਕਚਰਲ ਨੇ, ਸਾਰੇ ਸੋਸ਼ਲ ਰਿਲੇਸ਼ਨਸ ਨੇ। ਉਹ ਲਾਰਜਲੀ 90% ਤੋਂ ਵੱਧ ਜਿਹੜੀਆਂ ਰਿਲੇਸ਼ਨਸ ਨੇ ਉਹ ਸੋਸ਼ਲ ਹੀ ਹੁੰਦੀਆਂ ਨੇ। ਹਿਊਮਨ ਐਲੀਮੈਂਟ ਥੋੜ੍ਹਾ ਹੈ ਬਹੁਤ, ਪਰ ਫਿਰ ਵੀ ਹਿਊਮਨ ਰਿਲੇਸ਼ਨਸ ਉਹ ਹੈਗੀਆਂ ਨੇ ਕਿ ਜਿੱਥੇ ਬੰਦਾ ਵਿਦਾਊਟ ਦਾ ਡੈਫੀਨੇਸ਼ਨ ਆਫ ਸੁਸਾਇਟੀ ਅੱਗੇ ਜਾ ਕੇ ਰਿਸ਼ਤਾ ਬਣਾ ਸਕਦਾ ਹੈ। ਮਤਲਬ ਬਹੁਤ ਸਾਰੇ ਲੋਕ ਕੰਪੈਸ਼ਨੇਟ ਵਰਕ ਕਰਦੇ ਨੇ, ਡਾਕਟਰ ਕੋਲ ਕਿੰਨੇ ਪੇਸ਼ੈਂਟ ਆਉਂਦੇ ਨੇ, ਸਾਰੇ ਡਾਕਟਰ ਸਾਰੇ ਪੇਸ਼ੈਂਟ ਦਾ ਨਹੀਂ ਰਿਸ਼ਤਾ ਬਣਦਾ ਉਵੇਂ। ਸੋ ਜਦੋਂ ਹਿਊਮਨਨੈਸ ਦਾ ਐਲੀਮੈਂਟ ਆ ਜਾਵੇ, ਉਹ 'ਚ ਆਪਸ਼ਨ ਆ ਜਾਂਦੀ ਹੈ ਕਿ ਯੂ ਹੈਵ ਏ ਚੋਇਸ। ਦੋਸਤ ਤੁਸੀਂ ਚੁਣ ਵੀ ਸਕਦੇ ਹੋ, ਨਹੀਂ ਵੀ ਚੁਣ ਸਕਦੇ। ਕੌਣ ਤੁਹਾਡਾ ਦੋਸਤ ਬਣੇ, ਹਾਲਾਂਕਿ ਇਹ ਵੀ ਡਿਟਰਮਿੰਡ ਹੈ। ਹੁਣ ਮੇਰਾ ਨਵਾਜ਼ ਸ਼ਰੀਫ ਤਾਂ ਦੋਸਤ ਨਹੀਂ ਬਣ ਸਕਦਾ,
ਲੋਕੇਸ਼ਨ ਹੋਣੀ ਚਾਹੀਦੀ ਹੈ, ਜਗ੍ਰਾਫੀਕਲ ਹੋਰ ਸਿਚੁਏਸ਼ਨਲ ਹੁੰਦੀਆਂ ਨੇ, ਕੁਲੀਗਸ ਨੇ। ਇਸੇ ਤਰ੍ਹਾਂ ਦਫ਼ਤਰ 'ਚ ਤੁਸੀਂ ਕੰਮ ਕਰਦੇ ਹੋ, ਕੁਛ ਨਾਲ ਤੁਹਾਡੀ ਬਣਦੀ ਹੈ, ਕੁਛ ਨਾਲ ਨਹੀਂ ਬਣਦੀ। ਈਵਨ ਦੋਸਤੀ ਦੇ ਰਿਵਰਸ ਜਿਹੜੀ ਦੁਸ਼ਮਣੀ ਹੈ ਉਹ ਵੀ ਲਗਭਗ ਹਿਊਮਨ ਦੇ ਵਿੱਚ ਆ ਜਾਂਦੀ ਹੈ। ਤੁਸੀਂ ਚੂਜ਼ ਕਰ ਸਕਦੇ ਹੋ ਕਿਸੇ ਨੂੰ ਦੁਸ਼ਮਣ ਬਣਾਉਣਾ ਜਾਂ ਨਾ ਬਣਾਉਣਾ, ਮਤਲਬ ਉਹਦੇ 'ਚੋਂ ਐਗਜ਼ਿਟ ਕਰਨ ਦੀ ਪੋਸੀਬਿਲਿਟੀ ਹੈ। ਜਿਹੜੀਆਂ ਸਟਰਕਚਰਲ ਹੈਗੀਆਂ ਨੇ ਉਹਨਾਂ 'ਚ ਨਹੀਂ ਹੈ ਪੋਸੀਬਿਲਿਟੀ। ਸੋ ਇਹ ਇੱਕ ਚੀਜ਼, ਜਦੋਂ ਵੀ ਆਪਾਂ ਸੋਸ਼ਲ ਜਾਂ ਹਿਊਮਨ ਰਿਲੇਸ਼ਨਸ਼ਿਪਸ ਦੀ ਗੱਲ ਕਰੀਏ, ਕੀਪ ਦਿਸ ਥਿੰਗ ਇਨ ਮਾਈਂਡ। ਸੋ ਬਾਕੀ ਤਾਂ ਖੈਰ ਅੱਗੇ ਆਪਾਂ ਨੇ ਡਿਸਕਸ ਕਰਨਾ ਹੀ ਹੈ, ਪਰ ਇਹ ਹੈ ਕਿ ਸੋਸ਼ਲ ਰਿਲੇਸ਼ਨਸ਼ਿਪਸ ਨੇ ਜਿਹੜੀਆਂ ਉਹ ਗਿਵਨ ਨੇ, ਫਿਕਸਡ ਨੇ। ਅਸੀਂ ਜਿਹੜਾ ਕਹਿੰਦੇ ਹਾਂ ਟੈਕਨੀਕਲ ਟਰਮੀਨੋਲੋਜੀ ਦੇ ਵਿੱਚ, ਉਹ ਸਟਰਕਚਰ ਬੇਸਡ ਨੇ। ਪਰ ਸੋਸ਼ਲ ਰਿਲੇਸ਼ਨਸ਼ਿਪਸ ਨੇ ਜਿਹੜੀਆਂ ਉਹ ਕੰਟਰੋਲਿੰਗ ਵੀ ਹੁੰਦੀਆਂ ਨੇ। ਜੇ ਤੁਸੀਂ ਸੋਸ਼ਲ ਰਿਲੇਸ਼ਨਸ਼ਿਪ ਦੇ ਅਕੋਰਡਿੰਗਲੀ ਜਿਹੜਾ ਉਹਦਾ ਕੰਸਟੀਟਿਊਸ਼ਨ ਬਿਹੇਵ ਨਹੀਂ ਕਰੋਗੇ ਤਾਂ ਇਹ ਸਾਨੂੰ ਫਰਕ ਪਾਉਂਦੀ ਹੈ ਚੀਜ਼। ਗਿਲਟ ਦੀ ਫੀਲਿੰਗ ਆਊਗੀ ਸਾਨੂੰ, ਦੂਜੇ ਬੰਦੇ ਸਾਨੂੰ ਸੈਂਕਸ਼ਨਸ ਕਰਨਗੇ ਕਿ ਇਹ ਕੀ ਹੈ, ਕੁੜੀ ਕੀ ਕਰਦੀ ਫਿਰਦੀ ਹੈ, ਮੁੰਡੇ ਨੂੰ ਤਮੀਜ਼ ਨਹੀਂ ਹੈ। ਮਤਲਬ ਉਹ ਡਾਇਰੈਕਟ ਇਨਡਾਇਰੈਕਟ ਜਿਹੜਾ ਉਹਦੀ ਅਪਰੂਵਲ ਜਾਂ ਡਿਸਅਪਰੂਵਲ ਉਹਦੇ ਨਾਲ ਜੁੜੀ ਹੁੰਦੀ ਹੈ, ਔਰ ਉਹ ਕੰਟਰੋਲਿੰਗ ਹੁੰਦੀਆਂ ਨੇ। ਕਿ ਜੀ ਹੁਣ ਅੱਜ ਕੱਲ੍ਹ ਦੇ ਬੱਚੇ ਕਿੱਦਾਂ ਹੋ ਗਏ ਨੇ, ਤੁਸੀਂ ਕਿਸੇ ਪੇਰੈਂਟ ਨੂੰ ਪੁੱਛ ਕੇ ਦੇਖੋ। ਕੱਲ੍ਹ ਅਨਫੋਰਚੂਨੇਟਲੀ ਕਰਮੇਸ਼ਨ ਸੀ, ਮੈਂ ਗਿਆ ਤਾਂ ਪਿੱਛੇ 3 ਲੇਡੀਜ਼ ਬੈਠੀਆਂ ਸੀ। ਇੱਕ ਏਜਡ ਲੇਡੀ ਸੀ ਬਿਲਕੁਲ ਦੇਸੀ ਜੱਟ, ਇੱਕ ਬਾਣੀਆਂ ਦੀ ਸੀ, ਇੱਕ ਹੋਰ 3 ਲੇਡੀਜ਼। ਉਹ ਆਪਣੇ ਬੱਚਿਆਂ ਦੀਆਂ ਗੱਲਾਂ ਕਰ ਰਹੀਆਂ ਸੀ। ਉਮਰ ਦਾ ਵੀ ਬੜਾ ਫਰਕ ਸੀ ਅਤੇ ਬੱਚਿਆਂ ਬਾਰੇ ਵਿਚਾਰ ਇੱਕੋ ਜਿਹੇ ਸੀ ਕਿ ਜੀ ਪਤਾ ਨਹੀਂ ਕੀ ਪਿੱਜ਼ੇ ਮੰਗਾ ਖਾਈ ਜਾਂਦੇ ਨੇ, ਇਸ ਤਰ੍ਹਾਂ ਰੋਟੀਆਂ ਮਤਲਬ ਪਕਾ ਕੇ ਮਰ ਗਈਆਂ। ਉਹ ਵਿਚਾਰੀ ਜਿਹੜੀ ਮਦਰ ਸੀ ਵੱਡੀ, ਉਹ ਕਹਿੰਦੀ ਮੈਨੂੰ ਤਾਂ ਕਹਿੰਦੀ, ਬੱਚੇ ਕਹਿੰਦੇ ਨੇ ਵੀ ਅਸੀਂ ਰੋਟੀਆਂ ਖਾਣ ਨੂੰ ਹੀ ਜੰਮੇ ਹਾਂ, ਅਸੀਂ ਹੋਰ ਖਾਣਾ ਹੀ ਨਹੀਂ। ਮਤਲਬ ਆਲ ਕੰਪਲੇਂਟਸ ਫॉर द ਕਾਮਨ, ਕਿਉਂਕਿ ਉਹਨਾਂ ਦੇ ਅਕੋਰਡਿੰਗਲੀ ਉਹ ਜੋ ਸੋਸ਼ਲੀ ਅਪਰੂਵਡ ਹੈ ਉਹ ਨਹੀਂ ਚੱਲ ਰਿਹਾ। ਸੋ ਇਹ ਸੋਸ਼ਲ ਰਿਲੇਸ਼ਨ ਜਿਹੜੀਆਂ ਸਟਰਕਚਰਲ ਨੇ ਉਹਨਾਂ ਦੇ ਵਿੱਚ ਇਹ ਚੀਜ਼ ਹੁੰਦੀ ਹੈ। ਵੈਸੇ ਮੈਂ ਕਈ ਵਾਰ ਇਹ ਸੁਣਾਉਂਦਾ ਹੁੰਦਾ, ਕਲਾਸਿਕ ਇਹਦੇ ਬਾਰੇ ਹੈ ਕਿ ਉਹ ਮੇਰ ਮਿੱਤਲ ਕਿਸੇ ਫਿਲਮ ਦੇ ਵਿੱਚ ਆਪਣੀ ਮਦਰ ਨੂੰ ਦੱਸ ਰਿਹਾ ਹੁੰਦਾ ਹੈ ਕਿ ਬੇਬੇ ਕਹਿੰਦਾ ਤੂੰ ਤਾਂ ਠੀਕ ਹੈ, ਜੇ ਬਾਪੂ ਹੋਰ ਹੁੰਦਾ ਨਾ ਫਿਰ ਜ਼ਿਆਦਾ ਵਧੀਆ ਸੀ। ਪਰ ਇਹ ਕਰਿਆ ਨਹੀਂ ਜਾ ਸਕਦਾ ਕਿਉਂਕਿ ਸੋਸ਼ਲ ਰਿਲੇਸ਼ਨਸ਼ਿਪਸ ਨੇ ਜਿਹੜੀਆਂ ਉਹ ਫਿਕਸਡ ਨੇ, ਆਪਾਂ ਨਹੀਂ ਚੇਂਜ ਕਰ ਸਕਦੇ। ਤੁਸੀਂ ਆਪਣੇ ਭੈਣ ਭਰਾ ਨਹੀਂ ਚੇਂਜ ਕਰ ਸਕਦੇ, ਦੋਸਤ ਕਰ ਸਕਦੇ ਹੋ, ਪਰ ਉਹਨਾਂ 'ਚ ਵੀ ਬਿਹੇਵੀਅਰ ਹੈ ਜਿਹੜਾ ਅਲਟੀਮੇਟਲੀ ਸਟਰਕਚਰਲ ਦੇ ਵਿੱਚ ਜ਼ਿਆਦਾ ਕੰਟਰੋਲਡ ਹੈ। ਦੋਸਤੀ ਵਾਲੇ 'ਚ ਵੀ ਸੈਂਕਸ਼ਨਸ ਹੁੰਦੀਆਂ ਨੇ ਪਰ ਉਹ ਕੰਟਰੋਲਿੰਗ ਨਹੀਂ ਹੈ। ਉਹ ਪਰ ਕੰਟਰੋਲ ਦੇ ਨਾਲ ਹੀ ਰਿਜ਼ੈਂਟਮੈਂਟ ਆਉਂਦੀ ਹੈ। ਤੁਸੀਂ ਦੇਖੋਗੇ ਆਪਾਂ ਅੱਗੇ ਜਦੋਂ ਕ੍ਰਾਈਸਿਸ ਦੇ ਉੱਪਰ ਆਵਾਂਗੇ। ਸੋ ਥੋੜ੍ਹਾ ਜਿਹਾ ਇਹਦੇ 'ਚ ਮੈਂ ਤੁਹਾਨੂੰ ਵੈਸੇ ਦੱਸਦਾ ਸੀ ਉਸ ਦਿਨ ਲੈਕਚਰ ਦੇ ਵਿੱਚ ਕਿ ਅਸੀਂ ਫਿਰ ਸੋਸ਼ਲ ਕਿਉਂ ਆਏ ਨੇ, ਸਾਡਾ ਇਹ ਤੋਂ ਬਿਨਾਂ ਸਰਦਾ ਕਿਉਂ ਨਹੀਂ। ਬੜੇ ਐਕਸਪੈਰੀਮੈਂਟ ਇਹਦੇ ਉੱਪਰ ਯੋਗੀਆਂ ਨੇ ਬੜਿਆਂ ਨੇ ਕਰੇ ਨੇ ਕਿ ਆਖਰਕਾਰ ਇਹ ਸਮਾਜ ਸਾਡੇ ਉੱਪਰ ਲੱਦਿਆ ਹੀ ਕਿਉਂ ਰਹਿੰਦਾ ਹਰ ਵਕਤ। ਨਾਨਕ ਸਿੰਘ ਦੇ ਸਾਰਿਆਂ ਦੇ ਨਾਵਲ ਪੜ੍ਹੋ, ਸਮਾਜ ਦੇ ਠੇਕੇਦਾਰਾਂ ਨੂੰ ਬਹੁਤ ਗਾਲਾਂ ਕੱਢੀਆਂ ਹੁੰਦੀਆਂ ਨੇ। ਸਾਡੇ 'ਚ ਵੀ ਬਹੁਤ ਵਾਰੀ ਰਿਜ਼ੈਂਟਮੈਂਟ ਆਉਂਦੀ ਹੈ ਵੀ ਇਹ ਦੁਨੀਆ ਮਤਲਬ ਇਹ ਕੀ ਹੈ, ਮਤਲਬ ਇਹ ਸਾਰਾ ਇਹ ਨਾ ਹੀ ਹੋਵੇ ਤਾਂ ਚੰਗਾ। ਜਦੋਂ ਤੁਹਾਡੇ ਸੋਸ਼ਲ ਰਿਲੇਸ਼ਨਸ਼ਿਪਸ ਖਰਾਬ ਹੋ ਜਾਂਦੇ ਨੇ ਤਾਂ ਅਕਸਰ ਸਾਡੇ ਮਨ ਦੇ ਵਿੱਚ ਤੁਹਾਡੀ ਉਮਰ ਦੇ ਵਿੱਚ ਬਹੁਤ ਆਉਂਦਾ ਹੈ ਕਿ ਮੈਨੂੰ ਕਿਸ ਤਰ੍ਹਾਂ ਦਾ ਇਹ ਦੁਨੀਆ ਮਿਲੀ ਹੈ। ਜੇ ਪੇਰੈਂਟਸ ਹੋਰ ਹੁੰਦੇ, ਜੇ ਦੋਸਤ ਹੋਰ ਹੁੰਦੇ, ਜੇ ਕਿਤੇ ਹੋਰ ਮੁਲਕ 'ਚ ਜੰਮੇ ਹੁੰਦੇ, ਮਤਲਬ ਲੋਟ ਆਫ ਰਿਜ਼ੈਂਟਮੈਂਟ। ਉਹ ਬਹੁਤ ਇੱਕ ਮਸ਼ਹੂਰ ਜਿਹਾ ਇੱਕ ਗੀਤ ਹੁੰਦਾ ਸੀ ਨਾ, ਉਹ ਕਿ ਜੇ ਦੁਨੀਆ है तो ऐसी ये दुनिया क्यों है, किदां दा सी ना, कोई कैसे बताए कि वो तनहा क्यों है, जो कल मेरा था आज किसी और का क्यों है, ऐसा ही होता है तो ऐसा होता क्यों है, अगर यही दुनिया है तो ये दुनिया क्यों है। मतलब साडे मन दे विच उठदा भी इदां क्यों है, ये असल दे विच ये बदल क्यों नहीं जाता, मेरे मुताबिक क्यों नहीं बदल जाता है। पर फिर भी सातों छड्डिया नहीं जाता। ऑल ऑफ 850 ਕਰੋੜ ਜੀਵ ਜਿਹੜੇ ਇਸ ਪਲੈਨਟ 'ਤੇ ਰਹਿ ਰਹੇ ਨੇ, ਹਿਊਮਨਸ, ਸਾਰੇ ਸੁਸਾਇਟੀ ਨਾਲ ਅਬਸੈਸਡ ਨੇ, ਸਾਰੇ ਸੋਸ਼ਲ ਨੇ, ਔਰ ਬਹੁਤ ਵੱਡੀ ਗਿਣਤੀ 'ਚ ਹੋਰ ਜਾਨਵਰ ਤਾਂ ਐਵੇਂ ਛੋਟੇ 20-20 10-10 ਦੇ ਗਰੁੱਪਾਂ 'ਚ ਨੇ, ਇਸ ਤਾਂ ਬਹੁਤ ਲੱਖਾਂ ਕਰੋੜਾਂ ਦੀ ਗਿਣਤੀ 'ਚ, ਸ਼ਹਿਰਾਂ ਦੀ ਆਬਾਦੀ 2-2 ਕਰੋੜ ਹੈ, ਕੋਈ ਕਿਸੇ ਨੂੰ ਜਾਣਦਾ ਨਹੀਂ। ਈਵਨ ਦੈਨ ਵਾਈ ਵੀ ਆਰ ਸੋ ਸੋਸ਼ਲ। ਜਿਹੜਾ ਅਰਿਸਟੋਟਲ ਨੇ ਕਿਹਾ ਸੀ ਕਿ ਮੈਨ ਇਜ਼ ਏ ਸੋਸ਼ਲ ਐਨੀਮਲ। ਉਹ ਕਹਿੰਦਾ ਵੀ ਜੇ ਸੋਸ਼ਲ ਨਹੀਂ ਹੈ ਜਾਂ ਤਾਂ ਫਿਰ ਉਹ ਜਾਨਵਰ ਹੈ ਜਾਂ ਫਰਿਸ਼ਤਾ ਹੈ, ਅਦਰਵਾਈਜ਼ ਮੈਨ ਸੋਸ਼ਲ ਹੁੰਦਾ ਹੈ। ਇਹ ਸਾਡੇ ਕੀ ਕਾਰਨ ਹੈ ਕਿ ਅਸੀਂ ਇੰਨੇ ਸੋਸ਼ਲ ਹਾਂ। ਮੈਂ ਸ਼ਾਇਦ ਤੁਹਾਨੂੰ ਉਸ ਦਿਨ ਦੱਸਿਆ ਸੀ ਇੱਕ ਦਿਨ ਕਿ ਇਹਦੇ 2-3 ਰੀਜ਼ਨ ਨੇ। ਇੱਕ ਤਾਂ ਇਹ ਹੈ ਕਿ ਅਸੀਂ ਜਦੋਂ ਜਿਹੜੀ ਬੇਸਿਸ ਉਹ ਕਹਿੰਦੇ ਨੇ ਕਿ ਸਾਡਾ ਅਪਰਾਈਟ ਪੋਸਚਰ ਜਦੋਂ ਅਸੀਂ ਐਕਵਾਇਰ ਕੀਤਾ, ਜਿਹੜੀ ਮਦਰ ਸੀ ਉਹਦੇ 'ਚ ਫਿਜ਼ੀਓਲੋਜੀਕਲ ਚੇਂਜਸ ਆ ਗਈਆਂ, ਉਹਦੇ ਕਰਕੇ ਰੀਪਰੋਡਕਟਿਵ ਸਿਸਟਮ ਬਦਲ ਗਿਆ ਥੋੜ੍ਹਾ,
ਰੀਪਰੋਡਕਟਿਵ ਸਿਸਟਮ ਬਦਲਣ ਦੇ ਨਾਲ ਪ੍ਰੈਗਨੈਂਸੀ ਪੀਰੀਅਡ ਬਹੁਤ ਲੰਮਾ ਹੋ ਗਿਆ, 9 ਮਹੀਨੇ ਬੱਚਾ ਰਹਿੰਦਾ, ਪਰ ਫਿਰ ਵੀ ਪੂਰਾ ਬੱਚਾ ਬਣ ਕੇ ਨਹੀਂ ਪੈਦਾ ਹੁੰਦਾ। ਉਹਦੇ ਮਾਈਂਡ ਤੇ ਜਿਹੜਾ ਬ੍ਰੇਨ ਬਾਡੀ ਦਾ ਡਿਸਪ੍ਰੋਪੋਰਸ਼ਨ ਹੋ ਗਿਆ ਕਿ ਮਤਲਬ ਬ੍ਰੇਨ ਵੱਡਾ ਹੋ ਗਿਆ ਅਤੇ ਸਰੀਰ ਛੋਟਾ ਰਹਿ ਗਿਆ, ਅਤੇ ਜਦੋਂ ਵੀ ਡਿਲੀਵਰ ਹੁੰਦਾ ਤਾਂ ਉਹ ਖੁਦ ਸਰਵਾਈਵ ਕਰਨ ਦੀ ਸਮਰੱਥਾ 'ਚ ਨਹੀਂ ਹੁੰਦਾ। ਸੋ ਇਹ ਬੜੀ ਸੀਰੀਅਸ 3-4 ਚੀਜ਼ਾਂ ਸਾਡੇ ਨਾਲ ਹੋਈਆਂ ਜਿਹੜੀਆਂ ਮਤਲਬ ਵਿਕਾਸ ਦੇ ਕਹਿ ਲਓ ਹਾਲਾਤ ਦੇ ਦੌਰਾਨ, ਅਤੇ ਉਹਦੇ ਕਰਕੇ ਸਾਡੀ ਇਹ ਚੀਜ਼ ਬਣ ਗਈ ਕਿ ਜਦੋਂ ਹੀ ਸਾਡਾ ਬੱਚਾ ਪੈਦਾ ਹੁੰਦਾ, ਕਿਉਂਕਿ ਅਸੀਂ ਰੀਪਰੋਡਿਊਸ ਕਰਨਾ, ਇਹ ਸਾਡੀ ਨੇਚਰਲ ਇੰਸਟਿੰਕਟ ਵੀ ਹੈ, ਲੋੜ ਵੀ ਹੈ ਮਤਲਬ ਕਿਸਮ ਦੀ। ਸੋ ਸੁਸਾਇਟੀ ਦੇ ਵਿੱਚ ਤੁਸੀਂ ਪਹਿਲਾਂ ਦੇਖਿਆ ਹੋਣਾ, ਹੁਣ ਵੀ ਹੈ ਇਹ, ਹੁਣ ਤਾਂ ਪਾਪੂਲੇਸ਼ਨ ਬਹੁਤ ਵੱਧ ਗਈ, ਪਹਿਲਾਂ ਪਾਪੂਲੇਸ਼ਨ ਨਹੀਂ ਸੀ ਹੁੰਦੀ। ਪਹਿਲਾਂ ਬੱਚਾ ਪੈਦਾ ਹੋਣਾ ਅਤੇ ਬੱਚੇ ਦਾ ਬਚ ਜਾਣਾ ਅਤੇ ਮਾਂ ਦਾ ਬਚ ਜਾਣਾ ਬਹੁਤ ਵੱਡਾ ਕੰਸਰਨ ਸੀਗਾ। ਇਹ ਜਿੰਨੀਆਂ ਦੁਨੀਆ ਭਰ ਦੀਆਂ ਰਿਚੁਅਲਸ ਨੇ, ਸੈਰੇਮਨੀਜ਼ ਨੇ, ਉਹ 2-3 ਚੀਜ਼ਾਂ ਦੇ ਇਰਦ ਗਿਰਦ ਹੀ ਨੇ, ਜਾਂ ਬਰਥ ਦੇ ਇਰਦ ਗਿਰਦ ਨੇ ਜਾਂ ਡੈਥ ਦੇ ਇਰਦ ਗਿਰਦ ਨੇ। ਥੋੜ੍ਹੀਆਂ ਬਹੁਤ ਮੈਰਿਜ ਦੇ ਬਾਅਦ ਦੇ ਵਿੱਚ ਬਣੀਆਂ ਉਹ, ਜਦੋਂ ਮੈਰਿਜ ਐਜ਼ ਇੰਸਟੀਟਿਊਸ਼ਨ ਐਸਟੈਬਲਿਸ਼ ਹੋਈ, ਪਰ ਬਰਥ ਹੈ ਜਿਹੜਾ ਬੜਾ ਫਿਕਰ ਵਾਲਾ, ਉਹ ਮਤਲਬ ਹਿਊਮਨ ਬੀਇੰਗਸ ਦੇ ਵਿੱਚ ਖਾਸ ਕਰਕੇ, ਵੈਸੇ ਤਾਂ ਸਾਰੇ ਜਾਨਵਰਾਂ 'ਚ ਹੀ ਹੈ, ਪਰ ਸਾਡੇ ਤਾਂ ਬਹੁਤ ਹੀ ਫਿਕਰ ਵਾਲਾ ਉਹ ਕੰਮ ਸੀਗਾ ਕਿ ਬੱਚਾ ਠੀਕ ਠਾਕ ਹੋ ਜਾਵੇ, ਠੀਕ ਪੈਦਾ ਹੋ ਜਾਵੇ। ਫਿਰ ਹੌਲੀ ਹੌਲੀ ਅਸੀਂ ਇਹ ਤਰੀਕੇ ਸਿੱਖ ਲਏ ਕਿ ਕਿਹੜਾ ਬੱਚਾ ਹੋਵੇ, ਉਹ ਲੜਕੀ ਹੋਵੇ ਲੜਕਾ ਹੋਵੇ, ਮਤਲਬ ਇਹਦੇ ਉੱਪਰ ਸਾਡੀ ਬਹੁਤ ਸਾਰੀ ਕੰਸਨਟ੍ਰੇਸ਼ਨ ਹੁੰਦੀ ਹੈ। ਸਾਰੀ ਮੈਰਿਜ ਦੀ ਇੰਸਟੀਟਿਊਸ਼ਨ ਫੈਮਿਲੀ ਦੀ ਬੇਸਿਕਲੀ ਇਹਦੇ ਉੱਪਰ ਖੜ੍ਹੀ ਹੈ। ਸੋ ਇਹ ਕਿਉਂਕਿ ਬੱਚਾ ਵਨਰੇਬਲ ਪੈਦਾ ਹੁੰਦਾ ਸਾਡਾ, ਕਿ ਉਹਨੂੰ ਪਾਲਿਆ ਕਿਵੇਂ ਜਾਵੇ, ਉਹਨੂੰ ਕੌਣ ਪਾਲੇ, ਇਹਦੇ ਲਈ ਬੜੇ ਲੈਬੋਰੇਟਡ, ਇੱਥੇ ਨਹੀਂ ਕਿਤੇ ਫਿਰ ਮੌਕਾ ਮਿਲਿਆ ਤੁਹਾਨੂੰ ਦੱਸਾਂਗੇ, ਬਹੁਤ ਲੈਬੋਰੇਟਡ ਰੂਲਸ ਨੇ ਕਿ ਬੱਚੇ ਨੂੰ ਮਦਰ ਦਾ ਗਰੁੱਪ ਪਾਲੇ ਜਾਂ ਫਾਦਰ ਦਾ ਪਾਲੇ। ਇਹ ਮੈਰਿਜ ਦੀ ਇੰਸਟੀਚਿਊਟ ਦੇ ਵਿੱਚ ਕਿਉਂਕਿ ਅਸੀਂ ਆਪਣੇ ਗਰੁੱਪ 'ਚੋਂ ਰੀਪਰੋਡਕਸ਼ਨ ਦਾ ਆਰਡਰ ਬਾਹਰ ਲੈ ਗਏ, ਇਸ ਕਰਕੇ ਮਤਲਬ ਮੈਰਿਜ ਹੋਰ ਗਰੁੱਪ ਨਾਲ ਹੁੰਦੀ ਹੈ, ਲੜਕੀ ਹੋਰ ਗਰੁੱਪ 'ਚੋਂ ਆਊਗੀ ਵਾਈਫ, ਪਰ ਇਹ ਪਾਲਣ ਦੇ ਵਿੱਚ ਮਤਲਬ ਉਹਨੂੰ ਅਫੀਲੀਏਸ਼ਨ ਰੂਲ ਤੋਂ ਅਫੀਲੀਏਸ਼ਨ ਕਹਿੰਦੇ ਨੇ। ਹੁਣ ਵੀ ਜਦੋਂ ਡਿਵੋਰਸ ਹੋ ਜਾਂਦੇ ਨੇ ਤਾਂ ਬੱਚਾ ਮਦਰ ਨਾਲ ਜਾਵੇ ਜਾਂ ਫਾਦਰ ਨਾਲ ਜਾਵੇ, ਇਹਦੇ 'ਤੇ ਬੜੇ ਲੀਗਲ ਕਿਸਮ ਦੀਆਂ ਉਹ ਹੈਗੀਆਂ ਨੇ ਅੜਚਣਾ ਕਹਿ ਲਓ, ਮਤਲਬ ਹੂ ਸ਼ੁੱਡ ਬਰਿੰਗ ਅਪ ਦਾ ਚਾਈਲਡ, ਕਿਉਂਕਿ ਇਹਦੇ ਨਾਲ ਸਾਰੀ ਚੀਜ਼ ਉਹਦੀ ਜੁੜੀ, ਉਹਨੇ ਲੈਂਗੁਏਜ ਕਿਹੜੀ ਸਿੱਖਣੀ ਹੈ, ਉਹਨੇ ਤੌਰ ਤਰੀਕਾ ਕਿਹੜਾ ਸਿੱਖਣਾ ਹੈ। ਜੇ ਕਿਤੇ ਬੱਚਾ ਨਾ ਠੀਕ ਤਰ੍ਹਾਂ ਬਿਹੇਵ ਕਰਦਾ ਹੋਵੇ, ਤੁਸੀਂ ਦੇਖਿਆ ਹੋਣਾ ਪਿੰਡਾਂ 'ਚ ਅਜੇ ਵੀ ਕਹਿੰਦੇ ਨੇ ਵੀ ਇਹਦਾ ਸੁਭਾਅ ਨਾ ਨਾਨਕਿਆਂ 'ਤੇ ਚਲਿਆ ਗਿਆ, ਮਤਲਬ ਇਹ ਇੱਕ ਕਿਸਮ ਦੀ ਗਾਲ ਹੁੰਦੀ ਹੈ ਕਿ ਸਾਡੇ ਸਟੈਂਡਰਡ ਦਾ ਨਹੀਂ ਇਹ ਪੈਦਾ ਹੋ ਸਕਿਆ, ਇਹ ਥੋੜ੍ਹਾ ਜਿਹਾ ਲੋ ਸਟੈਂਡਰਡ, ਮਤਲਬ ਨਾਨਕਿਆਂ 'ਤੇ ਚਲਿਆ ਗਿਆ ਦਾ ਸੁਭਾਅ। ਜਿਹੜੀ ਚੀਜ਼ ਚੰਗੀ ਨਹੀਂ ਹੈ ਉਹ ਮਤਲਬ ਹੁਣ ਤਾਂ ਖੈਰ ਕੁੜੀਆਂ ਪੜ੍ਹ ਲਿਖ ਗਈਆਂ, ਉਹ ਇਹ ਵੀ ਕਹਿ ਦਿੰਦੀਆਂ ਨੇ ਵੀ ਆਪਣੇ ਫਾਦਰ 'ਤੇ ਚਲਿਆ ਗਿਆ ਹੈ, ਤਾਂ ਕਰਕੇ ਅੰਗਰੇਜ਼ੀ ਨਹੀਂ ਆਉਂਦੀ ਜਾਂ ਜੋ ਵੀ ਮਤਲਬ ਹੁੰਦਾ ਹੈ। ਸੋ ਇਹਦੀਆਂ ਸੋਸ਼ਲ ਇੰਪਲੀਕੇਸ਼ਨਸ ਹੋਈਆਂ, ਜਿਹੜਾ ਸਾਡਾ ਅਪਰਾਈਟ ਪੋਸਚਰ ਸੀ, ਵਨਰੇਬਿਲਿਟੀ ਸੀ, ਆ ਜਿਹੜੀਆਂ 3-4 ਪੁਆਇੰਟ ਹੋਏ। ਸੋਸ਼ਲ ਇੰਪਲੀਕੇਸ਼ਨਸ ਇਹ ਸੀ ਕਿ ਗਰੁੱਪ ਪ੍ਰੀ ਰਿਕੁਇਜ਼ਿਟ ਬਣ ਗਿਆ। ਹਿਊਮਨ ਰੀਪਰੋਡਕਸ਼ਨ ਗਰੁੱਪ ਤੋਂ ਬਿਨਾਂ ਹੋ ਨਹੀਂ ਸਕਦੀ। ਮਦਰ ਹੈ, ਉਹਨੇ ਬੱਚੇ ਨੂੰ ਡਿਲੀਵਰ ਕੀਤਾ, ਬੱਚਾ ਸਰਵਾਈਵ ਕਰਨ ਦੇ ਕੈਪੇਬਲ ਨਹੀਂ। ਜੰਗਲ ਦੇ ਵਿੱਚ ਤੁਸੀਂ ਦੇਖੋ ਸ਼ੇਰ ਬਘੇਰ ਤੁਰੇ ਫਿਰ ਰਹੇ ਨੇ, 2 ਮਿੰਟਾਂ 'ਚ ਉਹਨਾਂ ਨੂੰ ਖਾ ਜਾਣਗੇ। ਸਾਡਾ 90% ਵਿਰਸਾ ਉਹੀ ਹੈ ਅਜੇ ਵੀ। ਕੋਈ ਜਾਨਵਰ ਵੀ ਆ ਕੇ ਚੱਕ ਕੇ ਲਿਜਾ ਸਕਦਾ, ਖਾ ਸਕਦਾ ਹੈ। ਮਦਰ ਵੀ ਪੂਰੀ ਕਾਮਯਾਬ ਨਹੀਂ ਹੈ, ਲੜਨ ਦੀ ਪੋਜੀਸ਼ਨ 'ਚ ਨਹੀਂ ਹੈ ਉਸ ਤਰੀਕੇ। ਇਸ ਕਰਕੇ ਗਰੁੱਪ ਬੜਾ ਜ਼ਰੂਰੀ ਸੀ ਕਿ ਉਹ ਬੱਚਾ ਜਦੋਂ ਪੈਦਾ ਹੁੰਦਾ ਉਹਦੇ ਇਰਦ ਗਿਰਦ ਇੱਕ ਪ੍ਰੋਟੈਕਟਿਵ ਗਰੁੱਪ ਹੋਵੇ। ਪਰ ਘੱਟ ਤੋਂ ਘੱਟ 5 ਸਾਲ ਉਹਨੂੰ ਲੈਂਗੁਏਜ ਸਿਖਾਉਣੀ ਹੈ, ਉਹਨੂੰ ਦਿਖਾਉਣਾ ਹੈ ਕਿ ਕਿਹੜੀ ਚੀਜ਼ ਖਾਣ ਯੋਗ ਹੈ, ਕਿਹੜੀ ਨਹੀਂ, ਡਿਫੈਂਸ ਕਿਵੇਂ ਕਰਨਾ ਹੈ। 5 ਸਾਲ ਜਦੋਂ ਤੁਸੀਂ ਇਕੱਠੇ ਰਹੋਗੇ ਤਾਂ ਗਰੁੱਪ ਹੋਊਗਾ ਹੀ। ਸੋ ਬੱਚਾ ਪ੍ਰੈਕਟੀਕਲੀ ਉਹ ਸਰੀਰ ਦੀ ਬਜਾਏ ਉਸ ਗਰੁੱਪ ਦੀ ਪੈਦਾਵਾਰ ਹੈ, ਇਸ ਕਰਕੇ ਉਹ ਸੋਸ਼ਲ ਹੋਊਗਾ ਹੀ। ਪਹਿਲਾਂ ਕਬੀਲਿਆਂ ਦੇ ਵਿੱਚ ਇਹ ਹੁੰਦਾ ਸੀ ਜਿਹਦਾ ਹੁੱਕਾ ਪਾਣੀ ਛੇਕਤਾ ਇਹਦਾ ਮਤਲਬ ਉਹ ਖਤਮ ਹੈ। ਇਕੱਲਾ ਬੰਦਾ ਸਰਵਾਈਵ ਨਹੀਂ ਸੀ ਕਰ ਸਕਦਾ, ਨਾ ਉਹ ਆਪਣਾ ਫੂਡ ਕਲੈਕਟ ਕਰ ਸਕਦਾ ਸੀ, ਨਾ ਉਹ ਆਪਣਾ ਪ੍ਰੋਟੈਕਸ਼ਨ ਕਰ ਸਕਦਾ ਸੀ। ਇਸ ਕਰਕੇ ਸਾਡੇ 'ਤੇ ਇੱਕ ਇਨਵਾਇਰਮੈਂਟਲ ਜਾਂ ਕਹਿ ਲਓ ਇੱਕ ਪ੍ਰੈਸ਼ਰ ਸੀਗਾ ਕਿ ਅਸੀਂ ਗਰੁੱਪ ਦੇ ਤੌਰ 'ਤੇ, ਇਹ ਐਡੀਸ਼ਨਲ ਹੋ ਗਿਆ ਕਿ ਬੱਚੇ ਸਾਡੇ ਪੈਦਾ ਹੀ ਤਾਂ ਹੋਣਗੇ, ਠੀਕ ਤਰ੍ਹਾਂ ਦੇ ਨਾਲ ਪੜ੍ਹਨਗੇ ਤਾਂ ਅਗਲੀ ਜਨਰੇਸ਼ਨ ਤਾਂ ਪੈਦਾ ਹੋ, ਗਰੁੱਪ ਤਾਂ ਕੰਟੀਨਿਊ ਕਰੂਗਾ ਇਫ ਵੀ ਆਰ ਯੂਨਾਈਟਿਡ ਐਜ਼ ਏ ਗਰੁੱਪ। ਸੋ ਇਸ ਕਰਕੇ ਸਾਡਾ ਸੁਸਾਇਟੀ ਹੈ ਜਿਹੜੀ ਸਾਡੇ ਅੰਦਰ ਵਸੀ ਹੋਈ ਹੈ ਬਹੁਤ ਜ਼ਿਆਦਾ। ਤੁਸੀਂ ਤਜਰਬਾ ਕਰਕੇ ਦੇਖ ਲੈਣਾ ਕਦੇ, 3-4-5 ਦੋਸਤ ਤੋਂ ਜਿਹੜੇ ਤੁਸੀਂ ਇੱਕ ਬੰਦੇ ਨੂੰ ਟਿਕ ਲਓਗੇ, ਇਹਨੂੰ ਦੱਸਣਾ ਨਹੀਂ, ਆਪਾਂ ਫਿਲਮ ਦੇਖਣ ਜਾਣਾ, ਪ੍ਰੋਗਰਾਮ ਬਣਾ ਲੈਣਾ, ਸਾਰਾ ਚੰਗਾ ਬਣਾਉਣਾ, ਇਹਨੂੰ ਵੀ ਨਾਲ ਲੈਣਾ, ਪਰ ਇਹਨੂੰ ਦੱਸਣਾ ਨਹੀਂ। ਉਹ ਤਾਂ ਬਿਮਾਰ ਹੋ ਜਾਊਗਾ ਥੋੜ੍ਹੀ ਦੇਰ ਤੱਕ, ਉਹ ਸੁੰਘਦਾ ਫਿਰੂਗਾ ਵੀ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ, ਮਤਲਬ ਉਹ ਬਿਲਕੁਲ ਜਾਂ ਉਹ ਗਰੁੱਪ 'ਚ ਰਹੂਗਾ ਨਹੀਂ, ਜਾਂ ਲੜਾਈ ਹੋ ਜੂ, ਕਿੰਨਾ ਕੁਛ ਹੀ ਹੋ ਜਾਊਗਾ। ਤੁਸੀਂ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਜਾਂ ਘਰਾਂ 'ਚ ਸਾਰਿਆਂ 'ਚ ਬੁੜੀਆਂ ਮੰਜੇ 'ਤੇ ਪਈਆਂ ਹੁੰਦੀਆਂ ਨੇ, ਤੁਸੀਂ ਵਿਆਹ ਰੱਖ ਲਓ, ਉਹ ਕਹਿਣਗੀਆਂ ਮੈਨੂੰ ਕੋਈ ਦੱਸਦਾ ਹੀ ਨਹੀਂ, ਮਤਲਬ ਕੀ ਖਰੀਦ, ਉਹ ਜਾ ਸਕਦੀਆਂ ਨਹੀਂ ਹੁੰਦੀਆਂ, ਪਰ ਉਹਨਾਂ ਦਾ ਮਾਇੰਡ ਪਾਰਟੀਸਪੇਟ ਕਰ ਰਿਹਾ ਹੁੰਦਾ, ਪਰ ਉਹ ਬੜੀ ਰੰਜਿਸ਼ੇ ਹੁੰਦੀ ਵੀ ਮੈਨੂੰ ਤਾਂ ਕੋਈ ਕੁਛ ਦੱਸਦਾ ਹੀ ਨਹੀਂ ਹੈ, ਮਤਲਬ
ਵਾਏ ਵੈਸੇ ਸਾਨੂੰ ਲੋੜ ਕੀ ਹੁੰਦੀ ਹੈ ਕਿ ਤੂੰ ਬਿਨਾਂ ਵੀ ਤਾਂ ਸਰ ਸਕਦਾ ਹੈ। ਸ਼ੇਅਰਿੰਗ ਅਸੀਂ ਸਾਡੀ ਮਤਲਬ ਇਹ ਪ੍ਰੋਬਲਮ ਬਣੀ ਹੋਈ ਹੈ ਕਿ ਦਫ਼ਤਰਾਂ ਦੇ ਵਿੱਚ ਹਰ ਜਗ੍ਹਾ ਈਵਨ ਸੋਸ਼ਲ ਮੀਡੀਆ ਨੇ ਤੈਨੂੰ ਹੋਰ ਬਹੁਤ ਅਨੇਬਲ ਕਰਤਾ ਹੈ। ਨਿੰਦਿਆ ਚੁਗਲੀ ਗੌਸਿਪ ਇੰਨੀ ਜ਼ਿਆਦਾ ਹੈ ਪਰ ਉਹਦੀ ਕੋਈ ਲੋੜ ਨਹੀਂ ਹੁੰਦੀ। ਜਿਹੜੇ ਬੰਦਿਆਂ ਨੇ ਥੱਲੇ ਲਿਖਿਆ ਹੁੰਦਾ ਨਾ ਵੀ ਜ਼ਰੂਰ ਸ਼ੇਅਰ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਖੁਦ ਵੀ ਨਹੀਂ ਦੇਖੀ ਹੁੰਦੀ ਕਈ ਵਾਰ ਉਹ ਵੀਡੀਓ। ਅੱਜ ਕੱਲ੍ਹ ਉਹ TV ਵਾਲੇ ਕਿਉਂਕਿ ਸੋਸ਼ੋਲੋਜਿਸਟ ਹੋਣ ਕਰਕੇ ਮੇਰੇ ਕੋਲ ਆ ਜਾਂਦੇ ਨੇ ਆ ਪਾਰਟੀਆਂ ਪੂਰਟੀਆਂ ਬਾਰੇ। ਮੈਂ ਅੱਛਾ ਉਹ ਕਾਫੀ ਮਤਲਬ ਸਾਡੇ ਘਰ 'ਚ ਵੀ ਇਸ ਗੱਲ 'ਤੇ ਮੇਰੇ ਖਿਲਾਫ ਜਿਹਾਦ ਹੋਣ ਨੂੰ ਤਿਆਰ ਹੈ। ਉਹ ਘਰੇ ਹੀ ਆ ਜਾਂਦੇ ਨੇ ਲੈ ਕੇ ਉਹ ਆਪਣੇ ਉਹ ਵੀਡੀਓਜ਼ ਪਾ ਦਿੰਦੇ ਨੇ ਅੱਗੇ। ਮੈਂ ਵੀ ਪਾ ਦਿੰਦਾ ਕਈਆਂ ਨੂੰ। ਜਿਹਨੂੰ ਵੀਡੀਓ ਪਾਉਣ ਦੇ ਵਿੱਚ ਮੈਂ ਇਹ ਤੱਤ ਕੱਢਿਆ ਵੀ ਜਿਹਨੂੰ ਪਾਉਂਦੀ ਸਾਰੇ ਉਹ ਗੂਠੇ ਜੇ ਖੜ੍ਹੇ ਕਰ ਦੇਵੇ ਕੋਈ, ਇਹਦਾ ਮਤਲਬ ਉਹਨੇ ਦੇਖੀ ਨਹੀਂ ਹੈ। ਵੀਡੀਓ ਤਾਂ 25 ਮਿੰਟ ਦੀ ਹੈ, 5 ਮਿੰਟ 'ਚ ਤੁਹਾਨੂੰ ਰਿਸਪੌਂਸ ਆ ਰਿਹਾ। ਸੋ ਅਸੀਂ ਸਾਰੇ ਦੇ ਸਾਰੇ ਹੀ ਕੰਮ ਕਰਦੇ ਹਾਂ ਵੈਸੇ ਇੱਕ ਦੂਜੇ ਨਾਲ, ਪਰ ਇਹ ਨੀਡ ਹੈ। ਗੌਸਪਿੰਗ ਹੈ ਜਿਹੜੀ, ਸ਼ੇਅਰਿੰਗ ਹੈ ਜਿਹੜੀ, ਅੰਡਰਸਟੈਂਡਿੰਗ ਹੈ ਕਿ ਜਿਹੜੀ ਦੁਨੀਆ 'ਚ ਮੈਂ ਰਹਿ ਰਿਹਾ ਇਹ 'ਚ ਹੋ ਕੀ ਰਿਹਾ। ਸਵੇਰੇ ਸਵੇਰੇ ਤੁਹਾਨੂੰ ਬੰਦੇ ਮਿਲਣਗੇ ਵੀ ਦੇਖਿਆ ਮੋਦੀ ਨੇ ਹੁਣ ਨਵਾਂ ਬਿਆਨ ਕੀ ਦਿੱਤਾ। ਮੈਂ ਇੱਕ ਨੂੰ ਪੁੱਛਿਆ ਵੀ ਤੂੰ ਮੋਦੀ ਨੂੰ ਮਿਲਿਆ ਕਦੇ? ਉਹ ਕਹਿੰਦਾ ਨਹੀਂ। ਮੈਂ ਕਿਹਾ ਮਿਲਣ ਦੀ ਪੋਸੀਬਿਲਿਟੀ ਹੈ ਕਦੇ? ਕਹਿੰਦਾ ਨਹੀਂ। ਮੈਂ ਕਿਹਾ ਮੋਦੀ ਨੂੰ ਪਤਾ ਹੈ ਵੀ ਤੂੰ ਜਿਉਣਾ ਇੱਦਾਂ ਦਾ ਜੀਵ ਕੋਈ ਹੈਗਾ? ਉਹ ਕਹਿੰਦਾ ਨਹੀਂ। ਮੈਂ ਕਿਹਾ ਫਿਰ ਕਾਹਨੂੰ ਇੰਨਾ ਭਾਰ ਚੱਕਿਆ ਕਿਸ ਗੱਲ ਦੇ ਲਈ? ਇੱਕ ਦੂਜੇ ਨਾਲ ਲੜਦੇ ਫਿਰੀ ਜਾਂਦੇ ਨੇ ਬੰਦੇ, ਉਹ ਪਤਾ ਵੀ ਨਹੀਂ ਜਿਹਦੀ ਖਾਤਰ ਲੜ ਰਹੇ ਨੇ ਉਹਨੂੰ। ਸੋ ਇਹ ਇੱਕ ਸੋਸ਼ੇਬਿਲਿਟੀ ਦਾ ਸਾਡੇ ਅੰਦਰ ਬਹੁਤ ਵੱਡਾ ਭਾਖੜਾ ਡੈਮ ਲੱਗਿਆ ਹੋਇਆ ਜਿਹੜਾ ਹਰ ਚੀਜ਼ ਹੜਨ ਨੂੰ ਤਿਆਰ ਹੀ ਰਹਿੰਦਾ ਹਮੇਸ਼ਾ ਮਤਲਬ। ਸੋ ਸ਼ੇਅਰਿੰਗ ਇਜ਼ ਵੈਰੀ ਵੈਰੀ ਇੰਪੋਰਟੈਂਟ ਥਿੰਗ। ਇਸੇ ਕਰਕੇ ਸਾਡੇ ਇਹ ਉੱਥੋਂ ਆਈਆਂ ਹੋਈਆਂ ਨੇ ਇੰਪਲੀਕੇਸ਼ਨਸ ਕਿ ਅਸੀਂ ਛੋਟੇ ਗਰੁੱਪ ਤੋਂ ਬਿਨਾਂ ਸਰਵਾਈਵ ਸ਼ੇਅਰਿੰਗ ਤੋਂ ਬਿਨਾਂ ਨਹੀਂ ਸੀ ਕਰ ਸਕਦੇ। ਸੋ ਇਸੇ ਤਰੀਕੇ ਦੇ ਨਾਲ ਮਦਰ ਹੈ ਜਿਹੜੀ ਉਹਦੀ ਮੋਬਿਲਿਟੀ ਇਹਦੇ ਨਾਲ ਘੱਟ ਗਈ ਇਸ ਚੀਜ਼ ਦੇ ਨਾਲ। ਇਸ ਕਰਕੇ ਮੇਲ ਡੋਮੀਨੈਂਸ ਹੋਈ। ਅੱਜ ਵੈਸੇ ਅੱਜ ਵਿਮਨ ਡੇ ਹੈ ਮੇਰਾ ਖਿਆਲ ਹੈ। ਵੈਸੇ ਮੈਨੂੰ ਇਹ ਸਮਝ ਨਹੀਂ ਆਈ ਵੀ 364 ਦਿਨ ਕਿਹਦੇ ਨੇ ਫਿਰ? ਇੱਕ ਦਿਨ ਤਾਂ ਔਰਤਾਂ ਦਾ ਹੋ ਗਿਆ ਬਸ। ਮਤਲਬ 1 ਡੇ ਤੁਸੀਂ ਉਹਨਾਂ ਨੂੰ ਦੇ ਕੇ ਠੱਪਾ ਲਾ ਦਿਓ ਵੀ ਵਿਮਨ ਡੇ ਹੋ ਗਿਆ, ਚਲੋ ਜੀ ਮੁੱਕਿਆ ਕੰਮ, ਇਹਨਾਂ ਨੂੰ ਖੁਸ਼ ਕਰਤਾ। ਹਾਲਾਂਕਿ ਸਾਰਾ ਯੂਨੀਵਰਸ ਜਿਹੜਾ ਹਿਊਮਨ ਯੂਨੀਵਰਸ ਹੈ, ਮੈਂ ਸੈਂਸਸ ਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਮੌਕਾ ਮਿਲਿਆ। ਮੈਂ ਉਹਨਾਂ ਨੂੰ ਪੁੱਛਿਆ ਜਿਹੜਾ ਚੰਦਰਾ ਮੌਲੀ ਇੱਥੇ ਆਇਆ ਸੀ, ਜਿਹੜਾ ਸੈਂਸਸ ਕਮਿਸ਼ਨਰ ਆਫ ਇੰਡੀਆ ਸੀ, ਵਰਕ ਪਾਰਟੀਸਪੇਸ਼ਨ ਦੇ ਉੱਪਰ ਜਿਹੜਾ ਆਪਣਾ ਸੈਂਸਸ ਦਾ ਅਸੀਂ ਡਾਟਾ ਇਕੱਠਾ ਕਰਦੇ ਹਾਂ ਉਹ 'ਚ ਕਿਸੇ ਨੂੰ ਤੁਹਾਨੂੰ ਅੰਦਾਜ਼ਾ ਨਹੀਂ ਹੋਣਾ ਕਿ ਵਰਕ ਦੀ ਡੈਫੀਨੇਸ਼ਨ ਕੀ ਹੈ। ਵਰਕ ਪਾਰਟੀਸਪੇਸ਼ਨ ਨੂੰ ਗਿਣਦੇ ਨੇ ਕਿ ਜਿਹੜਾ ਪੈਸੇ ਮਿਲਦੇ ਨੇ ਜਿਹੜੇ ਕੰਮ ਦੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੈਂ ਸਟੇਜ 'ਤੇ ਹੀ ਕਿਹਾ, ਫਿਰ ਮੈਨੂੰ ਬਾਅਦ 'ਚ ਕਈਆਂ ਨੇ ਕਿਹਾ ਵੀ ਜ਼ਿਆਦਾ ਹੀ ਕਹਿ ਦਿੱਤਾ, ਇੰਨਾ ਨਹੀਂ ਸੀ ਕਹਿਣਾ ਚਾਹੀਦਾ। ਮੈਂ ਕਿਹਾ ਇਹਦੇ ਮੁਤਾਬਕ ਕੋਈ ਮਦਰ ਵਰਕ ਨਹੀਂ ਕਰ ਰਹੀ। ਬੱਚੇ ਪੈਦਾ ਕਰਨਾ ਵਰਕ ਨਹੀਂ ਹੈ, ਉਹਨਾਂ ਨੂੰ ਪੜ੍ਹਾਉਣਾ ਪਾਲਣਾ ਪੋਸ਼ਣਾ ਵਰਕ ਨਹੀਂ ਹੈ। ਸਾਰਾ ਯੂਨੀਵਰਸ ਜਿਹੜਾ ਹੈ ਆਪਣਾ ਹਿਊਮਨ ਯੂਨੀਵਰਸ, ਉਹ ਜੇ ਇੱਕ ਦਿਨ ਦੀ ਸਟ੍ਰਾਈਕ ਕਰ ਦੇਣ ਔਰਤਾਂ, ਸਾਰੀ ਦੁਨੀਆ ਭੁੱਖੀ ਮਰ ਜਾਵੇ। ਸਾਰਾ ਫੂਡ ਪ੍ਰੋਵਾਈਡ ਉਹ ਕਰਦੀਆਂ ਨੇ, ਉਹ ਵਰਕ ਨਹੀਂ ਹੈ। ਪਰ ਮੈਂ ਕਿਹਾ ਬੈਗਰੀ ਵਰਕ ਹੈ, ਪ੍ਰੋਸਟੀਟਿਊਸ਼ਨ ਵਰਕ ਹੈ। ਮਤਲਬ ਇਹ ਮੇਲ ਡੋਮੀਨੈਂਸ ਦੇ ਜਿਹੜੇ ਇੰਡੀਕੇਟਰਸ ਨੇ, ਇਹ 1881 ਦੇ ਵਿੱਚ ਪੰਜਾਬ 'ਚ ਪਹਿਲਾ ਸੈਂਸਸ ਹੋਇਆ। 750 ਲੜਕੀਆਂ 1000 ਦੇ ਪਿੱਛੇ ਗਿਣਤੀ ਸੀ ਉਹਨਾਂ ਦੀ। ਜਿਹੜੀ ਨੇਚੁਰਲ ਬਰਥ ਰੇਟ ਹੈ ਲੜਕੀਆਂ ਅਤੇ ਲੜਕਿਆਂ ਦੀ, ਉਹ 1000 ਲੜਕਿਆਂ ਦੇ ਪਿੱਛੇ 1020 ਦੀ ਹੈ। ਜੇ ਨੇਚੁਰਲੀ ਕੋਈ ਦਖਲ ਨਾ ਦਿੱਤਾ ਜਾਵੇ, ਜਿੱਦਾਂ ਬੱਚੇ ਪੈਦਾ ਹੁੰਦੇ ਨੇ ਉਹਨੂੰ ਜਿਉਣ ਦਿੱਤਾ ਜਾਵੇ, ਤਾਂ 1000 ਦੇ ਪਿੱਛੇ 1020 ਲੜਕੀਆਂ ਹੋਣਗੀਆਂ। ਅਸੀਂ 1881 ਤੋਂ ਅੱਜ ਤੱਕ 19-21 ਦੇ ਫਰਕ ਨਾਲ ਕਦੇ 760 ਕਦੇ 770, ਵਿਚ ਮੀਨਸ ਕਿ 250 ਤੋਂ ਲੈ ਕੇ 100 ਤੱਕ। ਸੋ ਦਿਸ ਇਜ਼ ਅਵਰ ਰਿਐਲਿਟੀ ਕਿ ਅਸੀਂ 1881 ਤੋਂ ਅੱਜ ਤੱਕ 750 ਤੋਂ ਲੈ ਕੇ ਜਾਂ 800 ਤੋਂ ਲੈ ਕੇ ਲੜਕੀਆਂ ਪੈਦਾ ਨਹੀਂ ਹੋਣ ਦਿੱਤੀਆਂ। ਇਹ ਸਾਰੇ ਨਾਰਥ ਇੰਡੀਆ 'ਚ ਹੀ ਹੈ ਲਗਭਗ, ਇਕੱਲੇ ਆਪਣੇ ਨਹੀਂ ਹੈ। ਪਰ ਜਦੋਂ ਅਸੀਂ ਕਹਿੰਦੇ ਹਾਂ ਵੀ ਪੰਜਾਬੀਆਂ ਦੀ ਸ਼ਾਨ ਵੱਖਰੀ, ਇਹ ਗੱਲ ਵੀ ਧਿਆਨ 'ਚ ਸਾਨੂੰ ਰੱਖਣੀ ਚਾਹੀਦੀ ਹੈ ਕਿ ਫੀਮੇਲ ਇਨਫੈਂਟੀਸਾਈਡ ਸੀ ਪਹਿਲਾਂ, ਫਿਰ ਫੀਟੀਸਾਈਡ ਸੀ। ਇਹ ਹੋਈ, ਇਹਦੀ ਇੱਕ ਹੋਰ ਜੈਂਡਰ ਪੋਲੀਟਿਕਸ ਹੈ, ਉਹ ਆਪਾਂ ਕਿਤੇ ਫੇਰ ਕਰਾਂਗੇ ਕਿਉਂਕਿ ਆਪਣਾ ਇਹ ਟੌਪਿਕ ਨਹੀਂ ਹੈ ਅੱਜ। ਸੋ ਮਦਰ ਮੋਬਾਈਲ ਘੱਟ ਹੋ ਗਈ ਜਦੋਂ ਬੱਚਾ ਛੋਟਾ ਹੈ। ਉਹ ਵਿਚਾਰੀ ਫੂਡ ਨਹੀਂ ਇਕੱਠਾ ਕਰ ਸਕਦੀ, ਸ਼ਿਕਾਰ 'ਤੇ ਨਹੀਂ ਜਾ ਸਕਦੀ। ਉਹ ਮਤਲਬ ਜਿਹੜੇ ਗਰੁੱਪ ਬਣੇ, ਜਿਹੜੇ ਹਾਰਟੀਕਲਚਰ ਵਾਲੇ ਗਰੁੱਪ ਨੇ, ਕਨੌਰ 'ਚ ਜਾ ਕੇ ਦੇਖਿਓ ਜਿੱਥੇ ਮਦਰ ਡੋਮੀਨੈਂਸ ਹੈਗੀ ਹੈ। ਇਹ ਵੀ ਬੜੀ ਇੰਟਰਸਟਿੰਗ ਗੱਲ ਹੈ। ਚਲੋ ਮੈਂ ਤੁਹਾਨੂੰ ਦੱਸਦਾ ਹੀ ਜਾਵਾਂ ਕਿ ਮੈਨੂੰ ਪਹਿਲਾਂ ਇਹ ਲੱਗਦਾ ਸੀ ਵੀ ਸਾਡਾ ਜੋ ਰੂਲ ਨੇ ਠੀਕ ਨੇ। ਮੇਰੇ ਨਾਲ ਹੈੱਡ ਦੀ ਲੱਗਦੀ ਸੀ
ਜਦੋਂ ਮੈਂ ਗਿਆ ਪੜ੍ਹਾਉਣ, ਉਹ ਮੈਨੂੰ ਕਹਿੰਦਾ ਜੀ ਕਿਨਸ਼ਿਪ ਦਾ ਪੇਪਰ ਪੜ੍ਹਾਓ। ਮੈਂ ਉਹ ਪੜ੍ਹੀ ਨਹੀਂ ਸੀ। ਮੈਂ ਆਪਣੇ ਸੁਪਰਵਾਈਜ਼ਰ ਕੋਲ ਗਿਆ, ਉਹ ਕਹਿੰਦਾ ਯਾਰ ਬੜੀ ਗਲਤ ਕੰਮ ਕਰਿਆ ਉਹਨੇ। ਉਹ ਸਭ ਤੋਂ ਔਖਾ ਅਤੇ ਟੈਕਨੀਕਲ ਪੇਪਰ ਹੈ ਸੋਸ਼ੋਲੋਜੀ 'ਚ ਕਿਨਸ਼ਿਪ ਦਾ, ਜੇ ਤੁਸੀਂ ਦੇਖੋਗੇ ਕਦੇ। ਉਹਨੇ ਖੈਰ ਮੈਨੂੰ ਕਿਤਾਬਾਂ ਦੱਸੀਆਂ ਸਾਰੀਆਂ। ਉਹ ਕਹਿੰਦੇ ਵੀ ਅਸੀਂ ਉੱਥੇ ਇੰਗਲੈਂਡ 'ਚ ਨਾ ਜਦੋਂ ਇੰਟਰਵਿਊ ਕਰਦੇ ਹੁੰਦੇ ਸੀ, ਅਸੀਂ ਕਹਿੰਦੇ ਸੀ ਵੀ ਕਿਨਸ਼ਿਪ ਬਾਰੇ ਪੁੱਛ ਲਓ ਬੰਦੇ ਨੂੰ, ਜੇ ਉਹ ਆਉਂਦੀ ਹੈ ਤਾਂ ਬਾਕੀ ਪਰਚੇ ਆਪੇ ਪੜ੍ਹਾ ਲੂਗਾ। ਮਤਲਬ ਇੰਨਾ ਕੁ ਡਿਫੀਕਲਟ ਉਹ ਸੀਗਾ। ਪਰ ਫਿਰ ਮੈਨੂੰ ਲੱਗਿਆ, ਮੈਂ ਕਿਹਾ ਚਲੋ ਹੁਣ ਭਾਈ ਪੜ੍ਹਨਾ ਹੀ ਹੈ। ਅਤੇ ਮੈਂ ਪੜ੍ਹਿਆ, ਔਰ ਪੜ੍ਹ ਕੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਬਿਲਕੁਲ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੇ ਇੰਡੀਆ 'ਚ ਹੀ ਕੁਛ ਗਰੁੱਪ ਐਸੇ ਨੇ, ਅਸੀਂ ਤਾਂ ਸਮਝਦੇ ਨਾ ਕਿ ਮਤਲਬ ਜਿੱਦਾਂ ਦਾ ਸਾਡਾ ਸਿਸਟਮ ਹੈ, ਫਾਦਰ ਹੈ, ਮਦਰ ਹੈ, ਚਾਚੇ ਨੇ, ਤਾਏ ਨੇ, ਐਵੇਂ ਹੀ ਹੁੰਦਾ। ਜਦੋਂ ਮੈਨੂੰ ਪਤਾ ਲੱਗਿਆ ਵੀ ਕੁਛ ਗਰੁੱਪ ਐਸੇ ਨੇ ਜਿਹੜੇ ਮਾਤਾ ਪ੍ਰਧਾਨ ਨੇ। ਮਾਤਾ ਪ੍ਰਧਾਨ ਅਸੀਂ ਲਫ਼ਜ਼ ਤਾਂ ਵਰਤ ਲੈਂਦੇ, ਸਾਨੂੰ ਉਹਦੀ ਇੰਪਲੀਕੇਸ਼ਨ ਨਹੀਂ ਪਤਾ। ਉਹ 'ਚ ਪਿਓ ਦੀ ਕੋਈ ਇੰਸਟੀਟਿਊਸ਼ਨ ਨਹੀਂ ਹੈ। ਮਾਮਾ ਪਾਲਦਾ ਬੱਚੇ ਨੂੰ, ਅਥੋਰਟੀ ਹੈ ਜਿਹੜੀ ਉਹ ਮਾਮੇ ਕੋਲ ਹੈ। ਬ੍ਰਦਰ ਅਤੇ ਸਿਸਟਰ ਇਕੱਠੇ ਰਹਿੰਦੇ ਨੇ। ਹਸਬੈਂਡ ਦੀ ਜਿਹੜੀ ਇੰਸਟੀਚਿਊਟ ਹੈ ਉਹ ਵਿਜ਼ਿਟਿੰਗ ਹਸਬੈਂਡ ਹੈ, ਔਰ ਉਹ 1 ਤੋਂ 12 ਤੱਕ ਹਸਬੈਂਡ ਹੋ ਸਕਦੇ ਨੇ। ਇੰਟਰਸਟਿੰਗਲੀ, ਜਿਸ ਦਿਨ ਕਿਸੇ ਦੀ ਜੁੱਤੀ ਬਾਹਰ ਖੁੱਲ੍ਹੀ ਹੋਈ ਹੈ, ਦੂਜਾ ਹਸਬੈਂਡ ਕਹਿੰਦਾ ਚਲੋ ਨੈਕਸਟ ਟਾਈਮ ਸਹੀ। ਸਿਰਫ ਉਹਨਾਂ ਦਾ ਬੱਚੇ ਪੈਦਾ ਕਰਨ ਤੋਂ, ਇਨਸੈਮੀਨੇਸ਼ਨ ਤੋਂ ਬਿਨਾਂ ਕੋਈ ਰੋਲ ਨਹੀਂ ਹੈ। ਕੁਛ ਟਰਾਈਬ ਐਸੇ ਨੇ ਕਿ ਹਸਬੈਂਡ ਨੂੰ ਜਿਸ ਦਿਨ ਵਾਈਫ ਕਹਿ ਦੇਵੇ, ਉਹਦੀ ਜੁੱਤੀ 'ਤੇ ਛਤਰੀ ਚੱਕ ਕੇ ਬਾਹਰ ਰੱਖ ਦੇਵੇ, ਕਹਿ ਦੇਵੇ ਜਾ, ਸੁਪਰੀਮ ਕੋਰਟ ਤੱਕ ਚੈਲੰਜੇਬਲ ਨਹੀਂ, ਦੈਟ ਇਜ਼ ਡਿਵੋਰਸ। ਸੋ ਇੱਦਾਂ ਦੇ ਗਰੁੱਪ ਵੀ ਹੈਗੇ ਨੇ। ਮੈਨੂੰ ਲੱਗਦਾ ਵੀ ਸਾਡੇ ਹੀ ਬੜੇ ਸੈਕਰੋਸੈਂਕਟ ਨੇ। ਉੱਥੇ ਫਾਦਰ ਦਾ ਨਾਂ ਹੀ ਕੋਈ ਨਹੀਂ। ਸਾਡੇ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਇਹਦੇ ਫਾਦਰ ਦਾ ਨਾਂ ਨਹੀਂ ਪਤਾ, ਸਾਡੇ ਤਾਂ ਕਤਲ ਹੋ ਜਾਂਦੇ ਨੇ ਇਸ ਗੱਲ 'ਤੇ। ਪੈਟਰਨਟੀ ਇਜ਼ ਨੋ ਇਸ਼ੂ। ਇਹ ਸਿਰਫ ਛੋਟੇ ਗਰੁੱਪ ਸੀ। ਇਹਨਾਂ 'ਚ ਕਨੌਰ 'ਚ ਵੀ ਹੈ, ਜੌਨਸਰ ਬਾਵਰ ਦੇ ਵਿੱਚ ਹੈ। ਇਹ ਤਾਂ ਬਣੇ, ਮਦਰ ਦੀ ਡੋਮੀਨੈਂਸ ਤਾਂ ਹੋ ਸਕੀ ਕਿਉਂਕਿ ਜਿਹੜਾ ਉਹਦਾ ਮੋਡ ਆਫ ਪ੍ਰੋਡਕਸ਼ਨ ਸੀ, ਸ਼ਾਇਦ ਇਕੱਠਾ ਕਰਨਾ, ਜੜੀ ਬੂਟੀਆਂ ਇਕੱਠਾ ਕਰਨਾ ਜਾਂ ਬੂਟੇ ਪੈਦਾ ਕਰਨਾ, ਪਾਣੀ ਦੇ ਸਾਧਨ ਸੀਗੇ, ਉਹ ਰਿਲੇਟਿਵਲੀ ਸਟੇਸ਼ਨਰੀ ਸੁਸਾਇਟੀਜ਼ ਸੀਗੀਆਂ। ਪਰ ਜਿਉਂ ਹੀ ਇਨਸਾਨ ਸਟੋਰੀ ਐਂਥਰੋਪੋਲੋਜੀ ਜਿਵੇਂ ਜਾਂਦੀ ਹੈ, ਜਿਉਂ ਹੀ ਅਸੀਂ ਹੰਟਰ ਬਣੇ, ਸ਼ਿਕਾਰ ਕਰਨ ਲੱਗ ਗਏ, ਮਾਰ ਲਿਆਂਦੇ, ਖਾ ਲਏ। ਕਿਉਂਕਿ ਦੇਖੋ ਹੁਣ ਤਾਂ ਆਪਣੇ ਫਰਿੱਜਾਂ ਭਰੀਆਂ ਪਈਆਂ ਨੇ। ਤੁਸੀਂ ਟਰਾਈਬਲ ਸਿਚੁਏਸ਼ਨ ਇਮੈਜਿਨ ਕਰਕੇ ਦੇਖੋ ਕਿ 20-25 ਬੰਦਿਆਂ ਦਾ ਗਰੁੱਪ ਹੈ, ਖਾਣ ਨੂੰ ਤਾਂ ਸਵੇਰੇ ਹੀ ਫਿਕਰ ਪੈ ਜਾਂਦਾ ਕਿ ਕਿੱਥੋਂ ਲੱਭਣਾ। ਜਿਹੜੇ ਸ਼ਿਕਾਰੀ ਸੀ ਖਾਸ ਕਰਕੇ, ਉਹ ਜਾਂਦੇ ਹੋਣਗੇ। ਉਹ ਫਿਰ ਕੀ ਹੁੰਦਾ ਸੀ, ਕਈ ਵਾਰ ਉਹ ਬੱਚੇ ਫੜ ਵੀ ਲਿਆਉਂਦੇ ਸੀ ਨਾਲ ਨਾਲ। ਜਦੋਂ ਛੋਟੇ ਬੱਚੇ ਫੜ ਲਿਆਉਂਦੇ ਸੀ, ਉਹਨੂੰ ਪਾਲ ਵੀ ਲੈਂਦੇ ਸੀ। ਪਸ਼ੂ ਪਾਲਣ ਅਸਲ 'ਚ ਉੱਥੋਂ ਸ਼ੁਰੂ ਹੋਇਆ। ਉਹ ਸੁਸਾਇਟੀ ਜਿਹੜੀਆਂ ਹੰਟਰ ਸੁਸਾਇਟੀ ਸੀਗੀਆਂ, ਹੌਲੀ ਹੌਲੀ ਉਹ ਪਸ਼ੂ ਪਾਲਣ ਸੁਸਾਇਟੀਜ਼ ਬਣੀਆਂ ਸੀ। ਉਹਨੂੰ ਹਰਡਸਮੈਨ ਕਹਿੰਦੇ ਆ। ਇਹ ਬਹੁਤ ਸਦੀਆਂ ਰਹੀਆਂ, ਹਜ਼ਾਰਾਂ ਸਾਲ। ਪਰ ਉਹਨਾਂ ਨੇ ਪਸ਼ੂ ਪਾਲਣੇ, ਉਹਨਾਂ ਦੀ ਨਸਲ ਸੁਧਾਰਨੀ, ਕੰਟਰੋਲ ਕਰਨਾ, ਇਹ ਬੜਾ ਔਖਾ ਕੰਮ ਸੀ ਆਪਣੇ ਆਪ ਦੇ ਵਿੱਚ। ਪਰ ਇਹਦੇ 'ਚ ਸਪੀਡ ਦੀ ਜ਼ਰੂਰਤ ਸੀ, ਤਾਕਤ ਦੀ ਜ਼ਰੂਰਤ ਸੀ। ਔਰਤਾਂ ਇਹ ਨਹੀਂ ਸੀ ਕਰ ਸਕਦੀਆਂ। ਮੇਲ ਡੋਮੀਨੈਂਸ ਉੱਥੋਂ ਸਟਾਰਟ ਹੋਈ ਹੈ ਸੱਚ। ਹਰਡਸਮੈਨ ਦੇ ਵਿੱਚ ਔਰਤ ਹੈ ਜਿਹੜੀ ਧਾਰਾਂ ਕੱਢ ਸਕਦੀ ਹੈ, ਰਹਿ ਸਕਦੀ ਹੈ, ਮਤਲਬ ਉਹ ਭੱਜ ਨਹੀਂ ਸਕਦੀ ਉਹਨਾਂ ਦੇ ਪਿੱਛੇ ਉਹਨਾਂ। ਔਰ ਜਿਹੜਾ ਪਸ਼ੂ ਨੂੰ ਕੰਟਰੋਲ ਕਰ ਸਕਦਾ ਹੈ, ਉਹੀ ਸਭ ਤੋਂ ਪਾਵਰਫੁਲ ਮੰਨਿਆ ਜਾਂਦਾ ਸੀ। ਪਹਿਲਾ ਗੋਡ ਪਸ਼ੂਪਤੀ ਹੋਈ ਸੀ। ਪਰ ਇੰਟਰਸਟਿੰਗਲੀ ਅਸੀਂ ਕਈ ਵਾਰੀ ਨੋਟਿਸ ਨਹੀਂ ਕਰਦੇ, ਜੇ ਦੇਖੋਗੇ ਤੁਸੀਂ ਸਾਰੀਆਂ ਜਿਹੜੀਆਂ ਪਾਪੂਲਰ ਫਿਲਮਾਂ ਹੋਈਆਂ US ਦੇ ਵਿੱਚ, ਮੈਕਸੀਕਨ ਵਗੈਰਾ, ਕੌਬੋਆਇਜ਼ ਨੇ ਉਹਦੇ ਹੀਰੋ, ਜਿਹੜੇ ਗਾਵਾਂ ਨੂੰ ਕੰਟਰੋਲ ਕਰਦੇ ਸੀ, ਘੋੜੇ ਦੇ ਉੱਪਰ ਚੜ੍ਹ ਕੇ ਉਹ ਰੱਸਾ ਜਿਹਾ ਫੜ ਕੇ। ਤੁਸੀਂ ਦੇਖੇ ਹੋਣਗੇ ਉਹ ਸਭ ਦੇ ਸਭ। ਸਾਡੇ ਜਿੰਨੇ ਹੀਰੋ ਨੇ, ਗੋਪਾਲ ਕ੍ਰਿਸ਼ਨ ਜੀ ਤੋਂ ਲੈ ਕੇ, ਉਹਦਾ ਵੀ ਗਊਆਂ ਦੀ ਉਹ ਸਟੋਰੀ ਹੈ ਸਾਰੀ। ਰਾਂਝੇ ਤੱਕ ਉਹ ਕਹਿੰਦੇ ਜੀ ਪੰਜਲੀ ਵਜਾ ਕੇ ਮੱਝਾਂ ਕੰਟਰੋਲ ਕਰ ਲੈਂਦਾ ਸੀ। ਪਸ਼ੂ ਪਾਲਣ ਦੀ ਸਾਰੀ ਹੈ। ਪਰ ਉਹ ਮੇਲ ਡੋਮੀਨੈਂਸ ਦਾ ਇੱਕ ਕਾਰਨ ਮੇਜਰ ਉਹ ਬਣੀ। ਪਹਿਲਾਂ ਜਿਹੜੀ ਹਾਰਟੀਕਲਚਰ ਸੀ, ਉਹਦੀ ਬਜਾਏ ਫਿਰ ਜਦੋਂ ਐਗਰੀਕਲਚਰ ਦੁਬਾਰਾ ਆਈ, ਉਹ ਵੀ ਐਕਸਟੈਂਸਿਵ ਸੀ। ਉਹਦੇ 'ਚ ਵੀ ਸ਼ਕਤੀ ਦੀ ਲੋੜ ਸੀ, ਭੱਜ ਨੱਠ ਦੀ ਲੋੜ ਸੀ, ਕੰਟਰੋਲ ਦੀ ਜ਼ਰੂਰਤ ਸੀ। ਉਹਦੇ 'ਚ ਇਹ ਹੋਇਆ। ਸੋ ਇਹ ਨੀਡ 'ਚੋਂ ਨਿਕਲੀਆਂ ਸੁਸਾਇਟੀਜ਼। ਜਿਹੜੇ ਫੈਮਿਨਿਸਟ ਅੱਜ ਕੱਲ੍ਹ ਕਹਿੰਦੇ ਨਾ ਵੀ ਮੇਲ ਡੋਮੀਨੈਂਸ ਹੈ, ਬੰਦੇ ਬੜੇ ਬਦਮਾਸ਼ ਨੇ, ਇਹਨਾਂ ਨੇ ਐਂ ਕਰ ਲਿਆ, ਉਹ ਕਰ ਲਿਆ, ਇੱਦਾਂ ਨਹੀਂ ਕਦੇ ਵੀ ਹੁੰਦਾ। ਬੰਦਿਆਂ ਨੇ ਬੈਠ ਕੇ ਮੀਟਿੰਗ ਕਰਕੇ ਨਹੀਂ ਫੈਸਲਾ ਕਰਿਆ ਵੀ ਹੁਣ ਔਰਤਾਂ ਨੂੰ ਦਬਾਇਆ ਕਰਨਾ। ਨੋ, ਇਹ ਹੋ ਹੀ ਨਹੀਂ ਸਕਦਾ। ਸੁਸਾਇਟੀਜ਼ ਮੈਨੂਫੈਕਚਰ ਨਹੀਂ ਹੁੰਦੀਆਂ, ਇਹ ਇਵੋਲਵ ਹੁੰਦੀਆਂ ਨੇ। ਇਹ ਜ਼ਰੂਰਤਾਂ 'ਚੋਂ ਚੀਜ਼ਾਂ ਨਿਕਲੀਆਂ। ਪਰ ਜਦੋਂ ਹੌਲੀ ਹੌਲੀ ਵਿਕਸਿਤ ਹੋਰ ਹੋ ਜਾਂਦਾ ਤਾਂ ਕੁਝ ਚੀਜ਼ਾਂ ਅਸੀਂ ਗੈਰ ਜ਼ਰੂਰੀ ਐਵੇਂ ਨਾਲ ਬੈਗੇਜ ਚੱਕੀ ਰੱਖਦੇ ਹਾਂ, ਉਹਦੀ ਜ਼ਰੂਰਤ ਨਹੀਂ ਹੁੰਦੀ। ਜਦੋਂ ਔਰਤਾਂ ਇੰਪਾਵਰ ਹੋ ਗਈਆਂ, ਹੋਰ ਬੰਦਿਆਂ ਵਰਗੇ ਰੋਲ ਪੈਦਾ ਕਰਨ ਲੱਗ ਗਈਆਂ, ਸਾਰੇ ਕੰਮ ਉਹਨਾਂ ਦੀ ਐਫੀਸ਼ੀਐਂਸੀ ਆ ਗਈ, ਵੀ ਸ਼ੁੱਡ ਰਿਕਗਨਾਈਜ਼ ਦੈਟ। ਇਹ ਸਾਡੇ ਕੋਲ ਸਿਸਟਮ ਨਹੀਂ ਹੈ। ਸੋ ਅਸੀਂ ਫਿਰ ਇਹ ਸਿਸਟਮ ਬਣਾ ਲਿਆ ਕਿ ਉਹਨਾਂ ਨੂੰ ਪੈਟਰੋਨਾਈਜ਼ ਕਰੋ ਕਿ ਠੀਕ ਹੈ, ਤੁਹਾਡਾ ਇੱਕ ਦਿਨ ਤੁਹਾਨੂੰ ਦਿੱਤਾ ਵਿਮਨ ਡੇ, ਉਦੋਂ ਜੋ ਮਰਜ਼ੀ ਕਰ ਲਓ। ਲੁੱਕ ਐਟ ਇਟ। ਇਹ ਵੀ ਮੇਲ ਸੋਸਾਇਟੀ ਦੀ, ਮੇਲ ਡੋਮੀਨੈਂਟ ਸੋਸਾਇਟੀ ਦੀ ਉਹ ਹੈਗੀ ਇਹ। ਪਰ ਚਲੋ ਖੈਰ, ਆਪਾਂ ਥੋੜ੍ਹਾ ਜ਼ਿਆਦਾ ਪਾਸੇ ਜਾ ਰਹੇ ਹਾਂ। ਸੋ ਮੇਲ ਡੋਮੀਨੈਂਸ ਹੋ ਗਈ। ਸੋਸ਼ਲ ਰੀਪਰੋਡਕਸ਼ਨ ਜਿਹੜੀ ਸਾਡੀ ਉਹ ਸੋਸ਼ਲ ਹੋ ਗਈ। ਬਾਇਓਲੋਜੀਕਲ ਤਾਂ ਹੈ ਹੀ ਹੈ,
पर वो तुसीं जे किनशिप पढ़ोगे बहुत इंटरस्टिंग गल है। साडे जिहड़ी लेजिटिमेसी ऑफ चाइल्ड है वो मैरिज नाल जुड़ी हुई है। जे तुसीं लीगली मैरिड नहीं बच्चा पैदा कर लिया, वो बच्चा लेजिटिमेट नहीं है। अपने तो बहुत घट है जिहड़ियां सोसाइटीज़ नोबल जिहड़ी क्लास सीगी इंग्लैंड वगैरह दे विच, उन्हां दे बहुत सारियां मेड्स दे बच्चे पैदा कर दिंदे सी। वो जिहड़े फ्यूडल लॉर्ड सीगे उन्हां नूं डर्टी हैरी जां बास्टर्ड्स कहा जांदा। साडे बहुत सारे अंग्रेज अफसर उही सी जिहड़े इत्थे आए सी, इस करके वो ज़्यादा क्रूअल भी सी। उन्हां नूं पूरा हिस्सा, पूरी इज्जत, पूरा मान नहीं सी मिलदा। सो ये लेजिटिमेसी ऑफ चाइल्ड है जिहड़ी, ये मेल सोसाइटी दे नाल फीमेल नाल भी जुड़ी हुई है वैसे, पर ये बहुत इंपॉर्टेंट हो गई इस करके क्योंकि साडी प्रोडक्शन सोशल रिप्रोडक्शन है। असीं दो बार पैदा होने आ। एक तो मदर पैदा करन दी बच्चे नूं बायोलॉजिकल रिप्रोडक्शन है, एक समाज उन्होंने 5-6 साल की सारी उम्र ही सोशलाइजेशन चलती रहिंदी है। सो वो सोशली रिप्रोड्यूस्ड जीव हाँ असीं जिहड़े कि होर नहीं हैं। सो ये एक नैक्सट इंप्लीकेशन हुई जिहदी सोशल रिलेशनशिप्स लिए बड़ी सीरीयस गल सीगी। ते एलैबोरेटिड सोशलाइजेशन वो तो है ही, खैर वो तो चलती हुई रहिंदी है। मैनूं तो समझ ही नहीं आई, मतलब जिहड़े पेरेंट्स की होर की असीं सारे ही एक दूए नूं जज करते रहने हो कि यार वो तो उत्थे इदां नहीं सी करना, वो ठीक सी और नहीं ठीक सी। हर वक्त कचहरी बैठी रहिंदी है साडे उपर। जे ना भी बाहर कचहरी बैठी होवे साडा अपना माइंड ही करदा रहिंदा है कि यार मैं इदां काहनूं कहना सी उहनूं, उत्थे एवें गाल कड्ढी है ना। चलो अगली बार मिलूगा तो माफ़ी मंग लांगे, अगली बार अगला कढ़ दिंदा मूहरियों कम कचहरियां तक पहुँच जाता है। सो ये साडे अंदर एक सिलसिला रैगूलर एलैबोरेटिड सोशलाइजेशन का चलता रहिंदा। असीं अपने आप नूं हमेशा ही सोशलाइज जां सिविलाइज करते रहने आ, कॉन्शियसली जां अनकॉन्शियसली। सो ये हुण आपां थोड़ा जिहा डूंघे उतरन की कोशिश कर रहे हैं, तो पर थोड़ा ये अज वाला जे झल जाओगे ना तो होम्योपैथी तरह कल नूं असर होगा इसदा। इट वॉज ए बिग एवोल्यूशनरी लीप जिहड़ा असीं तुहाडे आउण तो पहलां दस्सिया कि जिहड़ा अपराइट पोस्चर अपने होया ना, इहदे नाल प्रैगनेंसी लटक गई, 9 महीने की हो गई, बच्चा कच्चा पैदा हो गया, उहनूं संभालण लई ग्रुप की जरूरत सी, तां करके असीं ज़्यादा सोशल हाँ। ये रिवोल्यूशनरी लीप इदां सी बहुत वड्डी कि रिप्रोडक्शन बायोलॉजिकल ते सोशल हो गई जिहड़ी होरनां च नहीं सी। ਉਹਦੇ ਨਾਲ ਕੀ ਹੋਇਆ कि सोशलाइजेशन बहुत सारी नॉलेज, बहुत सारी इन्फॉर्मेशन, क्योंकि ब्रेन ਵੱਡਾ ਸੀ, इस करके ह्यूमन ਜਿਹੜਾ बीइंग है वो इंटैलीजेंट एनीमल बन गया। मतलब ਉਹਦੀ फिजिकल शक्ति तो बेशक घट है, पर ਉਹਦੀ मैंटल ਤੇ ਜਿਹੜੀ ਉਹਦੀ ब्रेन की पावर सी वो स्टोरेज की, मतलब इधरों उधरों इन्फॉर्मेशन लैन की, कुलैक्ट करन दी, ਉਹਨੂੰ स्टोर करके रीयूज़ करन दी, ਉਹਦੇ बेस ते सिੱਟੇ ਕੱਢਣ ਦੀ ਇਹ कैपेसिटी जानवरां 'ਚ नहीं सी। सो ਇਹਦੇ 'ਚ आ गई। ये एक बहुत ਵੱਡਾ अपने आप ਦੇ ਵਿੱਚ ਰੈਵੋਲੂਸ਼ਨ ਸੀਗਾ। ਇਹ ਮੇਟਿੰਗ ਦੇ ਲਈ ਅਸੀਂ रूल्स बना ले, कंट्रोल कर लिया नेचर ਨੂੰ। देखो जानवरां 'ਚ ਤੁਸੀਂ देखोगे जानवरां 'ਚ आलमोस्ट सीजन ने, मेटिंग सीजन ने, ब्रीडिंग सीजन ने, वो तो उरे परे जानवरों का कोई तल्लक नहीं किसी नाल। असीं साडे सारे सीजन ही मेटिंग सीजन, ब्रीडिंग सीजन बना लिया, असीं इंडिपेंडेंट हो गए उहदे तो। पर इहदा एक भयानक रिजल्ट ये निकलिया कि बहुत लड़ाइयां फीमेल कंट्रोल के लिए अजे भी बांदरां च, होरनां सारियां च हुंदियां ने, कुत्ते बिल्ले लड़ते रहंदे ने आपस में, पर मेल डोमीनेंस भी थोड़ी जी हैगी है कि जिहड़ा तकड़ा मेल है वो दूजे नूं भजा दिंदा है। घोड़ियां च, बांदरां च, चिंपैंजीज़ दे विच सारियां च हैगा एलीमेंट जिन्हों अल्फा मेल सिंड्रोम कहने असीं, कि जिहड़ा सब तो तकड़ा मेल है वो फीमेल नूं मोनोपोलाइज कर लूगा, बाकियां नूं वो शंट आउट कर दूगा। हौली हौली असीं इहनूं प्रॉपर्टी नाल भी जोड़ लिया कि वो सारे साधन ही इकट्ठे कर लूगा, ਉਹਦੇ ਚੋਂ ਹੀ किंग ਬਣਿਆ असल ਦੇ ਵਿੱਚ। मतलब ਅਸੀਂ ਇਹ ਜਿਹੜਾ ਸੁਣਦੇ ਨਾ ਵੀ 300 ਰਾਣੀ ਹੁੰਦੀ ਸੀ, ਜੇ ਸੀ ਉਹ ਸੀ, ਉਹ ਇਸ ਇਹਦਾ ਸਿੰਬਲ ਹੈ ਉਹ ਅਸਲ ਦੇ ਵਿੱਚ ਅਲਫਾ ਮੇਲ ਦਾ ਐਕਚੁਅਲੀ, ਕਿ ਉਹ ਡੋਮੀਨੇਟਿੰਗ ਮੇਲ ਸੀ, ਬਾਕੀਆਂ ਨੂੰ ਉਹ ਜਾਂ ਭਜਾ ਦਿੰਦਾ ਸੀ ਜਾਂ ਛੋਟੇ ਕਰ ਦਿੰਦਾ ਸੀ। ਹੁਣ ਵੀ ਸਾਡੇ ਅੰਦਰ ਇਹ ਹੈਗਾ, ਇਹ ਬਹੁਤ ਸਟਲ ਰੂਪ ਦੇ ਵਿੱਚ, ਸਫਿਸਟੀਕੇਟਡ ਰੂਪ ਦੇ ਵਿੱਚ ਜਿਹੜਾ ਬੰਦਾ ਅਫਸਰ ਹੈ, ਜਿਹੜਾ ਬੰਦਾ ਲੀਡਰ ਹੈ, ਜਿਹੜਾ ਬੰਦਾ ਦੂਜਿਆਂ ਤੋਂ ਵੱਧ ਕੈਪੇਬਲ ਹੈ, ਉਹ ਅਨਕੌਂਸ਼ੀਅਸਲੀ ਦੂਜਿਆਂ ਨੂੰ ਛੋਟੇ ਕਰ ਦਿੰਦਾ ਕਈ ਵਾਰੀ। ਇਸੇ ਕਰਕੇ ਬਹੁਤ ਸਾਰੀਆਂ ਪਰਿਵਾਰਾਂ 'ਚ ਤੁਸੀਂ ਦੇਖਿਆ ਹੋਣਾ ਪਾਰਟੀਆਂ 'ਚ ਰੰਜਿਸ਼ਾਂ ਵੱਧਦੀਆਂ ਨੇ। ਖੈਰ ਚਲੋ ਉਹ ਇੱਕ ਹੋਰ ਚੀਜ਼ ਹੈ, ਪਰ ਅਸੀਂ ਫਿਰ ਸਾਨੂੰ ਰੂਲ ਬਣਾਉਣੇ ਪਏ ਕਿ ਫਿਰ ਇੱਦਾਂ ਬਾਕੀ ਤਾਂ ਖਤਮ ਹੀ ਹੋ ਜਾਣਗੇ ਸਾਰੇ। ਫਿਰ ਅਸੀਂ ਮੈਰਿਜ ਦੇ ਰੂਲ ਬਣਾਏ। ਉਹ ਈਡੀਪਸ ਕੰਪਲੈਕਸ ਦੀ ਸਟੋਰੀ ਹੈ ਕਿ ਉਹਨਾਂ ਨੇ ਬੱਚਿਆਂ ਨੇ ਆਪਣਾ ਫਾਦਰ ਹੀ ਮਾਰਤਾ ਸੀ। ਫਿਰ ਗਿਲਟ 'ਚੋਂ ਦੇ ਡਿਸਾਈਡਡ ਕਿ ਆਪਾਂ ਜਿਹੜੇ ਪ੍ਰਾਇਮਰੀ ਸਾਡੇ ਰਿਲੇਸ਼ਨਸ ਨੇ ਉਹਨਾਂ 'ਚ ਅਸੀਂ ਮੇਟਿੰਗ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਇੰਸੈਸਟ ਟੈਬੂਜ਼ ਕਹਿੰਦੇ ਆ, ਮਾਂ ਪੁੱਤ, ਭੈਣ ਭਰਾ, ਪਿਓ ਧੀ, ਇਹ ਜਿਹੜੇ 3 ਰਿਲੇਸ਼ਨਸ ਨੇ ਜਿਨ੍ਹਾਂ 'ਚ 6 ਯੂਨਿਟ ਨੇ, 6 ਰੋਲ ਨੇ,
ਇਹ ਬਹੁਤ ਸੀਰੀਅਸ, ਇਹ ਹਿਊਮਨ ਸੁਸਾਇਟੀ 'ਚ ਹੀ ਹੈ, ਹੋਰ ਕਿਤੇ ਨਹੀਂ ਹੈ। ਇਹ ਦਿਸ ਵਾਜ਼ ਏ ਬਿਗ ਐਂਥਰੋਪੋਲੋਜੀਕਲ ਲੀਫ ਕਿ ਅਸੀਂ ਉਹਦੇ ਨਾਲੋਂ ਨੇਚਰ ਤੋਂ ਆਪਣੇ ਆਪ ਨੂੰ ਅਸੀਂ ਸੈਪਰੇਟ ਕਰ ਲਿਆ, ਤੋੜ ਲਿਆ। ਪਰ ਉਹਦੇ ਬਹੁਤ ਸਾਰੇ ਰਿਜ਼ਲਟ ਨਿਕਲੇ। ਇੱਕ ਰਿਜ਼ਲਟ ਇਹ ਵੀ ਨਿਕਲਿਆ ਕਿ ਅਸੀਂ ਸੈਕਸ ਨੂੰ ਨੇਚਰ ਨਹੀਂ ਛੱਡਿਆ, ਕਲਚਰਲ ਬਣਾ ਲਿਆ, ਅਤੇ ਇਸੇ ਕਰਕੇ ਅਸੀਂ ਸੈਕਸ ਨਾਲ ਓਬਸੈਸਡ ਬਹੁਤ ਹੋ ਗਏ। ਇਹ ਸਾਡੇ ਮਨ 'ਚ ਹਰ ਵਕਤ ਹੀ ਲੱਗਿਆ ਰਹਿੰਦਾ। ਉਹਦੇ ਸਾਰੀ ਐਂਟਰਟੇਨਮੈਂਟ ਇੰਡਸਟਰੀ ਸਾਡੀ, ਸਾਰਾ ਲਿਟਰੇਚਰ ਸਭ ਇਹਦੇ 'ਤੇ ਖੜ੍ਹਾ। ਤੁਸੀਂ ਦੋ ਚੀਜ਼ਾਂ ਕੱਢ ਦਿਓ ਫਿਲਮਾਂ ਅਤੇ ਸੀਰੀਅਲ ਦੇ ਵਿੱਚੋਂ, ਸੈਕਸ ਅਤੇ ਵਾਇਲੈਂਸ, ਸਾਰਾ ਕੁਛ ਹੀ ਬੋਰਿੰਗ ਹੋ ਜਾਂਦਾ। ਕੁਛ ਵੀ ਤੁਹਾਨੂੰ ਦੇਖਣ ਨੂੰ ਹੀ ਜੀ ਨਹੀਂ। ਅਗਲੇ ਕਹਿੰਦੇ ਜੇ ਬਾਹਰ ਫਿਲਮ ਕਹਿੰਦੇ ਹੈ ਹੀ ਨਹੀਂ, ਕੋਈ ਗੱਲ ਹੀ ਨਹੀਂ ਸੀ ਇਹਦੇ 'ਚ, ਮਤਲਬ ਬਾਹਰ ਨਿਕਲ ਕੇ ਨਾ ਫਿਲਮ ਦਾ। ਸੋ ਇਹ ਸਾਡੇ ਮਤਲਬ ਉਹਦੀ ਜਿਹੜੀ ਉਹ ਸਟੈਪ ਅਸੀਂ ਚੱਕਿਆ, ਇਹ ਉਹਦੇ ਸਿੱਟੇ ਨੇ ਅੱਗੇ, ਔਰ ਇਹਦੇ ਕਰਕੇ ਬੜੇ ਉਹ ਹੋਏ। ਅੱਛਾ, ਇਹਦੇ 'ਚੋਂ ਇੱਕ ਹੋਰ ਚੀਜ਼ ਡਿਵੈਲਪ ਜਿਹੜੀ ਹੋਈ, ਕਿਉਂਕਿ ਅਸੀਂ ਜੰਗਲ ਤੋਂ ਵੀ ਬਾਹਰ ਆ ਗਏ, ਸੁਸਾਇਟੀਜ਼ ਬਣਾ ਲਈਆਂ, ਇੱਕ ਦੂਜੇ ਨਾਲ ਕੋਪਰੇਸ਼ਨ ਬਹੁਤ ਜ਼ਿਆਦਾ ਵੱਧ ਗਿਆ। ਕੋਪਰੇਸ਼ਨ ਵਧਣ ਦਾ ਰਿਜ਼ਲਟ ਕੀ ਹੋਇਆ ਕਿ ਲੈਂਗੁਏਜ ਅਸੀਂ ਡਿਵੈਲਪ ਕਰ ਲਈ ਬਹੁਤ ਸਾਰੀ। ਜਾਨਵਰਾਂ 'ਚ ਇੰਨੀ ਡਿਵੈਲਪਡ ਲੈਂਗੁਏਜ ਨਹੀਂ ਹੈ। ਸਾਡੇ ਜਿਹੜੇ ਵੋਕਲ ਕੋਰਡ ਨੇ ਬੇਸਿਕਲੀ ਖਾਣ ਲਈ ਉਹ ਬਣੇ ਹੋਏ ਨੇ, ਪਰ ਅਸੀਂ ਇਹਦੇ 'ਚੋਂ ਮਲਟੀਪਲ ਸਾਊਂਡਸ, ਸਾਡੇ ਬਜ਼ੁਰਗਾਂ ਨੇ ਪਤਾ ਨਹੀਂ ਸਦੀਆਂ ਤੋਂ ਲੱਗੇ ਹੋਣਗੇ, ਬਹੁਤ ਸਾਰੀਆਂ ਸਾਊਂਡਸ ਕੱਢਣੀਆਂ ਸਿੱਖ ਲਈਆਂ, ਸਾਊਂਡਸ ਡਿਫਰੈਂਸ਼ੀਏਟ ਕਰ ਲਈਆਂ, ਉਹਨਾਂ ਨੂੰ ਚੀਜ਼ਾਂ ਨਾਲ ਜੋੜਤਾ ਕਿ ਇਹ ਸਾਊਂਡ ਕੱਢਾਂਗੇ ਤਾਂ ਇਹਦਾ ਇਹ ਮਤਲਬ ਹੈ। ਸੋ ਲੈਂਗੁਏਜ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਏਰੀਆ ਜੇ ਤੁਸੀਂ ਸਟੱਡੀ ਕਰੋ, ਕਿ ਉਹਦੇ 'ਚ ਅਸੀਂ ਫਿਰ ਕੌਨਸੈਪਟ, ਉਹਦੇ 'ਚ ਅਸੀਂ ਸਟੋਰੇਜ ਆਫ ਨੌਲੇਜ ਹੋ ਗਈ। ਅਤੇ ਉਹ ਮਤਲਬ ਆਪਣੇ ਆਪ ਦੇ ਵਿੱਚ ਪਹਿਲਾਂ ਇਹ ਲੱਗਦਾ ਸੀ ਕਿ ਜਿਹੜੀਆਂ ਪਹਿਲੀਆਂ ਨੌਲੇਜ ਲੈਂਗੁਏਜ ਸੀਗੀਆਂ, ਅਸੀਂ ਉਹਨਾਂ ਨੂੰ ਸੇਕਰੇਟ ਲੈਂਗੁਏਜ ਕਹਿੰਦੇ ਸੀ, ਕਿ ਇਹ ਤਾਂ ਉੱਪਰੋਂ ਹੀ ਆਈ ਹੈ। ਇਸੇ ਕਰਕੇ ਵੇਦਾਂ ਨੂੰ ਇਹ ਕਿਹਾ ਜਾਂਦਾ ਵੀ ਉੱਪਰੋਂ ਹੀ ਉਤਰੇ ਨੇ। ਜੇ ਤਾਂ ਲੈਟਨ ਵਾਲੇ ਵੀ ਇਹੀ ਕਹਿੰਦੇ ਨੇ, ਗਰੀਕ ਵਾਲੇ ਵੀ ਇਹੀ ਕਹਿੰਦੇ ਸੀ, ਅਰੈਬਿਕ ਵਾਲੇ ਵੀ ਇਹੀ ਕਹਿੰਦੇ ਨੇ। ਉਹ ਕਹਿੰਦੇ ਜੀ ਕੁਰਾਨ ਹੈ ਜਿਹੜੀ ਅਰੈਬਿਕ ਦੇ ਵਿੱਚ ਉਤਰੀ। ਇੱਕ ਵਾਰੀ ਇਹ ਰੌਲਾ ਪੈ ਗਿਆ ਸੀ ਕਿਤੇ, ਕੁਛ ਆਇਤਾਂ ਸ਼ਾਇਦ ਇਰਾਨ ਵਾਲਿਆਂ ਨੇ ਲਿਖੀਆਂ, ਉਹ ਕਹਿੰਦੇ ਨਹੀਂ ਇਹਦੇ 'ਚ ਕਹਿੰਦੇ ਕਿਵੇਂ ਹੋ ਸਕਦਾ। ਫਿਰ ਉਹਨੇ ਇੱਕ ਨਾਵਲ ਲਿਖਿਆ, ਰਸ਼ਦੀ ਨੇ, ਤੁਸੀਂ ਸੁਣਿਆ ਹੋਣਾ, ਜਿਹੜਾ ਉਹ ਹਾਂ ਮਤਲਬ ਜਿਹੜੀਆਂ ਉਹ ਕਿਸੇ ਨੇ ਇਹ ਕਹਿ ਦਿੱਤਾ ਵੀ ਇਹਦਾ ਮਤਲਬ ਕਹਿੰਦਾ ਸ਼ੈਤਾਨ ਵੀ ਕਹਿੰਦਾ ਅਰੈਬਿਕ 'ਚ ਹੀ ਬੋਲਿਆ ਸੀ। ਉਹਨੇ ਇਹੀ ਗੱਲ ਕਹੀ ਸੀ, ਅਸਲ ਜੀ ਤੋਂ ਪੰਗਾ ਪਿਆ ਜ਼ਿਆਦਾ। ਸੋ ਲੈਂਗੁਏਜ ਨੂੰ ਸੇਕਰੇਡ ਸਮਝਿਆ ਜਾਂਦਾ ਸੀ ਪਹਿਲਾਂ, ਔਰ ਲੈਂਗੁਏਜ ਸਿਖਾਉਣਾ ਇਹ ਆਪਣੇ ਆਪ 'ਚ ਵੱਡਾ ਕੰਮ ਸੀ। ਵੈਦਿਕ ਜਿਹੜੀ ਆ ਬਣੀ, ਜਿਹੜਾ ਕਾਸਟ ਸਿਸਟਮ ਜਿਸ ਚੋਂ ਬਾਅਦ 'ਚ ਡਿਵੈਲਪ ਕੀਤਾ ਗਿਆ, ਕਿ ਵੇਦਾਂ ਦੀ ਸੁਣ ਹੀ ਨਹੀਂ ਸਕਦਾ ਬੰਦਾ। ਸੋ ਉਹਨਾਂ ਨੇ ਆਪਣੀ ਲੈਂਗੁਏਜ ਕੱਢ ਲਈ। ਬੁੱਧ ਨੇ ਜਦੋਂ ਫਿਰ ਲਿਖਿਆ, ਬੁੱਧ ਨੇ ਸੰਸਕ੍ਰਿਤ 'ਚ ਨਹੀਂ ਇਹਨਾਂ ਨੇ ਲਿਖਿਆ, ਉਹਨੇ ਪ੍ਰਚਾਰ ਫਿਰ ਪ੍ਰਾਕ੍ਰਿਤ ਦੇ ਵਿੱਚ ਕੀਤਾ, ਪਾਲੀ ਦੇ ਵਿੱਚ ਕੀਤਾ। ਬੁੱਧ ਦੀ ਜਿੰਨੀ ਰਾਈਟਿੰਗ ਹੈ ਉਹਨੇ ਲੋਕਾਂ ਦੀ ਭਾਸ਼ਾ ਚੁਣੀ। ਗੁਰੂ ਨਾਨਕ ਨੇ, ਹਾਲਾਂਕਿ ਉਹਨੂੰ ਪਰਸ਼ੀਅਨ ਵੀ ਆ ਸਕਦੀ ਸੀ, ਚੰਗੀ ਕਲਾਸ ਨੂੰ ਬਿਲੋਂਗ ਕਰਦਾ ਸੀ, ਉਹਨੇ ਪੰਜਾਬੀ ਚੁਣੀ। ਸ਼ੇਖ ਫਰੀਦ ਨੇ ਪੰਜਾਬੀ ਚੁਣੀ। ਕੌਨਸ਼ੀਅਸਲੀ ਉਹਨਾਂ ਨੇ ਫਿਰ ਲੋਕਾਂ ਦੀ ਭਾਸ਼ਾ ਚੁਣੀ ਅਸਲ ਦੇ ਵਿੱਚ, ਕਿਉਂਕਿ ਲੋਕਾਂ ਨਾਲ ਕਮਿਊਨੀਕੇਟ ਕਰਨਾ ਸੀਗਾ। ਸੋ ਲੈਂਗੁਏਜ ਦੇ ਡਿਫਰੈਂਸਿਸ ਵੀ ਆਏ, ਪਰ ਲੈਂਗੁਏਜ ਦੇ ਨਾਲ ਹੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਨੇਚਰ ਦੀਆਂ, ਉਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਢਾਲ ਲਿਆ, ਜਿਹਨੂੰ ਅਸੀਂ ਕਲਚਰ ਕਹਿੰਦੇ ਹਾਂ। ਖਾਣ ਪੀਣ ਹੈ ਫਾਰ ਇੰਸਟੈਂਸ, ਡਰੈਸ ਪੈਟਰਨਸ ਨੇ, ਇਹ ਸਾਰੇ ਹਿਊਮਨ ਬੀਇੰਗਸ ਦੇ ਵਿੱਚ ਆਏ। ਬਾਕੀ ਜਾਨਵਰ ਤਾਂ ਕਵਰ ਹੀ ਨਹੀਂ ਕਰਦੇ ਆਪਣੇ ਆਪ ਨੂੰ। ਸਾਡੇ ਵਿੱਚ ਜਿਹੜਾ ਉਹ ਕ੍ਰਿਸਚੈਨਿਟੀ ਜੋ ਇਹਨੂੰ ਵੀ ਗਿਲਟ ਆ ਗਿਆ, ਉਹਨਾਂ ਦੇ ਵਿੱਚ ਗਿਲਟ ਨਹੀਂ ਸੀ। ਅਸੀਂ ਅਸਲ 'ਚ ਨੇਚਰ ਨੂੰ ਟਰਾਂਸਫਾਰਮ ਕਰਨਾ ਸ਼ੁਰੂ ਕਰ ਲਿਆ। ਪੰਛੀ ਥੋੜ੍ਹਾ ਜਿਹਾ ਕਰਦੇ ਨੇ, ਆਲ੍ਹਣੇ ਉਲ੍ਹਣੇ ਬਣਾਉਂਦੇ ਨੇ, ਪਰ ਉਹ ਨਾਲ ਹੀ ਸੀਜ਼ਨਲ ਹੁੰਦਾ, ਖਤਮ ਹੋ ਜਾਂਦਾ। ਅਸੀਂ ਪਰਮਾਨੈਂਟ ਫਿਰ ਹਾਊਸਿਸ ਬਣਾਉਣੇ ਸ਼ੁਰੂ ਕਰ ਲਏ, ਪਿੰਡ ਵਸ ਗਏ, ਸ਼ਹਿਰ ਵਸ ਗਏ, ਕਲਚਰ ਡਿਵੈਲਪ ਹੋਇਆ ਇੱਕ। ਅਸੀਂ ਥੋਟਸ ਸਿਸਟਮ ਡਿਵੈਲਪ ਕਰ ਲਏ, ਉਹ ਅੱਗੇ ਤੋਂ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਨੂੰ ਦੇਣੇ ਸ਼ੁਰੂ ਕਰ ਲਏ। ਜਾਨਵਰਾਂ ਦੇ ਥੋੜ੍ਹਾ ਇੱਦਾਂ ਕਲਾਸਾਂ ਲੱਗਦੀਆਂ ਨੇ, ਉਹ ਤਾਂ ਬਹੁਤ ਲੱਕੀ ਨੇ ਸਾਡੇ ਮੁਕਾਬਲੇ। ਨਾ ਉਹਨਾਂ ਨੇ ਹਸਪਤਾਲ ਖੋਲ੍ਹੇ ਹੋਏ ਨੇ, ਨਾ ਕਾਲਜ ਯੂਨੀਵਰਸਿਟੀਆਂ ਖੋਲ੍ਹੇ ਹੋਏ ਨੇ, ਪਰ ਅਸੀਂ ਇਹਦੇ 'ਤੇ ਮਤਲਬ ਬਹੁਤ ਐਲੈਬੋਰੇਟ ਚੀਜ਼ ਬਣਾ ਲਈ, ਜਿਹਨੂੰ ਅਸੀਂ ਕਲਚਰ ਕਹਿੰਦੇ ਹਾਂ। ਉਸ ਚੀਜ਼ ਦਾ ਹੀ ਰਿਜ਼ਲਟ ਹੈ। ਇਹ ਇੱਕ ਐਵੋਲੂਸ਼ਨਰੀ ਲੀਪ ਸੀ ਕਿ ਅਸੀਂ ਜਾਨਵਰਾਂ ਦੇ ਵਰਲਡ ਨਾਲੋਂ ਟੁੱਟ ਕੇ ਇੱਕ ਨਵਾਂ ਸੰਸਾਰ ਆਪਣਾ ਸਿਰਜ ਲਿਆ। ਫਿਰ ਸਾਡਾ ਟੈਕਨੋਲੋਜੀ ਆ ਗਈ, ਇੰਸਟੀਟਿਊਸ਼ਨਸ ਆ ਗਈਆਂ। ਇੰਸਟੀਟਿਊਸ਼ਨਸ ਦਾ ਮੈਂ ਅੱਗੇ ਡਿਟੇਲ ਕਿਤੇ ਕਰਾਂਗੇ, ਪਰ ਇੰਸਟੀਟਿਊਸ਼ਨ ਦਾ ਮਤਲਬ ਇਹ ਹੁੰਦਾ, ਜਿਹੜੀ ਮੈਂ ਤੁਹਾਨੂੰ ਪਹਿਲਾਂ ਸੋਸ਼ਲ ਦੀ ਡੈਫੀਨੇਸ਼ਨ ਦੱਸ ਰਿਹਾ ਸੀ, ਕਿ ਵੈਨ ਯੂ ਐਗਰੀ ਕਿ ਆਹ ਦੋ ਰੂਲ ਨੇ, ਅਸੀਂ ਇਹਨੂੰ ਫੋਲੋ ਕਰਾਂਗੇ। ਬੇਸਿਕਲੀ ਉੱਥੋਂ ਹੀ ਸ਼ੁਰੂ ਹੋ ਜਾਂਦਾ ਕੰਮ, ਕਿ ਜੇ ਇੰਸਟੀਟਿਊਸ਼ਨਸ ਨੇ ਇਹ ਆਰਡਰ ਕਰੂਗਾ ਬੰਦਾ, ਇਹ ਮੰਨੂਗਾ, ਇਹਨੇ ਬਿਨਾਂ ਕੁਐਸਚਨ ਤੋਂ ਹੀ ਮੰਨਣਾ। ਔਰ ਇਹਦੇ 'ਚ ਅਸੀਂ ਇੰਨਾ ਸੋਸ਼ਲਾਈਜ਼ ਕਰ ਦਿੰਦੇ ਹਾਂ, ਕਈ ਵਾਰੀ ਇੰਨੀ ਕੰਟਰੋਲ ਕਰ ਦਿੰਦੇ ਹਾਂ, ਇੰਨੇ ਅਨਕੌਂਸ਼ੀਅਸਲੀ ਅਸੀਂ ਇਨਗ੍ਰੇਨ ਕਰ ਲੈਂਦੇ ਹਾਂ। ਤੁਸੀਂ ਫੌਜੀਆਂ ਦਾ ਦੇਖਿਓ, ਕਈ ਵਾਰੀ ਫੌਜੀਆਂ ਨੂੰ ਇਸ ਤਰੀਕੇ ਦੇ ਨਾਲ ਮਤਲਬ ਬਾਰ-ਬਾਰ ਕਰਨ ਦੇ ਨਾਲ ਉਹ ਮਾਈਂਡ ਦੇ ਵਿੱਚ ਉਹਨਾਂ ਦੇ ਇੰਨੀ ਸਟੋਰੇਜ ਹੋ ਜਾਂਦੀ ਹੈ, ਇੰਨੀ ਰਿਕਾਰਡਿੰਗ ਹੋ ਜਾਂਦੀ ਹੈ, ਕਿ ਉਹ ਕੋਈ ਟਰੇ ਨਹੀਂ ਜਾ ਰਿਹਾ ਸੀ ਫੌਜੀ ਆਂਡਿਆਂ ਦੀ, ਬੱਚਿਆਂ ਨੇ ਸ਼ਰਾਰਤ ਵਜੋਂ ਕਿਹਾ, ਕਹਿੰਦੇ ਵੀ ਸਾਵਧਾਨ, ਉਹਨੇ ਟਰੇ ਮਾਰ ਕੇ ਖੜ੍ਹਾ ਹੋ ਗਿਆ, ਉਹ ਆਂਡੇ ਉਂਡੇ ਟੁੱਟ ਗਏ, ਬਾਅਦ 'ਚੋਂ ਬੱਚੇ ਭੱਜ ਗਏ, ਉਹ ਉਹਨਾਂ ਦੇ ਗਲ ਪੈ ਗਿਆ। ਉਹ ਕਹਿੰਦੇ ਤੂੰ ਨਹੀਂ ਸਿੱਟਣੀ ਸੀ, ਅਸੀਂ ਤੈਨੂੰ ਕੀ ਕਿਹਾ।
ਅਸੀਂ ਤਾਂ ਆਪਸ ਵਿੱਚ ਗੱਲ ਕਰ ਰਹੇ ਹਾਂ। ਉਹ ਕਹਿੰਦਾ ਮੈਂ ਕਰ ਨਹੀਂ ਨਾ ਸਕਦਾ, ਕਹਿੰਦਾ ਜਦੋਂ ਸਾਵਧਾਨ ਕਿਹਾ ਜਾਂਦਾ ਕਹਿੰਦਾ ਇੱਦਾਂ ਹੀ ਹੁੰਦਾ ਮਤਲਬ। ਸੋ ਸਰੀਰ ਦੇ ਲੈਵਲ ਤੱਕ ਅਸੀਂ ਮਤਲਬ ਓਵਰ ਸੋਸ਼ਲਾਈਜੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਹੋਣੀ ਸ਼ੁਰੂ ਕਰੀ। ਉਹ ਇੰਸਟੀਟਿਊਸ਼ਨਲਾਈਜੇਸ਼ਨ ਹੈ। ਸਾਡਾ ਆਪੇ ਹੀ ਰਿਸਪੌਂਸ ਹੁੰਦਾ ਹੈ। SSP ਦੇ ਦਫ਼ਤਰ ਜਾਓ, ਸਾਰੇ ਸਲੂਟ ਮਾਰ ਰਹੇ ਹੁੰਦੇ ਨੇ, ਤੁਸੀਂ ਵੀ ਜਾ ਕੇ ਨੀਵੇਂ ਜਿਹੇ ਹੋ ਜਾਂਦੇ ਹੋ। ਕਿਸੇ ਦਫ਼ਤਰ ਦਾ ਤੁਸੀਂ ਸਟਰਕਚਰ ਦੇਖੋਗੇ ਨਾ, ਕਹਿਣ ਨੂੰ ਅਸੀਂ ਡੈਮੋਕ੍ਰੇਸੀ ਕਹੀ ਜਾਂਦੇ ਹਾਂ। ਦਫ਼ਤਰ ਦਾ ਮਤਲਬ ਹੁੰਦਾ ਕਿ ਐਂਟਰ ਕਰਦਾ ਹੀ ਬੰਦਾ ਛੋਟਾ ਹੋ ਜਾਂਦਾ ਹੈ, ਕਿਉਂਕਿ ਜਿਹੜਾ ਉੱਥੇ ਬੈਠਾ ਹੈ ਉਹ ਇੰਸਟੀਟਿਊਸ਼ਨ ਬੈਠੀ ਹੈ, ਚਾਹੇ ਉਹ ਗਧਾ ਹੋਵੇ ਬਿਲਕੁਲ। ਆਪਣੇ ਪਹਿਲੇ ਬਾਈ ਚਾਂਸ ਨਾਰੰਗ ਸਾਹਿਬ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਮੈਂ ਕਹਿੰਦੇ ਜਦੋਂ ਮੈਂ ਦੇਖਦਾ ਨਾ ਵੀ ਜਿਹੜੇ ਮੇਰੇ ਨਾਲ 5ਵੀਂ 'ਚ ਪੜ੍ਹਦੇ ਸੀਗੇ, ਮਤਲਬ ਜਿਹੜੇ ਸਭ ਤੋਂ ਇੰਟੈਲੀਜੈਂਟ ਸੀ, ਹੋਰ ਸੀ, ਉਹ ਕੋਈ ਸੁਪਰਡੈਂਟ ਲੱਗਿਆ, ਕੋਈ ਕਲਰਕ ਲੱਗਿਆ, ਮੈਂ VC ਬਣਿਆ ਬੈਠਾ। ਮੈਨੂੰ ਕਹਿੰਦੇ ਬੜਾ ਅਫਸੋਸ ਹੁੰਦਾ ਵੀ ਜਿਹੜੇ ਮੇਰੇ ਤੋਂ ਅੱਗੇ ਸੀ ਸਾਰੇ। ਪਰ ਕਹਿੰਦੇ ਫਿਰ ਮੇਰਾ ਮਨ ਖੜ ਜਾਂਦਾ ਵੀ ਜਿਹੜੇ ਪਿੱਛੇ ਸੀਗੇ ਉਹ ਕੋਈ MLA ਕੋਈ ਮੰਤਰੀ ਬਣਿਆ ਹੋਇਆ ਅਤੇ ਉਹ ਰੂਟ ਤੋਂ ਅੱਗੇ ਲੰਘ ਗਏ ਨੇ। ਸੋ ਇੰਸਟੀਟਿਊਸ਼ਨਸ ਨੇ ਜਿਹੜੀਆਂ ਇਹ ਜਾਨਵਰਾਂ 'ਚ ਨਹੀਂ ਹਨ, ਅਸੀਂ ਬਣਾਈਆਂ। ਮੈਰਿਜ, ਫੈਮਿਲੀ, ਕਿ ਕਿਹਦਾ ਕੌਣ ਕੀ ਲੱਗੂਗਾ, ਕੌਣ ਪ੍ਰੋਡਿਊਸ ਕਰੂਗਾ, ਕੌਣ ਉਹਨੂੰ ਪਾਲੂਗਾ, ਕਿੱਥੇ ਉਹਦਾ ਵਿਆਹ ਹੋਊਗਾ। ਪਹਿਲਾਂ ਤਾਂ ਇੰਨੀਆਂ ਕੀ ਸੀ, ਫਿਰ ਆਪਸ ਵਿੱਚ ਪ੍ਰੋਪਰਟੀ ਇਕੱਠੀ ਕਰ ਲਈ ਕਿ ਕਿਹੜਾ ਇਹਦੀ ਟੈਰੀਟਰੀ ਕਿਹੜੀ ਹੈ। ਅੱਜ ਵੀ ਇੱਕ ਕੁੱਤਾ ਦੂਏ ਮੁਹੱਲੇ 'ਚ ਚਲਾ ਜਾਵੇ ਤਾਂ ਲੜ ਮਰ ਜਾਂਦੇ ਨੇ ਉਹ। ਟੈਰੀਟੋਰੀਅਲ ਇੰਪੈਰੇਟਿਵ ਅਸੀਂ ਇਹਨੂੰ ਕਹਿੰਦੇ ਹਾਂ, ਸਾਡੇ 'ਚ ਆਇਆ, ਉੱਥੋਂ ਹੀ ਆਇਆ ਕਿ ਜਿਹੜਾ ਅਲਫਾ ਮੇਲ ਹੈ ਦੈਟ ਮਸਟ ਹੈਵ ਸਮ ਟੈਰੀਟਰੀ ਮਾਰਕਡ, ਕਿ ਆਹ ਦਫ਼ਤਰ ਹੈ ਜੀ ਇਹਦਾ। ਤੁਸੀਂ ਕਿਸੇ ਦੇ ਹੋਰ ਦੇ ਦਫ਼ਤਰ 'ਚ ਜਾ ਕੇ ਉਹਦੀ ਕੁਰਸੀ 'ਤੇ ਬੈਠ ਕੇ ਦੇਖਿਓ ਨਾ, ਫਿਰ ਪਤਾ ਲੱਗਦਾ ਮਤਲਬ ਫਿਰ ਸਾਨੂੰ ਲੱਗਦਾ ਵੀ ਕੁੱਤੇ ਉੱਥੇ ਬਾਹਰ ਨਹੀਂ ਹਨ, ਇੱਥੇ ਵੀ ਹੈਗੇ ਨੇ ਮਤਲਬ ਤੁਹਾਨੂੰ ਵੱਢ ਖਾਊਗਾ ਉਹ 1 ਮਿੰਟ ਦੇ ਵਿੱਚ ਹੀ। ਸੋ ਇਹ ਜਿਹੜਾ ਟੈਰੀਟੋਰੀਅਲ ਇੰਪੈਰੇਟਿਵ ਹੈ, ਮੇਲ ਡੋਮੀਨੈਂਸ ਦਾ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦੇ ਬੇਸ 'ਤੇ ਹੀ ਮੁਲਕ ਬਣੇ ਹੋਏ ਨੇ। ਇਹਦੇ ਬੇਸ 'ਤੇ ਪਿਊਤਨ ਹੈ ਜਿਹੜਾ ਉੱਥੇ ਜਾ ਵੜਿਆ ਟੈਂਕ ਲੈ ਕੇ। ਜੇ ਟੈਕਨੋਲੋਜੀ ਵਗੈਰਾ ਹਟਾ ਦਿਓ, ਕੁੱਤਿਆਂ ਵਰਗੀ ਉਹ ਲੜਾਈ ਹੈ ਬੇਸਿਕਲੀ। ਇਹਦੇ 'ਤੇ ਵੀਜ਼ਾ ਰਜੀਮ ਖੜ੍ਹਾ ਸਾਰਾ ਕਿ ਤੁਸੀਂ ਇੱਥੇ ਐਂਟਰ ਨਹੀਂ ਕਰ ਸਕਦੇ। ਸ਼ੇਰ, ਚੀਤੇ, ਕੁੱਤੇ, ਬਿੱਲੇ ਜਦ ਕਿਤੇ ਕੋਈ ਜਾਂਦੇ ਨੇ, ਉਹ ਤੁਸੀਂ ਦੇਖਿਆ ਹੋਣਾ, ਉਹ ਦਰਖਤਾਂ ਦੇ ਉੱਪਰ ਪਿਸ਼ਾਬ ਕਰਕੇ ਆਪਣੀ ਬਾਉਂਡਰੀ ਮਾਰਕ ਕਰ ਦਿੰਦੇ ਨੇ ਕਿ ਦਿਸ ਇਜ਼ ਮਾਈ ਏਰੀਆ। ਹੋਰ ਕੋਈ ਉੱਥੇ ਸੌਂ ਕੇ ਹੀ ਆਵੇ। ਸ਼ੇਰਾਂ 'ਚ ਤਾਂ ਇੱਕ ਇਹ ਵੀ ਪਰੰਪਰਾ ਹੈ ਕਿ ਉਹ ਖੜ੍ਹੇ ਹੋ ਕੇ ਨਾ ਉਹ ਛਿੱਲ ਦਿੰਦੇ ਨੇ। ਬਿੱਲੀਆਂ ਤੁਸੀਂ ਦੇਖਿਆ ਹੋਣਾ ਦਰਖਤਾਂ ਨੂੰ ਛਿੱਲ ਦਿੰਦੀਆਂ ਨੇ। ਉਹ ਉੱਥੋਂ ਹੀ ਆਇਆ ਹੋਇਆ ਕਿ ਜਿਹੜੀ ਦੂਜੀ ਬਿੱਲੀ ਹੈ ਉਹ ਖੜ੍ਹਾ ਹੋ ਕੇ ਦੇਖਦੀ ਹੈ ਵੀ ਜੇ ਤਾਂ ਉੱਚਾ ਪੰਜਾ ਉਹਦਾ ਫਿਰ ਤਾਂ ਉਹ ਐਂਟਰ ਕਰ ਜਾਂਦੀ ਹੈ ਉਹ 'ਚ, ਜੇ ਉਹ ਤੋਂ ਥੱਲੇ ਹੈ ਤਾਂ ਫਿਰ ਉਹ ਵਾਪਸ ਮੁੜ ਜਾਂਦੀ ਹੈ, ਵੀਜ਼ਾ ਨਹੀਂ ਮਿਲਦਾ ਕਿਉਂਕਿ ਦੂਜਾ ਤਕੜਾ ਹੈ ਜਿਹੜਾ ਰਹਿ ਰਿਹਾ ਹੈ। ਸੋ ਇਹ ਸਾਡੇ 'ਚ ਇਹ ਚੀਜ਼ਾਂ ਇਹ ਅਸੀਂ ਇੰਸਟੀਟਿਊਸ਼ਨਲਾਈਜ਼ ਕਰ ਲਈਆਂ। ਅਸੀਂ ਇਹਨਾਂ ਦੇ ਸੋਹਣੇ ਸੋਹਣੇ ਟੈਗ ਲਾ ਦਿੱਤੇ ਕਿ ਜੀ ਰਾਜਾ ਹੈ। ਫਿਰ ਅਸੀਂ ਇਹਨਾਂ ਨੂੰ ਇੰਨਾ ਜ਼ਿਆਦਾ ਕਰ ਲਿਆ। ਇੱਕ ਬੁੱਕ ਹੈ ਤੁਸੀਂ ਕਿਤੇ ਪੜ੍ਹਨਾ, ਵਲੰਟਰੀ ਸਰਵਿਚਿਊਡ, ਫਰੈਂਚ ਫਿਲੋਸਫਰ ਦੀ ਹੈ। ਉਹਨੇ ਲਿਖਿਆ, ਉਹ ਕਹਿੰਦਾ ਹੈਰਾਨੀ ਇਹ ਹੁੰਦੀ ਹੈ ਵੀ ਮੰਜੇ 'ਤੇ ਪਿਆ ਹੁੰਦਾ ਰਾਜਾ 80 ਸਾਲ ਦਾ, ਜਿਹੜੇ ਏਬਲ ਬੋਡੀਡ ਨੌਜਵਾਨ ਨੇ ਉਹਦੇ ਇਸ਼ਾਰਿਆਂ 'ਤੇ ਮਤਲਬ ਉਹ ਮੰਨ ਰਹੇ ਹੁੰਦੇ ਨੇ। ਅਸੀਂ ਜਿਹੜਾ ਔਡਰ ਕਰਨ ਵਾਲਾ ਬੰਦਾ ਹੁੰਦਾ ਹੈ ਉਹ ਬੇਸਿਕਲੀ ਉਹਨਾਂ ਤਕੜਾ ਜਾਂ ਉਹਨਾਂ ਥੋੜ੍ਹੀ ਹੁੰਦਾ, ਪਰ ਔਡਰ ਅਸੀਂ ਮੰਨਦੇ ਹਾਂ। ਅਕਸਰ ਇਹ ਕਿਹਾ ਜਾਂਦਾ ਹੈ ਕਿ ਸਾਰੀਆਂ ਲੜਾਈਆਂ, ਆਲ ਵਾਰਸ ਇਨ ਦਾ ਮੈਨਕਾਇੰਡ, ਸ਼ਾਇਦ ਫਿਊਚਰ 'ਚ ਵੀ ਐਵੇਂ ਹੋਣ, ਬੁੜੇ ਡਿਸਾਈਡ ਕਰਦੇ ਨੇ, ਓਲਡ ਮੈਨ ਡਿਸਾਈਡ ਕਿ ਲੜਾਈ ਕਦੋਂ ਸ਼ੁਰੂ ਹੋਣੀ ਹੈ, ਕਿੱਥੇ ਹੋਣੀ ਹੈ, ਕਿਸ ਗੱਲ ਲਈ ਹੋਣੀ ਹੈ, ਐਂਡ ਯੰਗ ਪੀਪਲ ਡਾਈ। ਮਤਲਬ ਇਟ ਇਜ਼ ਅ ਸੈਡ ਫੈਕਟ। ਪਰ ਉਹ ਕਿਉਂ ਹੈ? ਕਿਉਂਕਿ ਸਾਡੇ 'ਚ ਵਲੰਟਰੀ ਸਰਵਿਚਿਊਡ ਬਹੁਤ ਹੈ। ਅਸੀਂ ਵੈਸੇ ਹੀ ਲੀਡਰ ਮੰਨ ਲੈਂਦੇ ਹਾਂ। ਕੋਈ ਭੋਰਾ ਕੁ ਲੀਡਰ ਆ ਹਾਰ ਚੱਕ ਕੇ ਤੁਰ ਪੈਂਦੇ ਹਾਂ। ਫਿਰ ਅਸੀਂ ਕਹਿੰਦੇ VIP ਕਲਚਰ ਹਟਾਉਣਾ ਚਾਹੀਦਾ ਜੀ। ਸਾਡੇ ਸਿਰ 'ਤੇ ਹੀ ਪਲ ਰਿਹਾ ਉਹ, ਕਿਉਂਕਿ ਸਾਡਾ ਉਹ ਹੈਰੀਟੇਜ ਹੈ ਜਿਹੜਾ ਉਹ ਨਾਲ ਨਾਲ ਸਾਡੇ ਚੱਲ ਰਿਹਾ ਅਸਲ ਦੇ ਵਿੱਚ। ਸੋ ਇਹ ਇੰਸਟੀਟਿਊਸ਼ਨਲਾਈਜੇਸ਼ਨ, ਇੰਸਟੀਟਿਊਸ਼ਨਸ ਦੀ ਬਹੁਤ ਜ਼ਿਆਦਾ ਓਵਰ ਰਿਸਪੈਕਟ, ਇਹ ਆਪਾਂ ਕਰਾਂਗੇ ਕਿ ਫਿਰ ਅੱਗੇ ਜਾ ਕੇ ਗੜਬੜ ਕਿਉਂ ਹੁੰਦੀ ਹੈ। ਇਹਦੇ ਨਾਲ ਕੀ ਹੋਇਆ ਕਿ ਅਸੀਂ ਇੱਕ ਬਿਗ ਲੀਪ ਲੈ ਕੇ ਜਾਨਵਰਾਂ ਤੋਂ ਅਸੀਂ ਹੋਰ ਕਿਸਮ ਦੇ ਜਾਨਵਰ ਬਣ ਗਏ। ਇਹਦੇ ਨਾਲ ਸਾਡਾ ਨੀਡ ਸਟਰਕਚਰ ਚੇਂਜ ਹੋ ਗਿਆ। ਇਹ ਮੈਂ ਇੱਕ ਥੋੜ੍ਹਾ ਜਿਹਾ ਲਫ਼ਜ਼ ਇੱਥੇ ਵਰਤੂੰਗਾ, ਤੁਸੀਂ ਵੀ ਜਾਣਦੇ ਹੀ ਹੋ। 2 ਚੀਜ਼ਾਂ ਅਸੀਂ ਲਫ਼ਜ਼ ਵਰਤਦੇ ਹਾਂ, ਇੱਕ ਹੁੰਦੀ ਹੈ ਨੀਡ, ਇੱਕ ਹੁੰਦੀ ਹੈ ਹੈਬਿਟ। ਸਾਨੂੰ ਜਦੋਂ ਵੀ ਗੁਲਾਮ ਬਣਾਇਆ ਜਾਂਦਾ, ਜਦ ਵੀ ਆਉਣ ਵਾਲੇ ਸਮੇਂ 'ਚ ਬਣਾਇਆ ਜਾਊਗਾ, ਉਹ ਸਾਡੀਆਂ ਨੀਡਸ ਦੇ ਬੇਸ 'ਤੇ ਬਣਾਇਆ ਜਾਊਗਾ। ਜਿਹੜੀ ਮਾਰਕੀਟ ਦੀ ਰਿਸਰਚ ਹੈ ਸਾਰੇ ਦੀ ਸਾਰੀ, ਉਹ ਨੀਡ ਦੀ ਰਿਸਰਚ ਹੈ ਕਿ ਇਹਨਾਂ ਦੀਆਂ ਲੋੜਾਂ ਕੀ ਨੇ। ਹੌਲੀ ਹੌਲੀ ਕੀ ਹੋਇਆ ਕਿ ਅਸੀਂ ਲੋੜਾਂ ਬਦਲਣੀਆਂ ਸ਼ੁਰੂ ਕਰਤੀਆਂ। ਜਿਹੜੀਆਂ ਸਾਡੇ ਇੰਸਟੀਟਿਊਸ਼ਨਸ 'ਤੇ ਕੰਟਰੋਲ ਸੀ ਜਿਹੜੇ ਲੋਕਾਂ ਦਾ, ਉਹਨਾਂ ਨੇ ਨੀਡਸ ਬਦਲਣੀਆਂ ਸ਼ੁਰੂ ਕਰਤੀਆਂ। ਤੁਹਾਨੂੰ ਸ਼ਾਇਦ ਪਤਾ ਹੋਣਾ ਕਿ ਜਦੋਂ ਚਾਹ ਆਈ ਹੈ ਤਾਂ ਅੰਗਰੇਜ਼ ਦਰਵਾਜ਼ੇ ਦੇ ਵਿੱਚ ਫਰੀ ਚਾਹ ਪਿਲਾਉਂਦੇ ਹੁੰਦੇ ਸੀ। ਇਹ ਸ਼ਰਤ ਹੁੰਦੀ ਸੀ ਵੀ ਜਿਹੜਾ ਦਰਵਾਜ਼ੇ ਦੇ ਵਿੱਚੋਂ ਲੰਘੂਗਾ ਚਾਹ ਪੀ ਕੇ ਹੀ ਜਾਊਗਾ। ਅੱਜ ਚਾਹ ਹੈ ਜਿਹੜੀ ਬਹੁਤ ਵੱਡਾ ਬਿਜ਼ਨਸ ਹੈ। ਇਸੇ ਤਰ੍ਹਾਂ ਹੀ ਸ਼ਰਾਬ ਹੈ।
ਇਸੇ ਤਰ੍ਹਾਂ ਫੈਸ਼ਨ ਹੈ, ਇਸੇ ਤਰ੍ਹਾਂ ਹੀ ਚਿੱਟਾ ਹੈ ਕਿ ਤੁਸੀਂ ਜਿਹੜੀ ਪਰਟੀਕੂਲਰ ਪਾਪੂਲੇਸ਼ਨ ਹੈ ਉਹਨੂੰ ਡਿਫਾਈਨ ਕਰਕੇ ਉਹਦਾ ਨੀਡ ਸਟਰਕਚਰ ਸਟੱਡੀ ਕਰਕੇ ਉਹਦੀਆਂ ਨੀਡਸ ਚੇਂਜ ਕਰ ਦਿਓ ਤੁਸੀਂ, ਉਹ ਤੁਹਾਡੇ 'ਤੇ ਡਿਪੈਂਡੈਂਟ ਹੋ ਜਾਣਗੇ। ਸਿਕਿਉਰਿਟੀ ਇਜ਼ ਅ ਨੀਡ ਫॉर ਇੰਸਟੈਂਸ। ਜਿੰਨੀ ਪੁਲਿਸ ਹੈ, ਜਿੰਨੀ ਫੌਜ ਅਸੀਂ ਰੱਖੀ ਹੋਈ ਹੈ, ਜਿੰਨਾ ਬਜਟ ਅਸੀਂ ਇਹਦੇ ਉੱਪਰ ਲਾ ਰਹੇ ਹਾਂ, ਕਿਉਂ ਲਾ ਰਹੇ ਹਾਂ? ਕਿਉਂਕਿ ਇਨਸਿਕਿਉਰਿਟੀ ਬਹੁਤ ਸਾਰੀ ਸੁਸਾਇਟੀ ਪੈਦਾ ਕਰ ਰਹੀ ਹੈ। ਕੱਲ੍ਹ ਮੈਨੂੰ ਕਿਸੇ ਦਾ ਫੋਨ ਆਇਆ, ਕਹਿੰਦਾ ਭਾਜੀ ਟੈਂਕੀ ਭਰਵਾ ਲਓ, ਤੇਲ ਵੱਧ ਜਾਣਾ। 2-2 ਕਿਲੋਮੀਟਰ ਦੀਆਂ ਲਾਈਨਾਂ ਲੱਗ ਗਈਆਂ ਨੇ ਉੱਥੇ, ਉਹ ਸਾਰੇ ਬੰਦੇ ਚੱਲ ਪੈਂਦੇ ਨੇ ਚਾਹੇ ਨਾ ਵੀ ਵਧਣਾ ਹੋਵੇ। ਇਨਸਿਕਿਉਰਿਟੀਜ਼ ਨੇ ਜਿਹੜੀਆਂ ਸਾਡੇ ਅੰਦਰ, ਉਹਨਾਂ ਨੂੰ ਐਡਰੈਸ ਕਰਨ ਲਈ ਫਿਰ ਇੰਸਟੀਟਿਊਸ਼ਨਸ ਨੇ ਕਿ ਜੀ ਤੁਸੀਂ ਗੱਡੀ ਤਾਂ ਲੈ ਲਈ ਠੀਕ ਹੈ, ਪਰ ਜੇ ਐਕਸੀਡੈਂਟ ਹੋ ਗਿਆ ਫਿਰ ਕੀ ਕਰੋਗੇ? ਫਿਰ ਉਹ LIC ਵਾਲੇ ਕਹਿੰਦੇ ਨੇ ਜੀ ਹਮ ਜੋ ਹੈ, ਸਾਰਾ ਇੰਸ਼ੋਰੈਂਸ ਦਾ ਬਿਜ਼ਨਸ ਸਾਰੀ ਦੁਨੀਆ ਦਾ, ਆਪਣੇ ਨਹੀਂ। ਇੱਥੇ ਜਿਹੜਾ ਉਹ ਰਿਸੈਸ਼ਨ ਅਮਰੀਕਾ 'ਚ ਆਈ ਸੀ, ਇਸ ਕਰਕੇ ਆਈ ਸੀ। ਇੰਸ਼ੋਰੈਂਸ ਦਾ ਬਿਜ਼ਨਸ ਫੀਅਰ ਦੇ ਉੱਪਰ ਖੜ੍ਹਾ ਹੈ, ਇਨਸਿਕਿਉਰਿਟੀ ਦੇ ਉੱਪਰ ਖੜ੍ਹਾ ਹੈ। ਸੋ ਅਸੀਂ ਜਦੋਂ ਇਹ ਬਿਗ ਲੀਪ ਲੈ ਲਈ, ਇਹਦੀਆਂ ਇੰਪਲੀਕੇਸ਼ਨਸ ਬਹੁਤ ਸਾਰੀਆਂ ਹੋਈਆਂ। ਸੋ ਨੀਡ ਸਟਰਕਚਰ ਹੈ ਜਿਹੜਾ, ਮੈਂ ਇਹਦੇ 'ਚ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ। ਸਾਡੀਆਂ ਨੀਡਸ ਪਹਿਲਾਂ ਬਾਇਓਲੋਜੀਕਲ ਨੀਡ ਨੇ ਸਿਰਫ ਜਾਨਵਰਾਂ ਦੀਆਂ। ਸਾਡੀਆਂ ਬਾਇਓ ਫਿਜ਼ੀਕਲ ਜਿਹੜੀਆਂ ਨੀਡਸ ਨੇ ਉਹ ਬਹੁਤ ਥੋੜ੍ਹੀਆਂ ਨੇ। ਭੁੱਖ ਹੈ, ਪਿਆਸ ਹੈ, ਸ਼ੈਲਟਰ ਹੈ, ਰੀਪਰੋਡਕਸ਼ਨ ਹੈ, ਜਾਂ ਪਿਛਲੀ ਉਮਰੇ ਜਦੋਂ ਤੁਸੀਂ ਮਰਨਾ ਮੁਰਨਾ ਉਸ ਟਾਈਮ ਸਿਕਿਉਰਿਟੀ ਹੈ। ਜਾਨਵਰ ਵੀ ਮਰ ਜਾਂਦੇ ਨੇ ਆਰਾਮ ਨਾਲ, ਕੋਈ ਐਸੀ ਗੱਲ ਨਹੀਂ ਹੈ। ਉਹ ਜੇ ਤੁਸੀਂ ਗਿਣੋਗੇ ਤਾਂ ਬਹੁਤ ਸਿੰਪਲ ਨੇ। ਗਾਂਧੀ ਠੀਕ ਹੀ ਕਹਿੰਦਾ ਸੀ, ਉਹ ਕਹਿੰਦਾ ਵੀ ਨੀਡਸ ਦੇ ਲਈ ਨੇਚਰਸ ਕੋਲ ਸਭ ਕੁਛ ਹੈ, ਗਰੀਡ ਲਈ ਨਹੀਂ ਹੈ। ਪਰ ਅਸੀਂ ਕਿਉਂਕਿ ਫਿਊਚਰ ਨੀਡਸ ਬਣਾਉਣੀਆਂ ਸ਼ੁਰੂ ਕਰ ਲੈਂਦੇ ਹਾਂ ਫਿਰ, ਕਿ ਮੈਨੂੰ ਤਾਂ ਰੋਟੀ ਮਿਲ ਗਈ, ਮੇਰੇ ਬੱਚਿਆਂ ਨੂੰ ਉਹ ਤਾਂ ਮੈਨੂੰ ਖੁਦ ਪਤਾ ਵੀ ਮੈਨੂੰ ਲਾਇਕ ਪੈਦਾ ਕਰੇ ਨੇ, ਇਸ ਕਰਕੇ ਉਹਨਾਂ ਤੋਂ ਤਾਂ ਰੋਟੀ ਕਮਾਈ ਨਹੀਂ ਜਾਣੀ। ਉਹ ਇੱਕ ਸੇਠ ਦਾ ਬਹੁਤ ਕਮਾਲ ਦੀ ਸਟੋਰੀ ਹੈ ਸੇਠ ਦੀ। ਉਹ ਸੇਠ ਨੇ ਇੱਕ ਦਿਨ ਆਪਣੇ ਸਰਵੈਂਟ ਨੂੰ ਕਿਹਾ, ਕਹਿੰਦਾ ਵੀ ਆਪਾਂ 7 ਪੁਸ਼ਤਾਂ ਦੀਆਂ ਰੋਟੀਆਂ ਇਕੱਠੀਆਂ ਕਰ ਲਈਆਂ, 8ਵੀਂ ਦਾ ਵੀ ਕੱਲ੍ਹ ਤੋਂ ਰਜਿਸਟਰ ਲਾ ਲੈ। ਉਹਨੇ ਲਾ ਲਿਆ। ਉਹ ਕਹਿੰਦਾ ਜੀ ਗੱਲ ਇਹ ਵੀ ਰਜਿਸਟਰ ਤਾਂ ਲਾ ਲੈਂਦੇ ਹਾਂ। ਉਹ ਸਿਆਣਾ ਸੀ ਜਿਹੜਾ ਨੌਕਰ ਸੀ, ਕਹਿੰਦਾ ਪਰ ਆਪਾਂ ਥੋੜ੍ਹੀ ਪੂਜਾ ਪਾਠ ਰੱਬ ਦਾ ਨਾਂ ਕੁਛ ਲਈਏ। ਉਹ ਕਹਿੰਦਾ ਠੀਕ ਹੈ, ਕਹਿੰਦਾ ਚਲੋ ਆਪਾਂ ਦਾਨ ਪੁੰਨ ਕਰ ਆਉਂਦੇ ਹਾਂ। ਉਹਨਾਂ ਨੇ ਜੀ ਬਹੁਤ ਮਾਲ ਪੂੜੇ ਵਗੈਰਾ ਬਣਾਏ। ਉੱਥੇ ਬਾਹਰ ਕੋਈ ਫਕੀਰ ਬੈਠਾ ਸੀ, ਉਹਨੂੰ ਦੇਣ ਚਲੇ ਗਏ। ਉਹਨੂੰ ਜਾ ਕੇ ਜੀ ਉਹਨਾਂ ਨੇ ਹੱਥ ਬੰਨ੍ਹ ਕੇ ਗਿਆ ਕਿ ਮਹਾਰਾਜ ਗ੍ਰਹਿਣ ਕਰੋ, ਸਾਨੂੰ ਆਸ਼ੀਰਵਾਦ ਦਿਓ। ਉਹ ਕਹਿੰਦਾ ਮੈਂ ਤਾਂ ਰੋਟੀ ਖਾ ਲਈ ਸਵੇਰੇ। ਉਹ ਕਹਿੰਦੇ ਜੀ ਸ਼ਾਮ ਨੂੰ, ਦੁਪਹਿਰ ਨੂੰ ਵੀ ਭੁੱਖ ਲੱਗੂਗੀ, ਸ਼ਾਮ ਨੂੰ ਲੱਗੂਗੀ, ਰੱਖ ਲਓ। ਉਹ ਕਹਿੰਦਾ ਫਿਰ ਜਿਹੜੇ ਰੱਬ ਨੇ ਤੁਹਾਨੂੰ ਭੇਜਿਆ, ਕਹਿੰਦਾ ਮਰ ਜਾਊਗਾ ਸ਼ਾਮ ਤੱਕ। ਉਹਨੇ ਘੂਰ ਕੇ ਭਜਾ ਦਿੱਤੇ ਵਾਪਸ ਕਰਕੇ। ਉਹ ਸੇਠ ਦੀਆਂ ਅੱਖਾਂ ਖੁੱਲ੍ਹ ਗਈਆਂ ਕਿ ਮੈਂ 7ਵੀਂ ਪੁਸ਼ਤ ਇਕੱਠੀ ਕਰ ਰਿਹਾ, ਉਹ ਅਗਲੇ ਡੰਗ ਦੀ ਨਹੀਂ ਰੱਖ ਰਿਹਾ, ਲੋੜ ਤਾਂ ਇੰਨੀ ਕਹੀ ਹੈ। ਸੋ ਅਸੀਂ ਮੈਂਟਲ ਨੀਡਸ ਸਾਡੀਆਂ ਜਿਹੜੀਆਂ ਮਾਈਂਡ ਦੇ ਸਟੋਰ ਹੈ ਜਿਹੜਾ ਨੀਡਸ ਦਾ ਬਹੁਤ ਵੱਧ ਗਿਆ। ਬਾਇਓ ਫਿਜ਼ੀਕਲ ਤੋਂ ਸਾਡੀਆਂ ਜਿਹੜੀਆਂ ਨੀਡਸ ਨੇ ਅੱਗੇ ਬਹੁਤ ਸਾਈਕੋਲੋਜੀਕਲ ਨੀਡਸ ਬਣ ਗਈਆਂ, ਇਮੋਸ਼ਨਲ ਨੀਡਸ ਬਣ ਗਈਆਂ ਕਿ ਸਮਬੋਡੀ ਸ਼ੁੱਡ ਲਵ ਮੀ, ਸਮਬੋਡੀ ਸ਼ੁੱਡ ਲਾਈਕ ਮੀ। ਜੇ ਮੈਂ ਪੈਦਾ ਹੋਇਆ ਚੰਗਾ ਭਲਾ, ਕੋਈ ਮੈਨੂੰ ਲਾਈਕ ਹੀ ਨਹੀਂ ਕਰਦਾ। ਇਹ ਸਾਡੇ ਲਈ, ਇਹ ਜਾਨਵਰਾਂ ਲਈ ਬਹੁਤ ਘੱਟ ਕ੍ਰਾਈਸਿਸ ਹੈ। ਸਿਰਫ ਜਿਹੜੇ ਅਸੀਂ ਪਾਲਤੂ ਜਾਨਵਰ ਰੱਖਦੇ ਹਾਂ, ਕੁੱਤੇ ਵਗੈਰਾ, ਉਹਨਾਂ ਨੂੰ ਨਾ ਕਰੋ, ਉਹ ਤਾਂ ਸਮਝ ਜਾਂਦੇ ਨੇ ਵੀ ਔਖਾ ਹੈ ਮਾਲਕ। ਪਰ ਸਾਨੂੰ ਬਹੁਤ ਪ੍ਰੋਬਲਮ ਹੈ। ਬੰਦਾ ਤੁਹਾਨੂੰ ਚੱਜ ਪਿਆਰ ਨਾਲ ਬੁਲਾਵੇ ਹੀ ਨਾ ਕੋਈ, ਮਤਲਬ ਇਟ ਇਜ਼ ਏ ਵੈਰੀ ਸੈਡ ਸਟੇਟ। ਜਾਂ ਤੁਸੀਂ ਕਿਸੇ ਨੂੰ ਸਤਿ ਸ਼੍ਰੀ ਅਕਾਲ ਬੁਲਾਓ, ਜਵਾਬ ਹੀ ਨਾ ਦੇਵੇ। ਮਤਲਬ ਸੋਸ਼ਲ ਇਫੈਕਟ ਨੇ ਜਿਹੜੇ ਉਹ ਇੰਨੇ ਪਾਵਰਫੁਲ ਨੇ। ਤੁਸੀਂ ਦੇਖ ਲੈਣਾ, ਬੰਦਾ ਹੱਥ ਕੱਢੇ, ਤੁਸੀਂ ਹੱਥ ਨਾ ਮਿਲਾਓ, ਇੱਦਾਂ ਕਰ ਲਓ। ਸਾਰੀ ਉਮਰ ਜੇ ਤੁਹਾਨੂੰ ਉਹ ਮਾफ़ ਕਰ ਗਿਆ ਤਾਂ ਮੈਨੂੰ ਫੜ ਲਿਓ। ਸੋ ਦਿਸ ਇਜ਼ ਸਾਡੀਆਂ ਜਿਹੜੀਆਂ ਨੀਡਸ ਨੇ ਸਾਈਕੋਲੋਜੀਕਲ, ਕਿ ਟੂ ਬੀ ਲਵਡ ਐਂਡ ਟੂ ਬੀ ਲਾਈਕਡ, ਇਹ ਵੱਧ ਗਈਆਂ। ਇਮੋਸ਼ਨਲ ਨੀਡ, ਸਾਨੂੰ ਗੁੱਸਾ ਆਉਂਦਾ ਹੈ, ਸਾਨੂੰ ਠੀਕ ਨਹੀਂ ਲੱਗਦਾ, ਰਿਜੈਕਸ਼ਨ ਦੀ ਫੀਲਿੰਗ ਆਉਂਦੀ ਹੈ, ਇਹ ਨੇਚੁਰਲ ਨੇ। ਜਾਨਵਰਾਂ ਦੇ ਮੁਕਾਬਲੇ ਐਕਸਪੈਂਡ ਬਹੁਤ ਹੋ ਗਈਆਂ। ਹੁਣ ਉਹਨਾਂ 'ਚ ਵੀ ਥੋੜ੍ਹੀਆਂ ਐਲੀਮੈਂਟਰੀ ਨੇ, ਪਰ ਸਾਡੇ 'ਚ ਬਹੁਤ ਜ਼ਿਆਦਾ ਹੋ ਗਿਆ। ਤੁਸੀਂ ਐਵੇਂ ਝੂਠਾ ਹੀ ਕਿਸੇ ਬੰਦੇ ਨੂੰ ਕਹਿ ਦਿਓ ਵੀ ਅੱਜ ਤੱਕ ਕਮਾਲ ਕਰੀ ਪਈ ਹੈ, ਉਹ ਬੰਦੇ ਦਾ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ, ਸਾਰੀ ਉਹਦੀ ਫਿਜ਼ੀਓਲੋਜੀ ਬਦਲ ਜਾਊਗੀ। ਜੇ ਤੁਸੀਂ ਕਿਸੇ ਨੂੰ ਪੋਜ਼ੀਟਿਵ ਕੰਪਲੀਮੈਂਟ ਕਰੋ ਤਾਂ ਉਹ ਬੰਦੇ ਨੂੰ ਲੱਗੂਗਾ ਕਿ ਯੈਸ। ਅੱਛਾ, ਸਟੂਡੈਂਟਾਂ 'ਚ ਤੁਸੀਂ ਦੇਖਿਓ, ਇੱਕ ਟੀਚਰ ਹੈ ਤੁਹਾਨੂੰ ਨੈਗਲੈਕਟ ਕਰਨ ਲੱਗ ਜਾਵੇ, ਕਿਸੇ ਹੋਰ ਨੂੰ ਫੂਕ ਛਕਾਉਣ ਲੱਗ ਜਾਵੇ, ਜਾਂ ਤੁਹਾਨੂੰ ਲੱਗਣ ਲੱਗ ਜਾਵੇ ਕਿ ਜਦ ਇਹ ਲੈਕਚਰ ਕਰਦਾ ਹੈ ਉਹ ਉਸ ਕੁੜੀ ਵੱਲੇ ਹੀ ਝਾਕਦਾ। ਇਹ ਜਿਹੜੇ ਇੱਧਰ ਖੜ੍ਹਦੇ ਨੇ ਮੇਰੇ ਭਰਾ, ਇਹ ਧਿਆਨ ਰੱਖਣ ਇਹ ਗੱਲ ਦਾ, ਇਹ ਕਮਜ਼ੋਰੀ ਹੁੰਦੀ ਹੈ। ਜਿਹੜਾ ਉੱਥੇ ਬੈਠਾ ਐਲੀਮੈਂਟ ਉਹ ਬਹੁਤ ਹੀ ਸੈਂਸਿਟਿਵ ਹੁੰਦਾ, ਕਿਉਂਕਿ ਉਹ ਸਾਰੇ ਦੇ ਸਾਰੇ ਹੀ ਤੁਹਾਡਾ ਪਿਆਰ ਭਾਲ ਰਹੇ ਹੁੰਦੇ ਨੇ, ਸਾਰੇ ਹੀ ਸਾਰੇ ਅਟੈਂਸ਼ਨ ਭਾਲ ਰਹੇ ਹੁੰਦੇ ਨੇ ਪੇਰੈਂਟ ਦੀ ਤਰ੍ਹਾਂ। ਔਰ ਜਿਹੜੇ ਕਮਜ਼ੋਰ ਨੇ ਸਗੋਂ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ। ਔਰ ਉਹਨਾਂ ਨੂੰ ਜੇ ਤੁਸੀਂ ਥੋੜ੍ਹਾ ਜਿਹਾ ਲਿਫਟ ਕਰ ਦਿਓ ਤਾਂ ਉਹਦੇ ਨਾਲ ਉਹ ਕਿਤੇ ਤੇ ਕਿਤੇ ਵੱਧ ਜਾਂਦੇ ਨੇ।
ਅਸੀਂ ਇੱਥੇ ਫੇਅਰਵੈਲ ਪਾਰਟੀ ਕਰ ਰਹੇ ਸੀ, ਮੇਰਾ ਇੱਕ ਸਟੂਡੈਂਟ ਆਇਆ ਹੋਇਆ ਸੀ ਉੱਥੇ, ਅਸੀਂ ਉਹਨੂੰ ਵੀ ਬੁਲਾ ਲਿਆ। ਉੱਥੇ ਇੱਕ ਲੜਕੀ ਸੀ ਸਾਡੀ, ਉਹ ਕਹਿੰਦੀ ਜੀ ਮੈਂ ਕੁਝ ਕਹਿਣਾ ਚਾਹੁੰਦੀ ਹਾਂ, ਉਹ YPS 'ਚ ਪੜ੍ਹਦੀ ਸੀ ਕਿਤੇ। ਉਹਨੇ ਖੜ੍ਹੇ ਹੋ ਕੇ ਕੁੜੀ ਨੇ ਕਿਹਾ, ਕਹਿੰਦੀ ਜੀ ਮੈਂ ਅੱਜ ਇੱਥੇ ਤਾਂ ਖੜ੍ਹੀ ਹਾਂ ਕਿਉਂਕਿ ਮੇਰੇ ਟੀਚਰ ਸੀ YPS 'ਚ, ਜਿਹੜਾ ਉਹ ਲੜਕਾ ਸੀ, ਤਾਂ ਕਰਕੇ ਮੈਂ ਖੜ੍ਹੀ ਹਾਂ। ਕਹਿੰਦੀ ਮੈਂ ਬਹੁਤ, ਮੈਨੂੰ ਸ਼ਰਮ ਆਉਂਦੀ ਸੀ, ਮੈਂ ਬਹੁਤ ਸੰਗਾਊ ਲੜਕੀ ਸੀ। ਅਤੇ ਮੈਨੂੰ ਇਹਨੇ ਇੱਕ ਦੋ ਵਾਰੀ ਕਿਹਾ ਕਿ ਤੈਨੂੰ, ਤੂੰ ਇੰਟੈਲੀਜੈਂਟ ਬਹੁਤ ਨੇ, ਤੈਨੂੰ ਤਾਂ ਆਉਂਦਾ, ਤੂੰ ਖੜ੍ਹੇ ਹੋ ਕੇ ਬੋਲ। ਕਹਿੰਦੀ ਤਾਂ ਮੇਰਾ ਇਹ ਜੱਕ ਖੁੱਲ੍ਹੀ ਅਸਲ ਦੇ ਵਿੱਚ, ਅਦਰਵਾਈਜ਼ ਕਹਿੰਦੀ ਮੈਂ ਸਾਰਿਆਂ ਦੇ ਪਿੱਛੇ ਜੇ ਬੈਠ ਜਾਂਦੀ ਸੀ, ਲੁਕੀ ਹੋਈ ਜਾਂਦੀ ਸੀ, ਪਿੱਛੇ ਹੀ ਜਾਈ ਜਾਂਦੀ ਸੀ। ਜੋ ਟੀਚਰ ਦਾ ਲਫ਼ਜ਼ ਬੜਾ ਮੈਟਰ ਕਰਦਾ ਹੈ, ਕਿਉਂਕਿ ਉਹ ਤੁਹਾਨੂੰ ਵੈਲੀਡੇਟ ਕਰ ਦਿੰਦਾ ਉਹ ਕਿ ਯੂ ਹੈਵ ਦਾ ਕਪੈਸਿਟੀ। ਅੱਛਾ, ਇਹ ਸਾਡੀਆਂ ਨੀਡਸ ਨੇ, ਜਾਨਵਰਾਂ 'ਚ ਬਹੁਤ ਘੱਟ ਨੇ, ਸਾਡੇ 'ਚ ਬਹੁਤ ਜ਼ਿਆਦਾ ਵੱਧ ਗਈਆਂ। ਸਾਡੇ ਤਾਂ ਇੰਨੀਆਂ ਵੱਧ ਗਈਆਂ ਕਿ ਲੋਕਾਂ ਨੇ IT ਸੈੱਲ ਖੋਲ੍ਹ ਲਏ ਆਪਣੀ ਸਿਫਤ ਕਰਾਉਣ ਲਈ। ਦਿਨ ਰਾਤ ਚੱਲਣੀ ਚਾਹੀਦੀ ਆ ਉਹ, ਜੈ ਜੈਕਾਰ ਹੋਵੇ। ਅਤੇ ਹਾਲਾਂਕਿ ਪਤਾ ਹੁੰਦਾ ਝੂਠੀ ਹੈ, ਆਪੇ ਹੀ ਇਕੱਠੇ ਕਰਕੇ ਪੈਸੇ ਦੇ ਦੇ ਕੇ ਰੈਲੀ 'ਚ ਵੀ ਤਾੜੀਆਂ ਵੱਜਣੀਆਂ ਚਾਹੀਦੀਆਂ ਨੇ। ਖੁਦ ਨੂੰ ਪਤਾ ਹੁੰਦਾ ਵੀ ਤੁਹਾਡਾ ਲੈਕਚਰ ਹੈ ਜਿਹੜਾ, ਉਹ ਖੁਦ ਵੀ ਤਾੜੀ ਨਾ ਮਾਰੋ ਜੇ ਸੁਣੋ ਤੁਸੀਂ। ਪਰ ਹੈ, ਇਹ ਨੀਡ ਹੈ, ਇਹ ਵੱਡੀ, ਉਨੀ ਵੱਡੇ ਸਿਰ ਦੀ ਕਹਿੰਦੇ ਵੱਡੀ ਪੀੜ, ਸੋ ਵੱਡੀ ਭੁੱਖ ਦੀ ਵੱਡੀ ਨੀਡ। ਸੋ ਨੀਡ ਸਟਰਕਚਰ ਜਿਹੜਾ ਸਾਡਾ ਇਹ ਬਦਲ ਗਿਆ। ਚਲੋ ਮੈਂ ਸਪੀਡ ਥੋੜ੍ਹੀ ਜਿਹੀ ਫੜ ਲਾਂ। ਸੋਸ਼ਲ ਨੀਡਸ ਨੇ, ਗਰੁੱਪ ਚਾਹੀਦਾ ਹੈ, ਲਾਈਕਡ ਚਾਹੀਦਾ ਹੈ। ਲੋਕ ਕਹਿੰਦੇ ਜੀ ਅਸੀਂ ਫਲਾਣੇ, ਅਸੀਂ ਤਾਂ ਜੱਟ ਹੁੰਦੇ ਹਾਂ, ਅਸੀਂ ਸਾਡੀ ਖਾਨਦਾਨੀ, ਸਾਡਾ ਫਲਾਣਾ ਢੀਂਗ। ਇਹ ਸੋਸ਼ਲ ਨੀਡਸ ਨੇ ਕਿ ਤੁਸੀਂ ਸਾਨੂੰ ਜਾਣਦੇ ਨਹੀਂ। ਜਾਣਦਾ ਤਾਂ ਖੁਦ ਨੂੰ ਵੀ ਨਹੀਂ ਹੁੰਦਾ ਬੰਦਾ ਜਿਹੜਾ ਕਹਿ ਰਿਹਾ ਹੁੰਦਾ। ਕੋਈ ਵੀ ਬੰਦਾ ਜਦੋਂ ਤੁਹਾਨੂੰ ਜ਼ਿੰਦਗੀ 'ਚ ਕਹੇ ਨਾ ਵੀ ਤੂੰ ਮੈਨੂੰ ਨਹੀਂ ਜਾਣਦਾ, ਇਹਦਾ ਮਤਲਬ ਖੁਦ ਨੂੰ ਨਹੀਂ ਜਾਣ ਰਿਹਾ। ਇਹਦੀ ਲੋੜ ਹੀ ਤਾਂ ਪੈ ਰਹੀ ਹੈ, ਅਦਰਵਾਈਜ਼ ਮਸਲਾ ਨਹੀਂ ਹੁੰਦਾ ਇਹ। ਸੋ ਇਸੇ ਤਰੀਕੇ ਦੇ ਨਾਲ ਥੋੜ੍ਹਾ ਜਿਹਾ ਅਸੀਂ ਕਹਿੰਦੇ ਹਾਂ ਕਿ ਕਲਚਰਲ ਨੀਡਸ ਆ ਗਈਆਂ, ਕਿ ਸੋਹਣੇ ਲੱਗਣਾ, ਕੱਪੜੇ ਸਾਡੀ, ਚਲੋ ਧੁੱਪ ਛਾਂ ਦੀ ਤਾਂ ਗੱਲ ਹੋਰ ਹੈ, ਪਰ ਇਹ ਹੈ ਵੀ ਅਸੀਂ ਵੀ ਸ਼ੁੱਡ ਵੀ, ਮਤਲਬ ਇਮੀਡੀਏਟਲੀ ਸਾਡੇ ਕੱਪੜਿਆਂ ਤੋਂ ਹੀ ਪਤਾ ਲੱਗ ਜਾਵੇ ਬੰਦਾ ਅਮੀਰ ਹੈ। ਵੈਸੇ ਇਹ ਗੱਲ ਮੈਂ ਗਲਤ ਕਹਿ ਬੈਠਿਆ। ਕੱਲ੍ਹ ਪਰਸੋਂ ਇੱਕ ਮੈਨੂੰ ਕਿਸੇ ਨੇ ਕਾਰਟੂਨ ਭੇਜਿਆ, ਉਹ 'ਚ ਇੱਕ ਲੜਕੀ, ਕੋਈ ਮਾਡਲ, ਫਟੀ ਹੋਈ ਪੈਂਟ ਪਾਈ ਹੋਈ ਹੈ, ਤੁਰੀ ਜਾ ਰਹੀ ਹੈ, ਤਾਂ ਉਹਨੂੰ ਮੰਗਤਾ ਕਹਿ ਰਿਹਾ, ਕਹਿੰਦਾ ਇੱਧਰ ਨਾ ਆਇਆ ਕਰ, ਮੇਰਾ ਇਲਾਕਾ। ਕਹਿੰਦਾ ਇਹ ਫੈਸ਼ਨ ਦਾ ਕੋਈ ਪਤਾ ਨਹੀਂ ਕਿ ਕਿੱਦਾਂ ਦੀ ਚੀਜ਼ ਫੈਸ਼ਨ ਬਣ ਜਾਵੇ। ਪਰ ਇਹ ਹੈ ਕਿ ਕਲਚਰਲ ਨੀਡਸ ਨੇ ਕਿ ਤੁਸੀਂ ਸੋਹਣੇ ਲੱਗੋ, ਤੁਹਾਨੂੰ ਕੋਈ ਸਲਾਹ ਹੈ, ਤੁਹਾਡੀ ਕੋਈ ਐਪਰੀਸ਼ੀਏਸ਼ਨ ਹੋਵੇ। ਪਰ ਇਹ ਬਹੁਤ ਬੜੀ ਪਾਵਰਫੁਲ ਟੂਲ ਹੈ ਜਿਹੜੀ ਐਪਰੀਸ਼ੀਏਸ਼ਨ ਹੈ। ਇਹ ਬਿਲਕੁਲ ਪੱਥਰ ਘਾੜੇ ਦੀ ਤਰ੍ਹਾਂ ਹੈ, ਜਿਵੇਂ ਪੱਥਰ ਦੇ ਵਿੱਚੋਂ ਤੁਸੀਂ ਭਗਵਾਨ ਕੱਢ ਲੈਂਦੇ ਹੋ ਨਾ, ਯੂ ਕੈਨ ਡੂ ਦੈਟ ਵਿਦ ਦੈਟ। ਜਪਜੀ ਸਾਹਿਬ 'ਚ ਲਿਖਿਆ ਵੀ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਨੂੰ ਸਿਫਤ ਕਰਨੀ ਆਉਂਦੀ ਹੈ ਜੈਨੂਅਨਲੀ, ਝੂਠੀ ਨਹੀਂ, ਫਲੈਟਰੀ ਨਹੀਂ। ਵੈਸੇ ਤਾਂ ਫਲੈਟਰੀ ਵਾਲੇ ਵੀ ਮੈਂ ਦੇਖਿਆ ਕਾਮਯਾਬ ਹੋ ਜਾਂਦੇ ਨੇ, ਪਰ ਜਿਹਨੂੰ ਜੈਨੂਅਨਲੀ ਐਪਰੀਸ਼ੀਏਟ ਕਰਨਾ ਆਉਂਦਾ ਹੈ, ਚਾਹੇ ਉਹ ਆਪਣੇ ਦੋਸਤ ਨੇ, ਚਾਹੇ ਉਹ ਆਪਣਾ ਪਰਿਵਾਰ ਹੈ, ਚਾਹੇ ਆਪਣਾ ਦੇਸ਼ ਹੈ, ਚਾਹੇ ਆਪਣੀ ਖੁਦ ਹੈ, ਆਪਣਾ ਸੈਲਫ ਹੈ। ਹੰਕਾਰ ਦੀ ਗੱਲ ਨਹੀਂ ਹੈ। ਜੈਨੂਅਨ ਐਪਰੀਸ਼ੀਏਸ਼ਨ, ਸਾਨੂੰ ਆਪਣੀ ਜੈਨੂਅਨ ਐਪਰੀਸ਼ੀਏਸ਼ਨ ਹੁੰਦੀ ਨਹੀਂ ਕਿਉਂਕਿ ਅਸੀਂ ਆਪਣੇ ਆਪ ਨੂੰ ਜਾਣਦੇ ਹੀ ਨਹੀਂ। ਪਰ ਜਿਸ ਚੀਜ਼ ਨੂੰ ਤੁਸੀਂ ਪੋਜ਼ੀਟਿਵ ਅਟੈਂਸ਼ਨ ਦਿਓਗੇ, ਐਪਰੀਸ਼ੀਏਸ਼ਨ ਕਰੋਗੇ, ਉਹ ਵੱਧਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਕਿਸੇ ਬੱਚੇ ਨੂੰ ਉਹੀ ਮਤਲਬ ਸਿਫਤ ਕਰਨੀ ਸ਼ੁਰੂ ਕਰ ਦਿਓ, ਬਹੁਤ ਸੋਹਣਾ ਲੱਗਦਾ ਹੈ, ਕੱਪੜੇ ਬੜੇ ਵਧੀਆ ਲੱਗਦੇ ਨੇ, ਹੌਲੀ ਹੌਲੀ ਉਹ ਸੋਹਣਾ ਹੀ ਹੋ ਜਾਂਦਾ। ਮਤਲਬ ਇਹ ਐਸੀ ਇੱਕ ਪਾਵਰ ਹੈ। ਇਹ ਕਲਚਰਲ ਨੀਡਸ ਨੇ ਸਾਡੀਆਂ। ਅਸੀਂ ਤਾਂ ਮਰ ਜਾਂਦੇ ਹਾਂ ਜੇ ਕਿਸੇ ਦੀ ਸਿਫਤ ਕਰਨੀ ਪੈ ਜਾਵੇ। ਸਾਨੂੰ ਤਾਂ ਲੱਗਣ ਲੱਗ ਜਾਂਦਾ ਕਿ ਫਿਰ ਮੇਰਾ ਕੀ ਬਣੂਗਾ। ਜੇ ਮੈਂ ਇਹਨੂੰ ਚੰਗਾ ਕਹਿ ਦਿੱਤਾ ਇਹਦਾ ਮਤਲਬ ਮੈਂ ਬੁਰਾ, ਜੇ ਸਿਆਣਾ ਹੈ ਤਾਂ ਮੈਂ ਮੂਰਖ ਹਾਂ। ਕਿਉਂਕਿ ਅਸੀਂ, ਸਾਡਾ ਮਾਈਂਡ ਹੈ ਜਿਹੜਾ, ਅਸੀਂ ਇਹ ਇੱਕ ਆਵਾਂਗੇ ਆਪਾਂ ਇਹਦੇ 'ਤੇ, ਇਹਦੀ ਪ੍ਰੋਗਰਾਮਿੰਗ ਐਵੇਂ ਹੋਈ ਹੈ ਕਿ ਇਫ ਸਮਬੋਡੀ ਇਜ਼ ਹੈਪੀ, ਦੈਟ ਪਰਸਨ ਇਜ਼ ਹੈਪੀ ਐਟ ਮਾਈ ਕੋਸਟ। ਕਿਉਂਕਿ ਥੋੜ੍ਹੀ ਦੁਨੀਆ 'ਚ ਖੁਸ਼ੀ ਹੈ, ਰੱਬ ਨੇ ਇਹਨੂੰ ਦੇ ਦਿੱਤੀ ਮੇਰੇ ਹਿੱਸੇ ਦੀ, ਤਾਂ ਚੌੜਾ ਹੋਇਆ ਫਿਰਦਾ। ਇਹਦੇ 'ਚੋਂ ਜੈਲਸੀ, ਹੋਰ ਇਹ ਸਾਈਕੋਲੋਜੀਕਲ ਨੀਡਸ ਨੇ। ਵੀ ਸ਼ੁੱਡ ਅੰਡਰਸਟੈਂਡ ਇਟ। ਕਲਚਰਲ ਨੀਡਸ ਨੇ। ਅੱਗੇ ਇੱਕ ਨੀਡਸ ਆਉਂਦੀਆਂ ਨੇ ਜਿਹੜੀਆਂ ਜਿਨ੍ਹਾਂ 'ਚੋਂ ਧਰਮ ਪੈਦਾ ਹੋਏ। ਉਹ ਸੀ ਕਿ ਜਦੋਂ ਬ੍ਰੇਨ ਬਹੁਤ ਵੱਡਾ ਹੋ ਗਿਆ, ਅਸੀਂ ਸਾਰਾ ਕੁਛ ਇਕੱਠਾ ਕਰ ਲਿਆ, ਉਲਝ ਗਿਆ ਮਾਈਂਡ ਦੇ ਵਿੱਚ, ਸਾਨੂੰ ਇਹ ਵੀ ਇੱਕ ਨੀਡ ਉੱਠਦੀ ਹੈ ਹਰ ਇੱਕ ਨੂੰ, ਆਪਾਂ ਨੂੰ ਸਾਰਿਆਂ ਨੂੰ, ਕਿ ਇਹਦਾ ਮੀਨਿੰਗ ਕੀ ਹੈ ਜੋ ਮੈਂ ਕਰ ਰਿਹਾ, ਜੋ ਮੈਂ ਪੜ੍ਹ ਰਿਹਾ, ਜੋ ਮੈਂ ਬੋਲ ਰਿਹਾ, ਜੋ ਮੈਂ ਸੁਣ ਰਿਹਾ। ਆਖਿਰਕਾਰ ਇਹ ਸਾਰਾ, ਮੈਂ ਪੈਦਾ ਹੋਇਆ ਕਿਸੇ ਘਰ ਦੇ ਵਿੱਚ, ਖਤਮ ਹੋਣਾ, ਇਹਦਾ ਸਾਰੇ ਅਡੰਬਰ ਦਾ ਕੀ ਮੀਨਿੰਗ ਹੈ। ਜਾਨਵਰਾਂ ਨੂੰ ਇਹਦੇ ਨਾਲ ਕੋਈ ਮੁਸ਼ਕਿਲ ਨਹੀਂ। ਇਹ ਸਾਡੀ ਇੰਟਲੈਕਚੁਅਲ ਨੀਡ ਹੈ, ਸਾਡੀ ਸਪਿਰਿਚੁਅਲ ਨੀਡ ਹੈ, ਕਹਿ ਲਓ ਕ੍ਰੀਏਟਿਵ ਨੀਡ ਹੈ। ਅਸੀਂ ਫਿਰ ਉਹਨੂੰ ਦੇਖ ਕੇ ਅਸੀਂ ਮਤਲਬ ਪੇਂਟਿੰਗਸ ਬਣਾਉਣੀ ਸ਼ੁਰੂ ਕਰ ਦਿੰਦੇ ਹਾਂ, ਪੋਇਟਰੀ ਲੋਕਾਂ ਨੇ ਲਿਖਣੀ ਸ਼ੁਰੂ ਕਰਤੀ। ਇਹ ਸਾਰੀਆਂ ਉਹਨਾਂ ਨੀਡਸ ਦੇ ਵਿੱਚੋਂ ਨਿਕਲੀਆਂ ਹੋਈਆਂ ਚੀਜ਼ਾਂ ਨੇ ਕਿ ਸਾਡੀ ਟੂ ਬੀ ਮੀਨਿੰਗਫੁਲ ਹਿਊਮਨ ਬੀਇੰਗ। ਜੇ ਸਾਡੀ ਲਾਈਫ ਮੀਨਿੰਗਫੁਲ ਨਹੀਂ ਹੈ, ਤੁਸੀਂ ਸਾਰਾ ਕੁਛ ਕਰਕੇ, ਅਗਲਾ ਕਹਿੰਦਾ ਕੀ ਕਰਿਆ,
ਉਹਨੇ ਨਾਲ ਹੀ ਬੰਦਾ ਮਰਨ ਵਾਲਾ ਹੋ ਜਾਂਦਾ। ਛੋਟੀ ਚੀਜ਼ ਤੁਸੀਂ ਕੋਈ ਲਿਖ ਕੇ ਲਿਜਾਂਦੇ ਹੋ ਟੀਚਰ ਕੋਲ, ਕੋਈ ਪੇਂਟਿੰਗ ਬਣਾ ਕੇ ਲਿਜਾਂਦੇ ਹੋ, ਇਹ ਸਾਨੂੰ ਫਿਰ ਕੁਐਸਚਨ ਉੱਠਣੇ ਸ਼ੁਰੂ ਹੋ ਜਾਂਦੇ ਨੇ ਵੀ ਆਖਿਰਕਾਰ ਫਿਰ ਮੈਂ ਕੌਣ ਹਾਂ, ਕੀ ਮੇਰੀ ਲਾਈਫ ਹੈ, ਇਹ ਲਾਈਫ ਦਾ ਮੀਨਿੰਗ ਕੀ ਹੈ। ਫਿਰ ਆ ਵੇਦ ਸ਼ਾਸਤਰ ਨਿਕਲੇ ਕਿ ਜੀ ਮੋਕਸ਼ ਪ੍ਰਾਪਤ ਕਰਨਾ, ਇਹ ਕਰਨਾ, ਉਹ ਕਰਨਾ। ਤੁਸੀਂ ਉਹ ਸਟੋਰੀ ਸੁਣੀ ਹੋਣੀ ਹੈ ਮੇਰੇ ਖਿਆਲ ਸਾਰਿਆਂ ਨੇ, ਪਰ ਮੈਂ ਰਿਪੀਟ ਕਰ ਦਿੰਦਾ। ਜਨਕ ਰਾਜਾ ਜਿਹੜਾ ਚੱਕਰਵਰਤੀ ਰਾਜਾ ਹੋਇਆ ਬਹੁਤ ਵੱਡਾ, ਸੂਰਿਆ ਕੀ ਹੈ ਉਹ ਅਸ਼ਵਮੇਧ ਜੱਗ ਕਰਕੇ ਘੋੜਾ ਭੇਜਤਾ, ਕਿਸੇ ਨੇ ਫੜਿਆ ਹੀ ਨਹੀਂ, ਸਾਰੇ ਵਾਪਸ ਆ ਗਏ। ਕਹਿੰਦੇ ਜੀ ਸਾਰਾ ਰਾਜ ਤੁਹਾਡਾ ਹੀ ਹੈ। ਉਹਦੇ ਮੰਤਰੀ ਨੇ ਉਹਨੂੰ ਕਿਹਾ, ਉਹ ਕਹਿੰਦਾ ਵੀ ਆਪਾਂ ਤਾਂ ਅਚੀਵ ਕਰ ਲਿਆ ਸਭ ਕੁਛ। ਉਹ ਕਹਿੰਦਾ ਜੀ ਦੇਖੋ ਮਨੁੱਖੀ ਜਨਮ ਦੇ ਵਿੱਚ ਅਚੀਵ ਕਰਨਾ ਤਾਂ ਇਹ ਵੀ ਆਤਮ ਗਿਆਨ ਹੈ ਉਹ ਤਾਂ। ਉਹ ਕਹਿੰਦਾ ਆਪਾਂ ਇਹ ਵੀ ਕਰ ਲੈਂਦੇ ਹਾਂ। ਉਹਨੇ ਜੀ ਅਨਾਊਂਸ ਕਰਤਾ ਵੀ ਜਿਹੜਾ ਮੈਨੂੰ ਪੰਡਤ ਆਤਮ ਗਿਆਨ ਕਰਾਊਗਾ ਅਤੇ ਮੈਂ ਉਹਨੂੰ ਮੂੰਹ ਮੰਗਿਆ ਇਨਾਮ ਦਊਂਗਾ। ਰਾਮਦੇਵ ਹੋਣੀ ਆ ਗਏ ਪਾ ਕੇ ਕੱਪੜੇ ਵਿੰਗੇ ਟੇਢੇ, ਕਦੇ ਉਹਨੂੰ ਸ਼ੀਸ਼ ਆਸਣ ਕਰਾਉਣ, ਯੋਗਾ ਕਰਾਉਣ। ਉਹ ਵਿਚਾਰਾ ਕਮਲਾ ਹੋ ਗਿਆ ਰਾਜਾ। ਉਹਨੇ ਅਨਾਊਂਸ ਕਰਤਾ ਵੀ ਮੈਨੂੰ ਜਿਹੜਾ ਆਤਮ ਗਿਆਨ ਕਰਾਊਗਾ ਉਹਨੂੰ ਤਾਂ ਮੂੰਹ ਮੰਗਿਆ ਇਨਾਮ ਮਿਲੂ, ਜਿਹੜਾ ਨਾ ਕਰਾ ਸਕਿਆ ਮੈਂ ਟੰਗ ਦੇਣਾ। ਸਾਰੇ ਆਉਣੋਂ ਹਟ ਗਏ, ਜਿਹੜੇ 2-4 ਆਏ ਨਹੀਂ ਕਰਾ ਸਕੇ ਉਹਨੇ ਟੰਗ 'ਤੇ ਪੁੱਠੇ। ਉੱਥੇ ਇੱਕ ਫਿਲੋਸਫਰ ਹੈ, ਇੰਡੀਅਨ ਫਿਲੋਸਫਰ, ਉਹਦਾ ਤੁਸੀਂ ਨਾਂ ਸੁਣਿਆ ਹੋਣਾ, ਅਸ਼ਟਵਕਰ ਉਹਦਾ ਨਾਂ ਹੈ। ਆ ਜਿਹੜੀ ਗੀਤਾ ਪੜ੍ਹੀ ਜਾਂਦੀ ਹੈ ਮੰਦਰਾਂ 'ਚ, ਇਹ ਗੀਤਾ ਦਾ ਕੋਈ ਮਤਲਬ ਨਹੀਂ। ਉਹਨੂੰ ਉਹਦੀ ਅਸ਼ਟਵਕਰ ਗੀਤਾ ਨੂੰ ਮਹਾਂਗੀਤਾ ਕਿਹਾ ਜਾਂਦਾ ਹੈ। ਅਸ਼ਟਵਕਰ ਦੀ ਸਟੋਰੀ, ਉਹਦੇ 8 ਬਲ ਸੀ, ਕੁੱਬਾ ਸੀ ਵਿਚਾਰਾ, 8 ਕੁੱਬ ਸੀਗੇ ਸਰੀਰ 'ਚ। ਉਹ ਚਲਿਆ ਗਿਆ ਉੱਥੇ। ਪਹਿਲਾਂ ਤਾਂ ਉਹਨੂੰ ਗਾਰਡ ਨਹੀਂ ਨਾ ਵੜਨ ਦਿੱਤਾ, ਆਪਣੇ ਜਿਵੇਂ ਰਣਜੀਤ ਸਿੰਘ ਖੜ੍ਹਾ ਬਾਈ ਚਾਂਸ ਦੇ ਦਫ਼ਤਰ, ਉੱਥੇ ਕਹਿੰਦਾ ਤੇਰਾ ਟਾਈਮ ਨਹੀਂ ਹੈ। ਨਾਲ ਉਹਨੂੰ ਦੇਖ ਕੇ ਉਹਦਾ ਹਾਸਾ ਨਿਕਲਿਆ ਵੀ ਇਹ ਕੀ ਹੈ। ਅੱਗੇ ਉਹ ਜਨਕ ਦੇ ਭਾਈ ਦਰਬਾਰ 'ਚ ਗਿਆ, ਉੱਥੇ ਪੰਡਿਤ ਸ਼ਾਸਤਰਾਰਥ ਕਰ ਰਹੇ ਸੀ। ਉਹ ਸਾਰੇ ਉਹਨੂੰ ਦੇਖ ਕੇ ਹੱਸ ਪਏ। ਉਹ ਚੂਚੇ ਹੱਸੇ, ਉਹਦੀ ਸ਼ਕਲ ਵਿਚਾਰੇ ਦੀ, ਸਰੀਰ ਹੀ ਐਸਾ ਸੀਗਾ। ਜਦੋਂ ਹੱਸ ਹਟੇ ਤਾਂ ਉਹ ਚੂਚੀ ਉਹ ਹੱਸਣ ਲੱਗ ਗਿਆ। ਰਾਜੇ ਨੂੰ ਲੱਗਿਆ, ਰਾਜਾ ਕਹਿੰਦਾ ਵੀ ਦੇਖੋ ਵੀ ਤੂੰ ਆਇਆ ਚਲੋ ਵੀ ਤੈਨੂੰ ਦੇਖ ਕੇ ਤਾਂ ਇਹਨਾਂ ਨੂੰ ਹਾਸਾ ਆਉਣਾ ਮੇਰੇ ਸਮਝ ਆਉਂਦਾ, ਤੂੰ ਕਿਉਂ ਹੱਸਿਆ? ਉਹ ਕਹਿੰਦਾ ਮੈਂ ਇਸ ਕਰਕੇ ਹੱਸਿਆ ਵੀ ਤੁਸੀਂ ਇਹਨਾਂ ਨੂੰ ਸ਼ਾਸਤਰਾਰਥ ਕਰਨ ਲਈ ਸੱਦਿਆ ਹੋਇਆ, ਸਾਰਿਆਂ ਨੂੰ ਪੰਡਿਤ ਗਿਆਨੀ ਲੋਕ ਨੇ ਇਹ। ਬੇਸਿਕਲੀ ਕਹਿੰਦਾ ਇਹ ਚਮਾਰ ਨੇ, ਚਮੜੇ ਤੋਂ ਅੱਗੇ ਇਹਨਾਂ ਨੂੰ ਦਿਖਦਾ ਨਹੀਂ ਹੈ। ਇਹਨਾਂ ਨੇ ਸਿਰਫ ਮੇਰਾ ਸਰੀਰ ਦੇਖਿਆ, ਮੇਰੀ ਖੂਬਸੂਰਤੀ ਤਾਂ ਦੇਖੀ ਹੋਈ ਨਹੀਂ ਹੈ, ਮੇਰੀ ਸੋਚ ਦਾ, ਮੇਰੀ ਪਵਿੱਤਰਤਾ ਦਾ, ਮੇਰੀ ਰੂਹ ਦਾ ਇਹਨਾਂ ਨੂੰ ਕੀ ਪਤਾ ਹੈ। ਇਹ ਉਹਦੇ ਬਾਰੇ ਕਹਿੰਦਾ ਇੱਥੇ ਸ਼ਾਸਤਰਾਰਥ ਕਰ ਰਹੇ ਨੇ ਬੈਠੇ, ਆਤਮਾ ਬਾਰੇ। ਇਹ ਕਹਿੰਦਾ ਖੁਦ ਮਤਲਬ ਇਹਨਾਂ ਦੀ ਕੀ ਔਕਾਤ ਹੈ। ਕਹਿੰਦਾ ਮੈਂ ਇਸ ਕਰਕੇ ਇਹਨਾਂ 'ਤੇ ਹੱਸਿਆ। ਖੈਰ ਜੀ ਛੋਟੀ ਕਰੀਏ ਸਟੋਰੀ। ਰਾਜਾ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਆਤਮ ਗਿਆਨ, ਉਹ ਕਹਿੰਦਾ ਮੈਂ ਕਰਾ ਦਿੰਦਾ, ਕੋਈ ਗੱਲ ਨਹੀਂ ਹੈ। ਕਹਿੰਦਾ ਪਰ ਉਹ ਦੇਖ ਲੈ ਜਿਹੜੇ ਲਟਕੇ ਹੋਏ ਨੇ। ਉਹ ਕਹਿੰਦਾ ਨਹੀਂ ਮੈਨੂੰ ਪਤਾ ਹੈ, ਕੋਈ ਗੱਲ ਨਹੀਂ। ਉਹ ਕਹਿੰਦਾ ਕਿੰਨਾ ਟਾਈਮ ਲੱਗੂਗਾ? ਉਹ ਕਹਿੰਦਾ ਵੀ ਘੋੜੇ ਦੀ ਪੈਰ ਰਕਾਬ ਦੇ ਵਿੱਚ ਪੈਰ ਰੱਖ ਕੇ ਜਿੰਨੀ ਦੇਰ ਘੋੜੇ ਉੱਪਰ ਚੜ੍ਹਨ ਨੂੰ ਟਾਈਮ ਲੱਗਦਾ, ਇੰਨੀ ਦੇਰ 'ਚ ਮੈਂ ਕਰਾ ਦੇਣਾ। ਬੜਾ ਅਜੀਬ ਗੱਲ ਸੀ। ਰਾਜਾ ਵੀ ਬੜਾ ਵੱਡਾ ਸੀ ਉਹ ਕਹਿੰਦਾ ਵੀ ਕਰਾ ਫਿਰ, ਚਲੋ ਦੇਖ ਲੈਂਦੇ ਹਾਂ ਵੀ ਆਪਾਂ। ਉਹ ਕਹਿੰਦਾ ਘੋੜਾ ਲਓ ਰਾਜਨ, ਜੰਗਲ ਦੇ ਵਿੱਚ ਚੱਲੋ। ਜੰਗਲ 'ਚ ਚਲੇ ਗਏ ਜੀ। ਘੋੜਾ ਖੜ੍ਹਾ, ਰਾਜੇ ਨੇ ਰਕਾਬ 'ਚ ਪੈਰ ਰੱਖਿਆ। ਉਹ ਕਹਿੰਦਾ ਇੱਥੇ ਰੁਕ ਜਾਓ, ਮੈਂ ਕਹਿੰਦਾ ਅਗਲੇ ਪਲ ਤੁਹਾਨੂੰ ਗਿਆਨ ਕਰਾ ਦੇਣਾ, ਪਰ ਆਪਾਂ ਦਕਸ਼ਣਾ ਤੈਅ ਕਰ ਲਈਏ। ਰਾਜਾ ਕਹਿੰਦਾ ਠੀਕ ਹੈ, ਜੋ ਮੂੰਹ ਮੰਗੀ ਦਕਸ਼ਣਾ। ਉਹ ਕਹਿੰਦਾ ਮੰਗੀ ਨਹੀਂ ਜਾਂਦੀ ਹੁੰਦੀ ਦਕਸ਼ਣਾ, ਤੁਸੀਂ ਦੱਸੋ ਕੀ ਦਿਓਗੇ? ਉਹ ਕਹਿੰਦਾ ਮੈਂ ਤੁਹਾਨੂੰ ਸੋਨੇ ਨਾਲ ਤੋਲ ਦੂੰਗਾ, ਸਾਰਾ ਖਜ਼ਾਨਾ ਦੇ ਦੂੰ, ਕੋਈ ਗੱਲ ਨਹੀਂ। ਉਹ ਕਹਿੰਦਾ ਖਜ਼ਾਨਾ ਰਾਜਨ ਤੇਰਾ ਨਹੀਂ ਹੈ, ਤੂੰ ਲੁੱਟਿਆ, ਟੈਕਸ ਲਾਏ ਨੇ, ਜੋ ਤੇਰਾ ਆਪਣਾ ਮੈਨੂੰ ਉਹ ਦੇ ਦੇ। ਉਹ ਕਹਿੰਦਾ ਮੈਂ ਸਾਰੀਆਂ ਰਾਣੀਆਂ, ਉਹ ਕਹਿੰਦਾ ਵਿਆਹ ਕੇ ਲਿਆਂਦੀਆਂ ਨੇ ਜਾਂ ਖੋਹ ਕੇ ਲਿਆਂਦੀਆਂ ਨੇ, ਤੇਰਾ ਕੁਛ ਨਹੀਂ ਉਹ 'ਚ। ਉਹ ਕਹਿੰਦਾ ਮੈਂ ਸਾਰਾ ਰਾਜ ਭਾਗ, ਕਹਿੰਦਾ ਰਾਜ ਭਾਗ ਵੀ ਤੂੰ ਨਾਲ ਲੈ ਕੇ ਨਹੀਂ ਜੰਮਿਆ, ਤੇਰਾ ਨਹੀਂ ਹੈ, ਤੂੰ ਪਿਓ ਤੋਂ ਲਿਆ ਅਤੇ ਦੂਜਿਆਂ ਤੋਂ ਲੁੱਟਿਆ, ਤੇਰਾ ਕੁਛ ਜੋ ਹੈ ਮੈਨੂੰ ਉਹ ਦੇ। ਰਾਜਾ ਵੀ ਬੜਾ ਦੁਬਿਧਾ 'ਚ ਪੈ ਗਿਆ। ਉਹ ਕਹਿੰਦਾ ਵੀ ਮੈਂ ਆਪਣਾ ਸਿਰ ਲਾ ਕੇ ਤੈਨੂੰ ਦੇ ਦੂੰਗਾ। ਅਸ਼ਟਵਕਰ ਨੂੰ ਪੁੱਛਦੇ ਵੀ ਸਿਰ ਤੇਰਾ ਹੈ, ਤੇਰੇ ਹੁਕਮ 'ਚ ਚੱਲਦਾ, ਤੂੰ ਪੈਦਾ ਕਰਿਆ, ਤੇਰਾ ਕੰਟਰੋਲ ਹੈ ਇਹਦੇ 'ਤੇ। ਰਾਜੇ ਨੂੰ ਲੱਗਿਆ ਫਿਰ ਮੇਰਾ ਕੀ ਹੈ, ਮੈਂ ਕੌਣ ਹਾਂ? ਫਿਰ ਉਹਨਾਂ ਨੂੰ ਸਵਾਲ ਕਰੇ। 24 ਘੰਟੇ ਮੰਨ ਲਓ ਸਵਾਲ ਕਰਦਾ ਰਿਹਾ, ਉਹ ਜਵਾਬ ਦਿੰਦਾ ਰਿਹਾ। ਉਹ ਜਿਹੜੇ ਲਿਖੇ ਹੋਏ ਨੇ ਉਹ ਅਸ਼ਟਵਕਰ ਗੀਤਾ ਹੈ, ਕਿਤੇ ਮੌਕਾ ਲੱਗੇ ਤਾਂ ਪੜ੍ਹਿਓ। ਵੈਸੇ ਉਹ ਕਿਤਾਬ ਬਾਰੇ ਮਸ਼ਹੂਰੀ ਦੱਸੀ ਜਾਂਦੀ ਹੈ ਵੀ ਉਹ ਬੰਦਾ ਪੜ੍ਹ ਨਹੀਂ ਸਕਦਾ, ਉਹ ਕਿਤਾਬ ਨੂੰ ਲਿਆ ਕੇ ਬੇਸ਼ੱਕ ਘਰ ਰੱਖ ਲਵੇ, ਪੜ੍ਹਦਾ ਉਦੋਂ ਹੀ ਹੈ ਜਦੋਂ ਉਹਨੂੰ ਹੁਕਮ ਹੁੰਦਾ ਹੈ। ਪਰ ਉਹ ਅਦਵੈਤਇਜ਼ਮ ਦੀ ਮਤਲਬ ਕਿਤਾਬ ਹੈਗੀ ਹੈ ਕਿ ਐਕਚੁਅਲ ਤੁਸੀਂ ਕੌਣ ਹੋ। ਇਹ ਸਵਾਲ ਸਾਨੂੰ ਉੱਠਦੇ ਨੇ। ਇਹ ਸਪਿਰਿਚੁਅਲ ਨੀਡ ਸਾਡੇ ਸਭ ਦੇ ਅੰਦਰ ਹੈ। ਇਹਦੇ 'ਤੇ ਹੈਗੀ ਹੈ ਕਿ ਆਖਰ
ਆ ਜਿਹੜਾ ਮੰਦਿਰ ਹੈ ਨਾ ਸ਼ਹਿਰ ਦੇ ਵਿੱਚ, ਕਾਨਪੁਰ ਪ੍ਰੈਸ ਵਾਲਿਆਂ ਦੀ ਛਾਪੀ ਹੋਈ ਹੈ, ਨੰਦ ਲਾਲ ਦਸ਼ੌਰੇ ਦਾ ਉਹਦੇ 'ਤੇ ਕਮੈਂਟਰੀ ਆ। ਜਿਹੜਾ ਮੰਦਿਰ ਨਹੀਂ ਹੈ ਕਿਲਾ ਚੌਂਕ ਹੈ ਜਿਹੜਾ, ਉਹਦੇ ਵਿੱਚ ਉਹਦੇ ਨਾਲ ਹੀ ਦੁਕਾਨ ਹੈ ਇੱਕ ਛੋਟੀ ਜਿਹੀ, ਹੁਣ ਤਾਂ ਵੱਡੀ ਹੋ ਗਈ ਹੋਣੀ ਹੈ, BJP ਦਾ ਰਾਜ ਹੈ, ਪਹਿਲਾਂ ਛੋਟੀ ਜਿਹੀ ਹੁੰਦੀ ਸੀਗੀ। ਸੋ ਖੈਰ ਉਹ ਇਸ਼ੂ ਨਹੀਂ ਹੈ, ਤੁਸੀਂ ਪੜ੍ਹ ਲਿਓ ਜਾਂ ਜਿੱਦਾਂ ਵੀ ਹੈ। ਇਹ ਸਾਡੇ ਸਭ ਦੇ ਅੰਦਰ ਇੱਕ ਹੀ ਸਵਾਲ ਹੈ ਵੀ ਆਖਰਕਾਰ ਮੈਂ ਕੌਣ ਹਾਂ, ਜਾਂ ਮੇਰੀ ਜ਼ਿੰਦਗੀ ਦਾ ਮੀਨਿੰਗ ਕੀ ਹੈ। ਇਹ ਸਪਿਰਿਚੁਅਲ, ਇੰਟਲੈਕਚੁਅਲ, ਕ੍ਰੀਏਟਿਵ ਨੀਡ ਹੈ ਸਾਡੀ। ਅਸੀਂ ਅਕਸਰ ਇਹਨੂੰ ਦਬਾਉਂਦੇ ਰਹਿੰਦੇ ਹਾਂ। ਇਹਨੂੰ ਦਬਾਉਣ ਖਾਤਰ 5 ਵਜੇ ਤੋਂ ਬਾਅਦ ਬਹੁਤ ਸਾਰੇ ਲੋਕ, ਮੇਰਾ ਖਿਆਲ ਹੈ ਟਨਾਂ ਦੀ ਟਨ ਦਾਰੂ ਪੀਤੀ ਜਾਂਦੀ ਹੈ ਸਾਰੀ ਦੁਨੀਆ 'ਚ। ਸ਼ਾਮ ਨੂੰ ਹੀ ਦਾਰੂ ਪੀਤੀ ਜਾਂਦੀ ਹੈ, ਤੜਕੇ 4 ਵਜੇ ਕੋਈ ਨਹੀਂ ਪੀਂਦਾ, ਕਿਉਂਕਿ ਐਨਰਜੀ ਲੈਵਲ ਲੋ ਹੋ ਜਾਂਦਾ। ਜਦੋਂ ਸਾਡਾ ਐਨਰਜੀ ਲੈਵਲ ਲੋ ਹੁੰਦਾ ਤਾਂ ਮਾਈਂਡ ਸਾਨੂੰ ਕੁਐਸਚਨ ਖੜੇ ਕਰਦਾ। ਡਿਪਰੈਸ਼ਨ ਵੀ ਉਸੇ ਟਾਈਮ 'ਚ ਹੁੰਦਾ ਹਮੇਸ਼ਾ। ਸੋ ਇਹ ਸਾਡੀਆਂ ਨੀਡਸ ਵਿਕਸ ਹੋ ਗਈਆਂ ਜਿਹੜੀਆਂ ਜਾਨਵਰਾਂ ਦੀਆਂ ਨਹੀਂ ਸੀ। ਸੋ ਇਹਦੇ 'ਚ ਸਾਡੇ ਬਿਹੇਵੀਅਰ ਨੂੰ ਡਿਟਰਮਿਨ ਕਰਨ ਵਾਲੇ ਫੈਕਟਰ ਨੇ ਕੁਛ, ਜਿਹੜੇ ਅਸੀਂ ਉੱਧਰ ਪੜ੍ਹਾਉਂਦੇ ਹੁੰਦੇ ਸੀ ਕਿ ਜਿਓਗ੍ਰਾਫੀਕਲ ਡਿਟਰਮਿਨਿਜ਼ਮ ਹੈ। ਫਾਰ ਇੰਸਟੈਂਸ ਆਈਸਲੈਂਡ 'ਚ ਹੋਰ ਤਰ੍ਹਾਂ ਦੇ ਲੋਕ ਨੇ, ਐਸਕੀਮੋ ਹੋਰ ਤਰ੍ਹਾਂ ਦੇ ਨੇ, ਦਰਿਆਵਾਂ ਦੇ ਕੰਢੇ ਹੋਰ ਤਰ੍ਹਾਂ ਨੇ, ਪਹਾੜੀ ਹੋਰ ਤਰ੍ਹਾਂ ਦੇ ਨੇ, ਉੱਚੇ ਹਲਟੀਚਿਊਡ ਵਾਲਿਆਂ ਦੀਆਂ ਛੋਟੀਆਂ ਅੱਖਾਂ ਹੋ ਜਾਂਦੀਆਂ ਨੇ। ਅਸੀਂ ਪਹਿਲਾਂ ਹੀ ਮੰਨਦੇ ਸੀ ਵੀ ਮਨੁੱਖੀ ਵਿਹਾਰ ਹੈ ਜਿਹੜਾ, ਇਹਨੂੰ ਜੋਗਰਾਫੀ ਡਿਟਰਮਿਨ ਕਰਦੀ ਹੈ। ਡੈਜ਼ਰਟ 'ਤੇ ਲੋਕ ਹੋਰ ਤਰ੍ਹਾਂ ਦੇ ਨੇ, ਪਰ ਹੌਲੀ ਹੌਲੀ ਸਮਝ ਆਈ ਕਿ ਨਹੀਂ, ਅਲਟੀਮੇਟ ਉਹਨਾਂ ਦੇ ਜਿਹੜੇ ਅੰਦਰਲਾ ਜਿਹੜਾ ਸੁਭਾਅ ਹੈ, ਸਮਾਜ ਹੈ, ਉਹ ਬਿਹੇਵ ਉਵੇਂ ਹੀ ਕਰਦੇ ਨੇ ਉਹ ਸਾਰੇ ਦੇ ਸਾਰੇ। ਫਿਰ ਅਸੀਂ ਸੋਚਿਆ ਵੀ ਬਾਇਓਲੋਜੀਕਲ, ਜੈਨੇਟਿਕਲ ਹੈ ਕਿ ਜੀ ਨਸਲ ਹੈ ਬੰਦੇ ਦੀ, ਸਾਰਾ ਕੁਛ ਤੈਅ ਕਰਦੀ ਹੈ। ਹੌਲੀ ਹੌਲੀ ਸਮਝ ਆਈ ਕਿ ਨਹੀਂ, ਸਾਰੇ ਨਸਲ ਵਾਲੇ ਵੀ ਉੱਦਾਂ ਦੇ ਨਹੀਂ ਹਨ, ਉਹ ਵੀ ਇੱਕ ਫੈਕਟਰ ਹੈ। ਫਿਰ ਹੌਲੀ ਹੌਲੀ ਕੀ ਹੋਇਆ ਕਿ ਅਸੀਂ ਉਹ ਤੋਂ ਬਾਅਦ ਕਿ ਹਿਸਟੋਰੀਕਲ ਹੈ, ਕਿ ਉਸ ਗਰੁੱਪ ਦੀ ਹਿਸਟਰੀ ਕਿੱਦਾਂ ਦੀ ਹੈ, ਬੈਕਗਰਾਊਂਡ ਕੀ ਹੈ, ਖਾਨਦਾਨੀ ਕੀ ਹੈ, ਇਹ ਵੀ ਅਸੀਂ ਮੰਨਿਆ। ਇਹ ਕਰਦੇ ਨੇ, ਜੋਗਰਾਫੀ ਵੀ ਕਰਦੀ ਹੈ, ਜੀਨਸ ਵੀ ਕਰਦੇ ਨੇ, ਜਿਹੜੀ ਹਿਸਟੋਰੀਕਲ ਬੈਕਗਰਾਊਂਡ ਹੈ, ਪਾਸਟ ਹੈ, ਉਹ ਵੀ ਕਰਦਾ, ਪਰ ਟੋਟਲੀ ਨਹੀਂ ਕਰਦੇ। ਸੋ ਇਸੇ ਤਰੀਕੇ ਦੇ ਨਾਲ ਅਸੀਂ ਸੋਸ਼ਲ ਜਿਹੜੇ ਸਾਡੇ ਡਿਟਰਮਿਨ ਨੇ, ਜੈਂਡਰ ਹੈ ਫਾਰ ਇੰਸਟੈਂਸ, ਹੋਰ ਤਰ੍ਹਾਂ ਦਾ ਬਿਹੇਵੀਅਰ ਹੁੰਦਾ ਬੰਦਿਆਂ ਦਾ, ਹੋਰ ਤਰ੍ਹਾਂ ਦਾ ਸਟੇਟਸ ਹੈ, ਏਜ ਹੈ। ਕੱਲ੍ਹ ਹੀ ਆਪਾਂ ਗੱਲ ਕਰ ਰਹੇ ਸੀ ਕਿ 20 ਸਾਲ ਦਾ ਬੰਦਾ ਤਾਂ ਬਹੁਤ ਹੀ ਕ੍ਰਾਂਤੀਕਾਰੀ ਹੁੰਦਾ, 40 ਸਾਲ ਤੋਂ ਬਾਅਦ ਫਿਰ ਉਹ ਠੰਡਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ। ਲਾਈਫ ਸਾਈਕਲ ਦੀਆਂ ਮਤਲਬ ਆਪਣੇ ਆਪ 'ਚ ਡਿਟਰਮਿਨਿੰਗ ਚੀਜ਼ਾਂ ਨੇ, ਮਤਲਬ ਖੁਰਾਕ ਬਦਲ ਜਾਂਦੀ ਹੈ, ਸੋਚ ਬਦਲ ਜਾਂਦੀ ਹੈ, ਸਟਾਈਲ ਬਦਲ ਜਾਂਦਾ ਹੈ। ਇੱਦਾਂ ਹੀ ਤੁਸੀਂ ਕਹਿ ਲਓ ਕਿ ਕਾਸਟ ਹੈ, ਸਟੇਟਸ ਹੈ, ਕਲਾਸ ਹੈ, ਅਥੋਰਟੀ ਹੈ, ਪਾਵਰ ਹੈ, ਇਹ ਸਾਰੇ ਡਿਟਰਮਿਨ ਕਰਦੇ ਨੇ, ਪਰ ਟੋਟਲ ਬਿਹੇਵੀਅਰ ਨਹੀਂ ਡਿਟਰਮਿਨ ਕਰਦੇ। ਇਹ ਸਾਡੇ ਡਿਟਰਮੀਨੈਂਟਸ ਮਤਲਬ ਹੈਗੇ ਨੇ, ਕਲਚਰਲ ਨੇ, ਕਮਿਊਨਿਟੀ ਵੈਲਿਊਜ਼ ਨੇ, ਓਨਰ ਐਂਡ ਸ਼ੇਮ ਹੈ। ਕੋਈ ਬੰਦਾ ਮਰ ਸਕਦਾ ਹੈ ਕਿ ਜੀ ਤਾਂ ਸ਼ਰਮ ਦੀ ਗੱਲ ਹੈ, ਕਿਸੇ ਨੂੰ ਸ਼ਰਮ ਆਉਂਦੀ ਹੋਈ ਨਹੀਂ। ਅੰਗਰੇਜ਼ਾਂ ਦੇ ਓਨਰ ਐਂਡ ਸ਼ੇਮ ਦਾ ਕੋਈ ਕੌਨਸੈਪਟ ਨਹੀਂ ਸੀ। ਆ ਜਿਹੜੀਆਂ ਇੱਧਰ ਆਪਣੀਆਂ ਸੁਸਾਇਟੀਜ਼ ਨੇ ਅਰਬ ਤੱਕ, ਇਹਨਾਂ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਗੱਲ। ਓਨਰ ਕਿਲਿੰਗ ਹੋ ਜਾਂਦੀ ਹੈ, ਕਿਸੇ ਦੀ ਲੜਕੀ ਜਾ ਕੇ ਦੂਜੇ ਨਾਲ ਵਿਆਹ ਕਰਾ ਲਵੇ, ਇਹਦੇ 'ਤੇ ਸਾਰਾ ਪਿੰਡ, ਸਾਰਾ ਕਬੀਲਾ, ਅੰਗਰੇਜ਼ਾਂ ਦੇ ਮਸਲਾ ਹੀ ਕੋਈ ਨਹੀਂ ਹੈ। ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਮਤਲਬ ਕਲਚਰਲ ਵੈਲਿਊਜ਼ ਨੇ ਉਹਨਾਂ ਦੀ। ਓਨਰ ਸ਼ੇਮ ਕਿਸੇ ਹੋਰ ਚੀਜ਼ ਦੇ ਨਾਲ ਜੁੜੀ ਹੋਣੀ ਹੈ। ਬਰੇਵਰੀ ਹੈ ਫਾਰ ਇੰਸਟੈਂਸ, ਬੰਦਾ ਨਾ ਨਿਭ ਸਕੇ ਕਿਸੇ ਉੱਪਰ, ਕਿਸੇ ਗੱਲ ਦੇ ਉੱਪਰ, ਹਾਲਾਂਕਿ ਇਹ ਇੱਕ ਫਿਜ਼ੀਕਲ ਲਿਮੀਟੇਸ਼ਨ ਜਾਂ ਮੈਂਟਲ ਲਿਮੀਟੇਸ਼ਨ ਹੋ ਸਕਦੀ, ਪਰ ਹੈ। ਸੋ ਇਸੇ ਤਰੀਕੇ ਦੇ ਨਾਲ ਇਹ ਹੈ ਕਿ ਸਾਡੇ ਜਿਹੜੀਆਂ ਮਤਲਬ ਅਸੀਂ ਕਹਿੰਦੇ ਹਾਂ ਕਿ ਜਿਹੜੇ ਇਹ ਤਾਂ ਸਾਡਾ ਬਿਹੇਵੀਅਰ ਡਿਟਰਮਿਨ ਕਰਦੇ ਨੇ। ਕੁਛ ਕੁ ਚੀਜ਼ਾਂ ਨੇ ਜਿਹੜੀਆਂ ਕੰਟਰੋਲ ਕਰਦੀਆਂ ਨੇ ਸਾਨੂੰ, ਇਹ ਆਪਾਂ ਅਗਲੀ ਲੈਕਚਰ 'ਚ ਵੀ ਕੰਟੀਨਿਊ ਕਰਾਂਗੇ। ਪਾਵਰ ਹੈ, 3 ਮੇਨ ਫੀਚਰ ਨੇ ਜਿਹੜੇ ਆਮ ਤੌਰ 'ਤੇ ਜਿਨ੍ਹਾਂ ਰਾਹੀਂ ਸਟੇਟ ਲੋਕਾਂ ਨੂੰ ਕੰਟਰੋਲ ਕਰਦੀ ਹੈ, ਜਾਂ ਅਸੀਂ ਦੂਜੇ ਦਾ ਹੁਕਮ ਮੰਨਦੇ ਹਾਂ ਕਹਿ ਲਓ, ਚਾਹੇ ਉਹ ਲੀਡਰ ਹੈ, ਚਾਹੇ ਉਹ ਕੁਛ ਵੀ ਹੈ। ਫੀਅਰ ਹੈ ਪਹਿਲਾ, ਕਿ ਡਰ ਦੇ ਨਾਲ ਕਿ ਬੰਦਾ ਸਾਨੂੰ ਸਜ਼ਾ ਦੇ ਸਕਦਾ ਹੈ। ਕਲੀ ਦਾ ਗੁੰਡਾ ਬਦਮਾਸ਼ ਕੋਈ ਹੋਵੇ ਕਿ ਯਾਰ ਇਹ ਨੁਕਸਾਨ ਕਰ ਸਕਦਾ ਹੈ, ਚਾਹੇ ਉਹ ਰਾਜਾ ਹੈ, ਥਾਣੇਦਾਰ ਹੈ, ਜੋ ਮਰਜ਼ੀ ਹੈ। ਸੈਕਿੰਡ ਚੀਜ਼ ਇੰਟਰਸਟ ਹੈ, ਕਿ ਇੱਦਾਂ ਕਰਨ ਦੇ ਨਾਲ ਜਿਹੜੀ ਗੱਲ ਕਹਿ ਰਿਹਾ ਮੇਰਾ ਇੰਟਰਸਟ ਪੂਰਾ ਹੋ ਜਾਊਗਾ। ਉਹ ਚਾਹੇ LIC ਦੀ ਇੰਸ਼ੋਰੈਂਸ ਹੈ, ਚਾਹੇ ਕੁਛ ਹੈ, ਚਾਹੇ ਤੁਸੀਂ ਬੈਠੇ ਹੋ ਡਿਗਰੀ ਕਰਨੀ ਹੈ, ਇਹ ਵੀ ਤਾਂ ਇੰਟਰਸਟ ਹੈ ਨਾ, ਤਾਂ ਹੀ ਗੱਲ ਮੰਨ ਰਹੇ ਹੋ ਤੁਸੀਂ ਇਹ। ਜਾਂ ਫਿਰ ਇਹ ਹੈ ਕਿ ਵੈਲਿਊ ਕੰਸੈਂਸਸ, ਉਹਨੂੰ ਅਸੀਂ ਕਹਿੰਦੇ ਹਾਂ ਕਿ ਸ਼ੇਅਰਡ ਗੋਲਸ ਨੇ। ਭਗਤ ਸਿੰਘ ਹੋਰੀ ਸੀ, ਰੈਵੋਲੂਸ਼ਨਰੀ ਹੁੰਦੇ ਨੇ, ਲੀਡਰ ਹੁੰਦੇ ਨੇ, ਉਹਨਾਂ ਦੀ ਗੱਲ ਕਿਉਂ ਮੰਨ ਲੈਂਦੇ ਨੇ ਲੋਕ? ਉਹਨਾਂ ਨੂੰ ਲੱਗਦਾ ਕਿ ਸਾਡਾ ਇੱਕ ਕਾਮਨ ਇੰਟਰਸਟ ਹੈ। ਇਹ ਜਿਹੜਾ ਬੰਦਾ ਜਿਹੜੀ ਗੱਲ ਕਹਿ ਰਿਹਾ, ਇਹ ਸਾਡਾ ਜਿਹੜੇ ਗੋਲ ਨੂੰ ਅਸੀਂ ਅਚੀਵ ਕਰਨਾ ਹੈ, ਉਹਦੇ ਲਈ ਠੀਕ ਹੈ ਇਹ ਗੱਲ। ਸੋ ਇਹ 3 ਲੈਵਲ ਨੇ। ਮਤਲਬ ਜਿਹੜਾ ਤੀਜਾ ਲੈਵਲ ਹੈ ਉਹ ਥੋੜ੍ਹਾ ਹਾਇਰ ਲੈਵਲ ਮੰਨਿਆ ਜਾਂਦਾ ਹੈ, ਕਿ ਵੈਲਿਊ ਕੰਸੈਂਸਸ ਹੈ, ਕਿ ਸਾਡੀਆਂ ਭਾਈ ਵੈਲਿਊਜ਼ ਸਾਂਝੀਆਂ ਨੇ, ਅਸੀਂ ਇਸ ਸਮਾਜ ਨੂੰ, ਇਸ ਦੇਸ਼ ਨੂੰ, ਇਸ ਖਿੱਤੇ ਨੂੰ, ਵਟਐਵਰ ਬਿਲੋਂਗ ਕਰਦੇ ਹਾਂ। ਇਹ ਬੰਦਾ ਉਹਨੂੰ ਰਿਪਰਜੈਂਟ ਕਰ ਰਿਹਾ ਹੈ। ਮੋਦੀ ਦੇ ਜਿਹੜੇ ਬਹੁਤ ਸਾਰੇ ਭਗਤ ਨੇ ਉਹ ਇਸ ਕਰਕੇ ਨੇ, ਉਹਦੇ ਨਾਲ ਉਹ ਵੈਲਿਊਜ਼ ਉਹਨਾਂ ਨੂੰ ਦਿਖਦਾ ਨਹੀਂ,
ਹਿਪਨੋਟਾਈਜ਼ ਹੋ ਜਾਂਦੇ ਨੇ, ਪਰ ਉਹਨੂੰ ਲੱਗਦਾ ਵੀ ਇਹ ਵੈਲਿਊਜ਼ ਜਿਹੜੀਆਂ ਉਹ ਕਹਿ ਰਿਹਾ ਉਹਨਾਂ ਨੂੰ ਉਹ ਕਹਿੰਦੇ ਨੇ ਵੀ ਹਾਂ ਬਿਲਕੁਲ ਠੀਕ ਹੈ, ਐਵੇਂ ਸਾਰਾ ਇਲਾਜ ਹੋ ਸਕਦਾ। ਸੋ ਇਹਦੇ 'ਚ ਪ੍ਰੋਬਲਮ ਇਹ ਆਉਂਦੀ ਹੈ ਕਿ ਜੇ ਤਾਂ ਤੁਸੀਂ ਬਿਲਕੁਲ ਹਿਪਨੋਟਾਈਜ਼ ਰਹੋ ਫਿਰ ਤਾਂ ਠੀਕ ਹੈ। ਹਿਊਮਨ ਬੀਇੰਗਸ ਦੇ ਵਿੱਚ ਇੱਕ ਐਸੀ ਚੀਜ਼ ਹੈ ਕਿ ਇਹਨਾਂ ਦੇ ਵਿੱਚ ਇਨਹਰੈਂਟ DNA ਦੇ ਵਿੱਚ ਹੈ ਕਿ ਕੁਐਸਚਨ ਕਰਦੇ ਨੇ। ਸਾਡਾ ਮਾਈਂਡ ਹੈ ਜਿਹੜਾ ਡੂਅਲ ਹੈ, ਫੇਥ ਦੇ ਨਾਲ ਹੀ ਡਾਊਟ ਚੱਲਦੀ ਹੈ। ਸੋ ਇਸ ਕਰਕੇ ਜਦੋਂ ਅਸੀਂ ਮਕੈਨਿਕਸ ਹੈ ਸਾਡਾ ਜਿਹੜਾ ਮਾਈਂਡ ਦਾ, ਅਸੀਂ ਕਰਦੇ ਹਾਂ ਕੋਈ ਫੈਸਲਾ ਤਾਂ ਅਸੀਂ ਡੁਅਲਿਟੀ ਤੋਂ ਸ਼ੁਰੂ ਕਰਦੇ ਹਾਂ ਕਿ ਕਰਾਂ ਜਾਂ ਨਾ ਕਰਾਂ, ਕਰਾਂ ਜਾਂ ਨਾ ਕਰਾਂ। ਅਲਟੀਮੇਟ ਅਸੀਂ ਡਿਸੀਜ਼ਨ ਕਰ ਲੈਂਦੇ ਹਾਂ। ਜਦੋਂ ਤੁਸੀਂ ਡਿਸੀਜ਼ਨ ਕੀਤਾ ਹੈ ਉਹਦੇ ਉੱਪਰ ਤੁਹਾਡਾ ਨੈਕਸਟ ਸਟੈਪ ਡਿਪੈਂਡ ਕਰ ਰਿਹਾ ਹੁੰਦਾ ਹੈ, ਉਹ ਚੋਇਸ ਹੈ। ਜਦੋਂ ਤੁਸੀਂ ਇੱਕ ਚੋਇਸ ਕਰ ਲਈ ਤਾਂ ਤੁਸੀਂ ਬਾਕੀ ਆਪਸ਼ਨ ਛੱਡ ਵੀ ਦਿੱਤੀਆਂ। ਕੱਪੜਾ ਹੀ ਖਰੀਦਣ ਜਾਂਦੇ ਹਾਂ ਕਿ ਜੀ ਆਹ ਕੱਪੜਾ ਠੀਕ ਹੈ ਲੈ ਲਿਆ, ਪਰ ਦਿਮਾਗ 'ਚ ਆਈ ਜਾਂਦਾ ਉਹ ਦੂਜੀ ਪੈਂਟ ਵੀ ਠੀਕ ਸੀ ਵੈਸੇ ਜਿਹੜੀ ਨਾਲ ਪਈ ਸੀ ਇਹਦੇ ਫਲਾਣੇ ਰੰਗ ਦੀ। ਇਹ ਮਾਈਂਡ ਦਾ ਮਕੈਨਿਕਸ ਹੈ ਸਾਡੇ ਚੱਲਦਾ ਜਿਹੜਾ। ਪਰ ਇਹ ਹੈ ਕਿ ਕਿਉਂਕਿ ਫਰੀਡਮ ਦੇ ਨਾਲ ਹੀ ਸਾਡੇ ਚੋਇਸ ਆਉਂਦੀ ਹੈ, ਜਾਨਵਰਾਂ ਕੋਲ ਫਰੀਡਮ ਨਹੀਂ ਹੈ। ਜਿੱਥੇ ਫਰੀਡਮ ਜ਼ਿਆਦਾ ਹੁੰਦੀ ਹੈ ਉੱਥੇ ਹੀ ਡੁਅਲਿਟੀ ਜ਼ਿਆਦਾ ਹੁੰਦੀ ਹੈ, ਉੱਥੇ ਹੀ ਕਸ਼ਟ ਜ਼ਿਆਦਾ ਹੁੰਦਾ ਹੈ। ਤੁਹਾਨੂੰ 10 ਆਪਸ਼ਨਸ ਹੋਣ, 10 'ਚ ਡਿਸਾਈਡ ਕਰਨਾ ਬੜਾ ਔਖਾ ਹੈ। ਆਪਸ਼ਨ ਹੀ ਇੱਕੋ ਹੀ ਹੋਵੇ, ਆਰਾਮ ਨਾਲ ਉਸੇ ਲਾਈਨ 'ਚ ਬੰਦੇ ਤੁਰੇ ਜਾਂਦੇ ਨੇ। ਸੋ ਸਮਾਜ ਦੇ ਵਿੱਚ ਬਹੁਤ ਸਾਰੀਆਂ ਰਿਲੇਸ਼ਨਸ ਦੇ ਵਿੱਚ ਖਾਸ ਕਰਕੇ ਬਹੁਤ ਸਾਰੀਆਂ ਪਹਿਲਾਂ ਇਹ ਚੋਇਸ ਹੀ ਨਹੀਂ ਸੀ। 7 ਜਨਮ ਵਿਆਹ ਹੋ ਗਿਆ ਤਾਂ 7 ਜਨਮ ਉਸੇ ਨਾਲ ਹੀ ਕੱਢਣੇ ਨੇ। ਹੁਣ ਚੋਇਸ ਆ ਗਈ ਹੈ, ਡਾਈਵੋਰਸ ਦੀ ਚੋਇਸ ਆ ਗਈ ਹੈ, ਉਹਦੇ ਨਾਲ ਹੀ ਸਫਰਿੰਗ, ਉਹਦੇ ਨਾਲ ਹੀ ਕ੍ਰਾਈਸਿਸ, ਉਹਦੇ ਨਾਲ ਹੀ ਟੈਨਸ਼ਨ ਬਹੁਤ ਜ਼ਿਆਦਾ ਆ ਗਈ ਹੈ। ਜੇ ਚੋਇਸ ਹੋਵੇ ਹੀ ਨਾ, ਜਾਨਵਰਾਂ ਦੇ ਵਿੱਚ ਇਸ ਕਰਕੇ ਟੈਨਸ਼ਨ ਨਹੀਂ ਹੁੰਦੀ ਬਹੁਤ ਸਾਰੀ, ਜਾਂ ਜਿਹੜੇ ਫੈਸਲੇ ਸਾਨੂੰ ਕਰਨ ਲਈ ਇਜਾਜ਼ਤ ਹੀ ਨਹੀਂ ਹੈ, ਬਿਲਕੁਲ ਸੋਚ ਵੀ ਨਹੀਂ ਸਕਦੇ, ਉੱਥੇ ਕੋਈ ਮਸਲਾ ਨਹੀਂ। ਜਿੱਥੇ ਚੋਇਸ ਹੈ, ਆਪਸ਼ਨ ਹੈ, ਉੱਥੇ ਕੰਟਰੋਲ ਦਾ, ਫਰੀਡਮ ਦਾ, ਚੋਇਸ ਦਾ ਮਸਲਾ ਨਾਲ ਦੀ ਨਾਲ ਖੜ੍ਹਾ ਹੋ ਜਾਂਦਾ। ਸਾਰਾ ਐਗਜ਼ਿਸਟੈਂਸ਼ੀਅਲਿਜ਼ਮ ਹੈ ਜਿਹੜਾ ਜਾਨ ਪਾਲ ਸਾਰਤਰ ਦਾ, ਮੈਂ ਇੱਥੇ ਨਹੀਂ ਗੱਲ ਕਰਦਾ, ਉਹ ਇਹਦੇ ਉੱਪਰ ਹੀ ਖੜ੍ਹਾ ਹੈ। ਸੋ ਇਹ ਇੱਥੋਂ ਕ੍ਰਾਈਸਿਸ ਸ਼ੁਰੂ ਹੁੰਦਾ ਸਾਡੇ ਰਿਲੇਸ਼ਨਸ ਦਾ, ਕਿਉਂਕਿ ਅਸੀਂ ਬਹੁਤ ਸਾਰੇ ਫਰੀ ਕਰ ਲਿਆ ਮਾਈਂਡ ਸਪੇਸ ਆਪਣਾ, ਉਹ 'ਚ ਬਹੁਤ ਸਾਰਾ ਕੁਛ ਫੀਡ ਕਰ ਲਿਆ, ਉਹ ਸਾਨੂੰ ਟਿਕਣ ਨਹੀਂ ਦਿੰਦਾ। ਇਹ ਨਾ ਕਰੋ, ਉਹ ਨਾ ਕਰੋ, ਇੱਕ ਦੇ ਮਗਰ ਚਲੇ ਜਾਓ, ਉੱਧਰੋਂ ਵਾਪਸ ਆਉਂਦੇ ਹੋਏ ਕਿਸੇ ਹੋਰ ਦੇ ਮਗਰ ਲੱਗ ਜਾਓ। ਮਤਲਬ ਐਸੀ ਹਾਲਤ ਮਾਈਂਡ ਤੁਹਾਡੀ ਕਰ ਦਿੰਦਾ ਹੈ। ਮੈਂ ਮੋਟਰਸਾਈਕਲ 'ਤੇ ਲੋਕ ਬੈਠੇ ਦੇਖੇ ਨੇ ਕਿ ਪਿਛਲੇ ਪਾਸੇ ਜੇ ਕੋਈ ਲੜਕੀ ਬੈਠੀ ਹੋਵੇ, ਚਲਾਉਂਦੇ ਜਾਂਦੇ ਉਹਨੂੰ ਇੱਦਾਂ ਕਰਦੇ ਕਰਦੇ ਟਾਲੀ 'ਚ ਵੱਜ ਜਾਂਦੇ ਨੇ। ਜੇ ਦੇਖ ਵੀ ਲਿਆ ਜਾਵੇ ਚੱਜ ਨਾਲ, ਮੰਨ ਲਓ ਰੁਕ ਕੇ ਵੀ ਦੇਖ ਲਿਆ ਜਾਵੇ, ਤਾਂ ਵੀ ਕਿੰਨਾ ਕੁ ਫਰਕ ਪੈ ਜਾਣਾ। ਉਹ ਕਿਸੇ ਹੋਰ ਦੀ ਵਾਈਫ ਨੂੰ ਆਪਣਾ ਸਕੂਟਰ 'ਤੇ ਬਿਠਾ ਕੇ ਜਾਂ ਮੋਟਰਸਾਈਕਲ ਲੈ ਕੇ ਜਾ ਰਿਹਾ ਬੰਦਾ, ਤੁਸੀਂ ਮਤਲਬ, ਪਰ ਮਾਈਂਡ ਦੀ ਇਹ ਕਪੈਸਿਟੀ ਹੈ, ਇਹ ਤੁਹਾਨੂੰ ਹਿਪਨੋਟਾਈਜ਼ ਕਰ ਦਿੰਦਾ। ਪਰ ਸਾਤੋਂ ਇਹੋ ਜਿਹੇ ਫੈਸਲੇ ਕਰਵਾ ਦਿੰਦਾ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਸਵੇਰੇ ਜਦੋਂ ਉੱਠਣਾ ਹੁੰਦਾ ਕਹਿੰਦਾ ਨਹੀਂ ਕੋਈ ਠਹਿਰ ਜਾ ਜੇ, ਥੋੜ੍ਹਾ ਹੋਰ, ਥੋੜ੍ਹਾ ਹੋਰ। ਜਦ ਨੂੰ ਉੱਠ ਕੇ ਪਤਾ ਲੱਗਦਾ ਵੀ ਉਹ ਕਲਾਸ ਦਾ ਟਾਈਮ ਤਾਂ ਹੋ ਗਿਆ, ਫਿਰ ਭੱਜਦਾ ਬੰਦਾ। ਫਿਰ ਉਹੀ ਮਾਈਂਡ ਤੁਹਾਨੂੰ ਕਹਿੰਦਾ ਵੀ ਦੇਖਿਆ ਤੂੰ, ਮਤਲਬ ਤੂੰ ਠੀਕ ਨਹੀਂ, ਤੂੰ ਅੱਗੇ ਤੋਂ ਅਲਾਰਮ ਲਾ ਕੇ ਰੱਖਿਆ ਕਰ, ਜੇ ਸੇਮ ਮਾਈਂਡ। ਸੋ ਇਹਦੇ 'ਚ ਇੱਕ ਕਪੈਸਿਟੀ ਹੈ ਜਿਹਨੂੰ ਅਸੀਂ ਆਮ ਤੌਰ 'ਤੇ ਸਮਝਦੇ ਨਹੀਂ, ਇਹ ਰਿਲੇਸ਼ਨਸ ਦੇ ਵਿੱਚ ਹੀ ਆਉਂਦੀ ਹੈ। ਸੋ ਲਾਸਟ ਇਹ ਹੈ ਕਿ 2 ਲੈਵਲ ਨੇ, ਇੱਕ ਤਾਂ ਸਟਰਕਚਰ ਹੈ, ਇੱਕ ਪ੍ਰੋਸੈਸ ਹੈ। ਸਟਰਕਚਰ ਦੇ ਵਿੱਚ ਜਿਹੜੇ ਰਿਲੇਸ਼ਨਸ ਨੇ ਲਾਰਜਲੀ, ਜੇ ਉਹ ਸਟਰਕਚਰ ਦੇ ਮੁਤਾਬਕ ਹੀ ਚੱਲਦੇ ਹੋਣ ਤਾਂ ਉਹਨਾਂ ਦਾ ਕੋਈ ਫੰਕਸ਼ਨ ਹੁੰਦਾ, ਉੱਥੇ ਪ੍ਰੋਬਲਮ ਨਹੀਂ ਆਉਂਦੀ। ਜਿਹੜਾ ਪ੍ਰੋਸੈਸ ਹੈ ਉਹਦੇ 'ਚ ਪ੍ਰੋਬਲਮ ਹੁੰਦੀ ਹੈ। ਸਟਰਕਚਰ ਅਤੇ ਪ੍ਰੋਸੈਸ ਦਾ ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦਿੰਦਾ ਕਿ ਸਟਰਕਚਰ ਅਸੀਂ ਢਾਂਚੇ ਨੂੰ ਕਹਿੰਦੇ ਹਾਂ। ਮੈਂ ਉਹੀ ਬੰਦਾ ਜੇ ਮੈਂ ਸਟੇਟਮੈਂਟ ਦੇਵਾਂ ਕਿ ਜਿਹੜਾ 10 ਸਾਲ ਪਹਿਲਾਂ ਸੀ, ਇਹ ਬਿਲਕੁਲ ਸੱਚ ਹੈ। ਤੁਸੀਂ ਦੇਖਿਆ ਹੋਇਆ ਮੈਨੂੰ, ਸੇਮ ਹੀ ਆ, ਥੋੜ੍ਹਾ ਜਿਹਾ ਦਾੜੀ ਦਾ ਫਰਕ ਪੈ ਗਿਆ। ਪਰ ਜੇ ਮੈਂ ਇਹ ਗੱਲ ਕਹਾਂ ਕਿ ਮੈਂ ਹੁਣ ਉਹ ਬੰਦਾ ਨਹੀਂ ਰਿਹਾ ਜਿਹੜਾ 10 ਸਾਲ ਪਹਿਲਾਂ ਸੀ, ਇਹ ਵੀ ਓਨਾ ਹੀ ਸੱਚ ਹੈ, ਕਿਉਂਕਿ ਐਟੀਚਿਊਡ, ਬਿਲੀਫ, ਸਾਰਾ ਕੁਛ ਬਦਲਦਾ ਰਹਿੰਦਾ ਹੈ। ਇਹ ਪ੍ਰੋਸੈਸ ਹੈ। ਪਹਿਲੀ ਸਟੇਟਮੈਂਟ ਹੈ ਜਿਹੜੀ ਉਹ ਸਟਰਕਚਰ ਨੂੰ ਰੈਫਰ ਕਰ ਰਹੀ ਹੈ, ਦੂਜੀ ਪ੍ਰੋਸੈਸ ਨੂੰ ਰੈਫਰ ਕਰ ਰਹੀ ਹੈ। ਰਿਸ਼ਤਿਆਂ ਦਾ ਸਟਰਕਚਰ ਉਹੀ ਹੁੰਦਾ ਹੈ, ਪਰ ਪ੍ਰੋਸੈਸ ਬਦਲ ਜਾਂਦੇ ਨੇ। ਲਾਸਟ ਮੈਂ ਤੁਹਾਨੂੰ ਕਹਿ ਕੇ ਮੁਕਾਊਂਗਾ ਇਹ ਗੱਲ। ਸਾਡੇ ਪ੍ਰੋਫੈਸਰ ਸੀਗੇ ਇੱਥੇ, ਇੱਕ ਵਿਆਹ ਹੋ ਗਿਆ ਇੱਕ ਲੜਕੀ ਨਾਲ, ਉਹਨਾਂ ਦਾ ਪਹਿਲਾਂ ਜਾਣਦੇ ਵੀ ਸੀ, ਚੰਗਾ ਪਿਆਰ ਸੀ ਆਪਸ ਦੇ ਵਿੱਚ, ਸਾਨੂੰ ਵੀ ਜਾਣਦੀ ਸੀ, ਉਹ ਚੰਗੀ ਅੱਛੀ ਸੀ ਮਤਲਬ। ਅਤੇ ਮੈਂ ਉਹਨੂੰ ਪੁੱਛਿਆ, ਸ਼ੀ ਵਾਜ਼ ਵੈਰੀ ਓਪਨ, ਕਿ ਕੀ ਫ਼ਰਕ ਹੈ ਹੁਣ ਵਿਆਹ ਦੇ ਪਹਿਲਾਂ ਨਾਲੋਂ ਅਤੇ ਹੁਣ ਦੇ ਰਿਸ਼ਤੇ ਦੇ ਵਿੱਚ। ਉਹ ਕਹਿੰਦੀ ਬਸ ਥੋੜ੍ਹਾ ਹੀ ਫਰਕ ਹੈ, ਪਹਿਲਾਂ ਮੋਟਰਸਾਈਕਲ 'ਤੇ ਕਹਿੰਦੀ ਪਿੱਛੇ ਕਿਉਂ ਇੰਨੀ ਹੋਈ ਬੈਠੀ ਹੈ, ਮਤਲਬ ਲਾਗੇ ਹੋ ਕੇ ਬੈਠ ਐਂ ਕਰ, ਕਹਿੰਦੀ ਹੁਣ ਕਹਿੰਦੀ ਉੱਪਰ ਕਿਉਂ ਚੜ੍ਹੀ ਹੋਈਆਂ ਐਵੇਂ। ਦਿਸ ਇਜ਼ ਪ੍ਰੋਸੈਸ। ਸਟਰਕਚਰ ਸੇਮ ਹੀ ਹੈ, ਮੋਟਰਸਾਈਕਲ ਸੇਮ ਹੀ ਹੈ, ਬੰਦੇ ਸੇਮ ਹੀ ਨੇ। ਸੋ ਜਦੋਂ ਅਸੀਂ ਇੰਸਟੀਟਿਊਸ਼ਨਸ ਬਣਾ ਲੈਂਦੇ ਹਾਂ, ਜਿੰਨੀ ਦੇਰ ਉਹ ਫੰਕਸ਼ਨ ਕਰ ਰਹੀਆਂ ਨੇ ਠੀਕ ਹੈ, ਜਦੋਂ ਉਹਨਾਂ 'ਚ ਥੋੜ੍ਹੀ ਤਿੜਫਿੜ ਹੋਣੀ ਸ਼ੁਰੂ ਹੋ ਜਾਵੇ, ਉਹ ਡਿਸਫੰਕਸ਼ਨ ਸ਼ੁਰੂ ਹੋ ਜਾਂਦਾ।
ਮੈਰਿਜ ਡਿਸਫੰਕਸ਼ਨਲ ਹੋ ਰਹੀ ਹੈ ਅੱਜ ਕੱਲ੍ਹ। ਰਿਸ਼ਤਿਆਂ ਦੇ ਜਿਹੜੇ ਸਟਰਕਚਰ ਨੇ ਉਹਨਾਂ 'ਚ ਪ੍ਰੋਸੈਸ ਆ ਗਏ ਨੇ, ਡਿਸਫੰਕਸ਼ਨ ਵੱਧ ਰਿਹਾ ਹੈ। ਪਰ ਜਦੋਂ ਡਿਸਫੰਕਸ਼ਨ ਵੱਧਦਾ ਕਿਸੇ ਇੰਸਟੀਟਿਊਸ਼ਨ ਦਾ ਵੀ, ਚਾਹੇ ਉਹ ਯੂਨੀਵਰਸਿਟੀ ਹੈ, ਚਾਹੇ ਰਾਜ ਹੈ, ਚਾਹੇ ਮੈਰਿਜ ਹੈ, ਚਾਹੇ ਘਰ ਹੈ, ਡਿਸਫੰਕਸ਼ਨ ਨਾਲ ਸਫਰਿੰਗ ਹੁੰਦੀ ਹੈ। ਅਸੀਂ ਜੋ ਐਕਸਪੈਕਟ ਕਰਦੇ ਹਾਂ ਉਹ ਨਹੀਂ ਨਿਕਲਦਾ, ਦੁੱਖ ਲੱਗਦਾ ਹੈ, ਤਕਲੀਫ ਵੱਧਦੀ ਹੈ। ਜਦੋਂ ਹੀ ਦੁੱਖ ਤਕਲੀਫ ਵੱਧਦਾ ਹੈ ਸਮਝ ਲਓ ਕਿ ਕੌਨਸ਼ੀਅਸਨੈਸ ਆਉਣ ਵਾਲੀ ਹੈ। ਲਾਰਜਲੀ ਸਾਡੇ ਜਿਹੜੇ ਡਿਸੀਜ਼ਨ ਨੇ ਉਹ ਅਨਕੌਨਸ਼ੀਅਸ ਹੁੰਦੇ ਨੇ। ਜਦੋਂ ਹੀ ਤੁਹਾਨੂੰ ਕੋਈ ਚੋਟ ਵੱਜਦੀ ਹੈ ਉਦੋਂ ਤੁਸੀਂ ਕੌਨਸ਼ੀਅਸ ਹੋਣ ਦਾ ਮੌਕਾ ਹੁੰਦਾ ਹੈ। ਸੋ ਉਹਦੇ 'ਚੋਂ ਹੀ ਕੌਨਸ਼ੀਅਸਨੈਸ ਦਾ ਐਲੀਮੈਂਟ ਰਿਲੇਸ਼ਨਸ਼ਿਪਸ ਦੇ ਵਿੱਚ ਆ ਜਾਂਦਾ ਹੈ, ਅਤੇ ਅਸੀਂ ਜਿਹੜੇ ਰਿਐਕਸ਼ਨਸ ਨੇ ਉਹਨਾਂ ਨੂੰ ਰਿਸਪੌਂਸ ਦੇ ਵਿੱਚ ਬਦਲਣ ਲੱਗ ਜਾਂਦੇ ਹਾਂ। ਮੈਂ ਛੋਟੀ ਜਿਹੀ ਐਗਜ਼ਾਮਪਲ ਮੈਂ ਅਕਸਰ ਦਿੰਦਾ ਹੁੰਦਾ, ਮੰਨ ਲਓ ਕਿ ਇੱਥੇ ਜਾਂ ਇੱਧਰ ਕੋਈ ਬੰਦਾ ਜਰਮਨੀ 'ਚ ਗਾਲਾਂ ਕੱਢਦਾ ਜਾਂਦਾ ਹੋਵੇ, ਆਪਾਂ ਨੂੰ ਕੋਈ ਫਰਕ ਨਹੀਂ ਪੈਣਾ। ਹਿੰਦੀ 'ਚ ਆ ਜਾਵੇ ਥੋੜ੍ਹੀ ਜਿਹੀ ਸਮਝ ਆ ਜਾਊਗੀ, ਚਲੋ ਅਸੀਂ ਕਹਾਂਗੇ ਭਈਆ ਕੋਈ। ਫਿਰ ਪੰਜਾਬੀ 'ਚ ਆ ਜਾਵੇ, ਫਿਰ ਉਹ ਪੰਜਾਬੀ ਡਿਪਾਰਟਮੈਂਟ ਨੂੰ ਇਹ ਗਾਲਾਂ ਕੱਢਣ ਲੱਗ ਜਾਵੇ, ਫਿਰ ਵੀ ਅਸੀਂ ਕਹਾਂਗੇ ਵੀ ਚਲੋ ਉੱਧਰਲੀਆਂ ਕਲਾਸਾਂ ਵਾਲੇ ਦੇਖ ਲੈਣਗੇ। ਇੱਥੇ ਹੀ ਆਪਣਾ ਨਾਂ ਲੈ ਕੇ ਕੱਢਣ ਲੱਗ ਜਾਵੇ, ਰਿਐਕਸ਼ਨ ਇੱਕਦਮ ਜਾਗੂਗਾ, ਕਿਉਂਕਿ ਇਹ ਆਇਡੈਂਟੀਟੀ ਨਾਲ ਅਸੀਂ ਅਨਕੌਨਸ਼ੀਅਸਲੀ ਵੀ ਜੁੜੇ ਹੋਏ ਹਾਂ ਕਿ ਇਹ ਸਾਨੂੰ ਚੈਲੰਜ ਕਰ ਰਿਹਾ ਹੈ। ਪਰ ਜਦੋਂ ਹੀ ਅਸੀਂ ਉਹ ਬੰਦਾ ਗਾਲਾਂ ਕੱਢੂਗਾ, ਅਸੀਂ ਜਾ ਕੇ ਜਾਂਦਾ ਗਾਲਾਂ ਕੱਢਾਂਗੇ ਜਾਂ ਕੁੱਟਾਂਗੇ ਜਾਂ ਹੋਰ ਕਰਾਂਗੇ। ਮੰਨ ਲਓ ਤੁਸੀਂ ਕੁੱਟਣੇ ਹੀ ਲੱਗੇ ਹੋ, ਇੱਕ ਬੰਦਾ ਆ ਕੇ ਕਹਿੰਦਾ ਕਿ ਯਾਰ ਇਹਦਾ ਦਿਮਾਗ 'ਚ ਫਰਕ ਪੈ ਗਿਆ, ਕੱਲ੍ਹ ਵਿਚਾਰੇ ਦੇ ਇਹਨੂੰ ਗਲਤ ਦਵਾਈ ਦੇ ਦਿੱਤੀ ਸੀ ਡਾਕਟਰ ਨੇ, ਇਹ ਤਾਂ ਠੀਕ ਨਹੀਂ ਹੈ। ਤੁਹਾਡਾ ਰਿਐਕਸ਼ਨ ਇੱਕਦਮ ਬਦਲ ਜਾਊਗਾ, ਤੁਸੀਂ ਸਿੰਪੈਥੈਟਿਕ ਹੋ ਜਾਓਗੇ, ਗੁੱਸਾ ਉਤਰ ਜਾਊਗਾ ਤੁਹਾਡਾ। ਐਕਚੁਅਲੀ ਉਹ ਰਿਸਪੌਂਸ ਹੈ, ਜਿਹੜਾ ਪਹਿਲਾਂ ਸੀ ਉਹ ਰਿਐਕਸ਼ਨ ਹੈ, ਇਹ ਰਿਸਪੌਂਸ ਹੈ ਜਿਹਦੇ 'ਚ ਐਲੀਮੈਂਟ ਆਫ ਕੌਨਸ਼ੀਅਸਨੈਸ, ਐਲੀਮੈਂਟ ਆਫ ਚੋਇਸ, ਐਲੀਮੈਂਟ ਆਫ ਡਿਸੀਜ਼ਨ ਹੈ। ਨਿਊਟਨ ਨੇ, ਮੈਂ ਤੁਹਾਨੂੰ ਉਸ ਦਿਨ ਦੱਸੀ ਸੀ ਗੱਲ, ਉਹ ਕਹਿੰਦਾ ਵੀ ਹਰ ਇੱਕ ਐਕਸ਼ਨ ਦਾ ਇਕੁਅਲ ਰਿਐਕਸ਼ਨ ਹੁੰਦਾ ਹੈ। ਬੰਦਿਆਂ ਨੂੰ ਸਾਨੂੰ ਇਹ ਫਰੀਡਮ ਦਿੱਤੀ ਹੋਈ ਹੈ, ਕੁਦਰਤ ਨੇ ਕਹਿ ਲਓ, ਰੱਬ ਨੇ ਕਹਿ ਲਓ, ਕਲਚਰ ਨੇ ਕਹਿ ਲਓ, ਕਿ ਅਸੀਂ ਰਿਐਕਸ਼ਨ ਰੋਕ ਸਕਦੇ ਹਾਂ, ਅਸੀਂ ਰਿਐਕਸ਼ਨ ਡਿਸਾਈਡ ਕਰ ਸਕਦੇ ਹਾਂ ਕਿ ਮੈਂ ਕਿੱਦਾਂ ਰਿਐਕਟ ਕਰਨਾ ਹੈ। ਵੰਸ ਯੂ ਆਰ ਕੈਪੇਬਲ ਆਫ ਡਿਸਾਈਡਿੰਗ ਦੈਟ ਯੂ ਹੈਵ ਟਰਨਡ ਯੂਅਰ ਰਿਐਕਸ਼ਨ ਇਨਟੂ ਰਿਸਪੌਂਸ। ਰਿਸਪੌਂਸ ਦੇ ਨਾਲ ਹੀ ਲਫ਼ਜ਼ ਰਿਸਪੌਂਸੀਬਿਲਿਟੀ ਜੁੜਿਆ ਹੋਇਆ ਹੈ, ਯੂ ਹੈਵ ਬਿਕਮ ਰਿਸਪੌਂਸੀਬਲ। ਸੋ ਜਦੋਂ ਤੁਸੀਂ ਆਪਣੇ ਰਿਐਕਸ਼ਨਸ ਨੂੰ, ਅਨਕੌਨਸ਼ੀਅਸ ਰਿਐਕਸ਼ਨਸ ਨੂੰ ਨੋਟ ਕਰਨ ਲੱਗ ਗਏ ਅਤੇ ਉਹਨਾਂ ਨੂੰ ਰਿਸਪੌਂਸਿਸ ਦੇ ਵਿੱਚ ਟਰਾਂਸਫਾਰਮ ਕਰਨ ਲੱਗ ਗਏ, ਇਹਦਾ ਮਤਲਬ ਤੁਸੀਂ ਜਾਗਰਿਤ ਹੋ ਗਏ, ਤੁਸੀਂ ਰਿਸਪੌਂਸੀਬਲ ਬੰਦੇ ਬਣ ਗਏ, ਔਰ ਤੁਹਾਡੀ ਲਾਈਫ ਵੀ ਬਦਲ ਜਾਊਗੀ। ਲਾਰਜਲੀ ਅਸੀਂ ਰਿਐਕਸ਼ਨ ਦੇ ਵਿੱਚ ਰਹਿੰਦੇ ਹਾਂ। ਕਾਰ ਕੋਈ ਕੋਰ ਦੀ ਕੱਢ ਕੇ ਲੈ ਜਾਵੇ, ਕੋਈ ਮਾੜਾ ਜਿਹਾ ਕੁਛ ਕਹਿ ਦੇਵੇ, ਮਤਲਬ ਮੇਰੇ ਨਾਲ ਮੈਂ ਪ੍ਰੈਕਟੀਕਲ ਐਗਜ਼ਾਮਪਲ ਹੋਈ, ਅਸੀਂ ਗੁੜਗਾਉਂ ਨਾ ਜਿਹੜਾ ਪਰਲੇ ਪਾਸੇ ਜੈਪੁਰ ਵਾਲਾ ਜਿਹੜਾ ਹੈ, ਉੱਥੇ ਅਸੀਂ ਆਈਏ ਸ਼ਾਮ ਜੇ ਨੂੰ, ਮੇਰੀ ਬੇਟੀ ਮੇਰੀ ਵਾਈਫ ਨਾਲ। ਇੱਕ ਇੱਧਰਲੇ ਪਾਸੇ ਬੰਦਾ ਕਰਦੇ ਕਰਦੇ ਉੱਥੇ ਨਾ ਉਹ ਜੇ ਉਹ ਲੱਗੇ ਨਹੀਂ ਸੀ, ਲਾਈਨਾਂ ਲੱਗੀਆਂ ਨੇ ਵੀ ਕਿਹੜੀ ਲੇਨ 'ਚ ਜਾਣਾ ਹੈ, ਅਸੀਂ ਇੱਕ ਲੇਨ ਜਿਹਦੇ ਵਿੱਚ ਦੋਨੇ ਹੀ ਜਾ ਕੇ ਫਸ ਗਏ। ਜਦੋਂ ਨਾਲ ਹੀ ਲੱਗ ਗਈਆਂ ਗੱਡੀਆਂ ਤਾਂ ਉੱਧਰਲੀ ਨਾਲ ਦੀ ਗੱਡੀ ਦੇ ਵਿੱਚ ਵੀ ਆਲਮੋਸਟ ਰਸ਼ੀਆ ਬੈਠਾ ਸੀ, ਸਾਡੇ ਵਾਲੀ 'ਚ ਵੀ ਰਸ਼ੀਆ ਹੀ ਸੀ, ਯੂਕਰੇਨ ਤਾਂ ਵਿਚਾਰਾ ਮੈਂ ਹੀ ਸੀ ਇਕੱਲਾ। ਉਹ ਭਾਈ ਗਾਲਾਂ ਕੱਢਣ ਅੰਗਰੇਜ਼ੀ 'ਚ, ਬਲੱਡੀ ਫੂਲ ਜੇ ਉਹ। ਇੱਧਰੋਂ ਮੇਰੀ ਵਾਈਫ ਨੂੰ ਅੰਗਰੇਜ਼ੀ ਬਹੁਤ ਆਉਂਦੀ ਸੀ, ਇਹ ਕਹੇ ਵੀ ਇਹਨੂੰ ਦਿਖਦਾ ਨਹੀਂ ਇੰਨਾ ਜੇ ਉਹ। ਉਹ ਬੰਦੇ ਦੀ ਵਾਈਫ ਸ਼ਾਇਦ ਫੌਜੀ ਅਫਸਰ ਸੀ, ਉਹ ਦੋ ਪਿੱਛੇ ਉਹਨਾਂ ਦੇ ਹੋਰ ਸੀ ਕੋਈ, ਉਹ ਡਰਾਈਵਰ ਵਾਲੀ ਮੇਰੇ ਵਾਲੀ ਸਾਈਡ 'ਤੇ ਬੈਠੀ ਸੀ। ਮੈਂ ਸ਼ੀਸ਼ਾ ਥੱਲੇ ਕਰਕੇ ਕੁਛ ਦੇਰ ਬੈਠਾ ਰਿਹਾ। ਜਦੋਂ ਥੋੜ੍ਹਾ ਜਿਹਾ ਸਪੇਸ ਮਿਲਿਆ ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਭੈਣ ਜੀ ਆਪਾਂ ਨੇ ਅੱਜ ਘਰ ਵੀ ਜਾਣਾ, ਇਹ ਹੋ ਸਕਦਾ ਮੇਰੀ ਗਲਤੀ ਹੋਵੇ, ਹੋ ਸਕਦਾ ਇੱਧਰ ਤੁਹਾਡੇ ਡਰਾਈਵਰ ਦੀ ਗਲਤੀ ਹੋਵੇ, ਜੇ ਮੈਂ ਹੁਣ ਪਿੱਛੇ ਕਰਦਾ ਮੇਰੀ ਲਾਈਟ ਟੁੱਟ ਜਾਣੀ ਹੈ, ਤੁਸੀਂ ਕਹੋ ਮੈਂ ਕਰ ਲੈਣਾ, ਨੋ ਪ੍ਰੋਬਲਮ, ਪਰ ਆਪਾਂ ਹੁਣ ਮੁਕਾਈਏ ਨਾ ਕੰਮ। ਮਤਲਬ ਗਾਲਾਂ ਜੇ ਮੁੱਕ ਗਈਆਂ, ਜੇ ਗੁੱਸਾ ਉਤਰ ਗਿਆ ਤਾਂ ਇਹਨੂੰ ਕਹੋ। ਉਹ ਭਾਈ ਆਪਣੇ ਹਸਬੈਂਡ ਨੂੰ ਕਹਿੰਦੀ ਸ਼ਟ ਅਪ, ਕਹਿੰਦੀ ਹੀ ਇਜ਼ ਅ ਵੈਰੀ ਸੈਂਸੀਬਲ ਪਰਸਨ, ਕਹਿੰਦੀ ਪਿੱਛੇ ਲੈ ਗੱਡੀ। ਇਹ ਹੁਣ ਮੇਰਾ ਰਿਸਪੌਂਸ ਸੀ ਜਿਹਨੇ ਸਾਰੀ ਸਿਚੁਏਸ਼ਨ ਬਦਲੀ। ਨਹੀਂ ਤਾਂ ਇਹ ਹੋਣਾ ਸੀ ਵੀ ਉੱਤਰ ਕੇ ਅਸੀਂ ਦੂਜੇ ਪਾਸੇ ਦੀ ਜਾ ਕੇ ਸਾਨੂੰ ਮੁੱਕੀ ਮਾਰ ਕੇ ਨਾਲ ਹੀ ਠਾਣਾ ਸੀਗਾ। ਉਹ ਹਰਿਆਣਵੀਆਂ ਨੂੰ ਅਸੀਂ 500-500 ਰੁਪਈਆ ਦੇ ਕੇ ਖਹਿੜਾ ਛਡਾ ਕੇ ਰਾਜੀਨਾਮਾ ਲਿਖ ਕੇ ਆਉਣਾ ਸੀ, ਔਰ ਬਾਅਦ 'ਚ ਆ ਕੇ ਸੇਕ ਸੂਕ ਦਿੰਦੇ ਜਿੱਥੇ ਕਿ ਸਾਨੂੰ ਮੁੱਕੀ ਹੋਈ ਹੋਣੀ ਸੀ। ਸੋ ਦਿਸ ਇਜ਼ ਕਿ ਕ੍ਰਿਟੀਕਲ ਮੋਮੈਂਟ ਹੈ ਜਿਹੜਾ ਯੂ ਮਸਟ ਬੀ ਅਵੇਅਰ ਟੂ ਲੁੱਕ ਐਟ ਯੂਅਰ ਰਿਐਕਸ਼ਨਸ। ਜਿਹੜੇ ਰਿਲੇਸ਼ਨਸ ਨੇ, ਕੱਲ੍ਹ ਜਿਹੜੀ ਆਪਾਂ ਗੱਲ ਕਰਾਂਗੇ ਉਹ ਜ਼ਿਆਦਾ ਇੰਟਰਟੇਨਿੰਗ ਹੋਊਗੀ ਔਰ ਤੁਹਾਡੇ ਕੰਮ ਦੀ ਵੀ ਹੋਊਗੀ। ਪ੍ਰੈਕਟੀਕਲ ਸਿਚੁਏਸ਼ਨਸ ਦੇ ਵਿੱਚ ਹਾਊ ਵੀ ਸ਼ੁੱਡ ਓਪਰੇਟ, ਇਹ ਕੱਲ੍ਹ ਕਰਾਂਗੇ। ਥੈਂਕ ਯੂ ਸੋ ਮਚ, ਤੁਸੀਂ ਬੜੇ ਸਬਰ ਨਾਲ ਸੁਣਿਆ।